ਯੋਸ਼ੂਆ ਅਧਿਆਇ 1। ਯਹੋਵਾ ਦੇ ਦਾਸ ਮੂਸਾ ਦੇ ਮਰਨ ਪਿੱਛੋਂ ਇਹ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ, ਤੂੰ ਅਤੇ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀ ਨੂੰ ਦਿੰਦਾ ਹਾਂ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਦੇ ਨਾਲ ਵਚਨ ਕੀਤਾ ਸੀ। ਉਜਾੜ ਅਤੇ ਇਸ ਲਬਾਨੋਨ ਤੋਂ ਲੈ ਕੇ ਵੱਡੀ ਨਦੀ ਤੀਕ ਜੋ ਫਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ਼, ਸੂਰਜ ਦੇ ਲੈਣ ਦੇ ਪਾਸੇ ਵੱਡੇ ਸਮੁੰਦਰ ਤੇ ਇੱਕ ਤੁਹਾਡੀ ਹੱਦ ਹੋਵੇਗੀ। ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਅਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਮੈਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦੇ ਨਾਲ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਖਲੀ ਦੁਆਵੇਂਗਾ। ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੇ। ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ। ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਭਈ ਤਕੜਾ ਹੋ ਅਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਾਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਤਾਂ ਯੋਸ਼ੂਆ ਨੇ ਲੋਕਾਂ ਦੇ ਹੁੱਦੇਦਾਰਾਂ ਨੂੰ ਹੁਕਮ ਦਿੱਤਾ ਕਿ ਡੇਰਿਆਂ ਦੇ ਵਿੱਚੋਂ ਦੀ ਲੰਘੋ ਅਤੇ ਲੋਕਾਂ ਨੂੰ ਇਹ ਹੁਕਮ ਦਿਓ ਭਈ ਤੁਸੀਂ ਆਪਣੇ ਲਈ ਰਸਤ ਤਿਆਰ ਕਰੋ, ਕਿਉਂ ਜੋ ਇਹਨਾਂ 3 ਦਿਨਾਂ ਦੇ ਪਿੱਛੋਂ ਤੁਸੀਂ ਇਸ ਯਰਦਨ ਤੋਂ ਪਾਰ ਲੰਘੋਗੇ, ਤਾਂ ਜੋ ਜਾ ਕੇ ਉਸ ਦੇਸ਼ ਉੱਤੇ ਕਬਜ਼ਾ ਕਰੋ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ। ਤਾਂ ਰੂਬੇਨੀਆਂ ਅਤੇ ਗਾਦੀਆਂ ਅਤੇ ਮਨੁੱਸ਼ਾ ਦੇ ਅੱਧੇ ਗੋਤ ਨੂੰ ਯੋਸ਼ੂਆ ਨੇ ਆਖਿਆ, ਯਹੋਵਾ ਦੇ ਦਾਸ ਮੂਸਾ ਦੀ ਗੱਲ ਨੂੰ ਚੇਤੇ ਰੱਖੋ ਜਿਹਦਾ ਉਸ ਤੁਹਾਨੂੰ ਹੁਕਮ ਦਿੱਤਾ ਸੀ ਭਈ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਸੁੱਖ ਵੀ ਅਤੇ ਇਹ ਦੇਸ਼ ਵੀ ਦੇਵੇਗਾ। ਤੁਹਾਡੀਆਂ ਤੀਵੀਆਂ, ਤੁਹਾਡੇ ਬਾਲ, ਤੁਹਾਡੇ ਵੱਗ ਇਸ ਧਰਤੀ ਵਿੱਚ ਵਸਣਗੇ ਜਿਹੜੀ ਯਰਦਨ ਦੇ ਪਾਰ ਮੂਸਾ ਨੇ ਤੁਹਾਨੂੰ ਦਿੱਤੀ ਹੈ। ਪਰ ਤੁਸੀਂ ਸਾਰੇ ਜਿੰਨੇ ਸੂਰਬੀਰ ਹੋ ਸ਼ਸਤਰ ਬਨ ਕੇ ਆਪਣੇ ਭਰਾਵਾਂ ਦੇ ਅੱਗੇ ਪਾਰ ਲੰਘੋ ਅਤੇ ਉਹਨਾਂ ਦੀ ਸਹਾਇਤਾ ਕਰੋ, ਜਦ ਤੱਕ ਯਹੋਵਾ ਤੁਹਾਡੇ ਭਰਾਵਾਂ ਨੂੰ ਸੁੱਖ ਨਾ ਦੇਵੇ ਜਿਵੇਂ ਉਸ ਨੇ ਤੁਹਾਨੂੰ ਦਿੱਤਾ ਹੈ, ਅਤੇ ਉਹ ਵੀ ਉਸ ਦੇਸ਼ ਨੂੰ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਉਹਨਾਂ ਨੂੰ ਦੇਣ ਵਾਲਾ ਹੈ ਕਬਜ਼ਾ ਨਾ ਕਰ ਲੈਣ। ਤਾਂ ਤੁਸੀਂ ਇਸ ਦੇਸ਼ ਵੱਲ ਜਿਹੜਾ ਤੁਹਾਡੀ ਵਿਰਾਸਤ ਹੈ ਮੁੜਿਓ, ਜਿਹੜਾ ਯਹੋਵਾ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਵੱਲ ਦਿੱਤਾ ਸੀ, ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਲਓ। ਤਾਂ ਉਹਨਾਂ ਨੇ ਯੋਸ਼ੂਆ ਨੂੰ ਉੱਤਰ ਦਿੱਤਾ ਕਿ ਜਿਵੇਂ ਤੈਂ ਸਾਨੂੰ ਆਗਿਆ ਦਿੱਤੀ ਉਵੇਂ ਅਸੀਂ ਕਰਾਂਗੇ, ਅਤੇ ਜਿੱਥੇ ਤੂੰ ਸਾਨੂੰ ਘੱਲੇਗਾ ਅਸੀਂ ਉੱਥੇ ਜਾਵਾਂਗੇ। ਜਿਵੇਂ ਅਸਾਂ ਮੂਸਾ ਦੀਆਂ ਸਾਰੀਆਂ ਗੱਲਾਂ ਸੁਣੀਆਂ ਉਵੇਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਸੁਣਾਂਗੇ। ਜਿਵੇਂ ਯਹੋਵਾ ਤੇਰਾ ਪਰਮੇਸ਼ਰ ਮੂਸਾ ਦੇ ਅੰਗ ਸੰਗ ਸੀ ਉਵੇਂ ਤੇਰੇ ਅੰਗ ਸੰਗ ਵੀ ਰਹੇ। ਅਤੇ ਜੋ ਕੋਈ ਮਨੁੱਖ ਤੇਰੇ ਆਖੇ ਤੋਂ ਆਕੀ ਹੋਵੇ ਅਤੇ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੇ ਜਿਹਦੀ ਤੂੰ ਆਗਿਆ ਦੇਵੇਂ, ਉਹ ਮਾਰਿਆ ਜਾਵੇ। ਤੂੰ ਨਿਰਾ ਤਕੜਾ ਹੋ ਅਤੇ ਹੌਸਲਾ ਰੱਖ। ਯੋਸ਼ੂਆ ਅਧਿਆਇ 2। ਤਦ ਨੂਨ ਦੇ ਪੁੱਤਰ ਯੋਸ਼ੂਆ ਨੇ ਸ਼ਿਤਮ ਤੋਂ 2 ਮਨੁੱਖਾਂ ਨੂੰ ਚੁੱਪਚਾਪ ਭੇਤ ਲੈਣ ਲਈ ਘੱਲਿਆ ਅਤੇ ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ਼ ਨੂੰ ਅਰਥਾਤ ਯਰੀਹੋ ਨੂੰ ਵੇਖੋ। ਤਾਂ ਉਹ ਗਏ ਤੇ ਇੱਕ ਬੇਸ਼ਵਾ ਦੇ ਘਰ ਵਿੱਚ ਜਿਹਦਾ ਨਾਮ ਰਹਾਬ ਸੀ ਵੜ ਕੇ ਉੱਥੇ ਟਿਕੇ। ਤਾਂ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਇੱਥੇ ਇਸ ਦੇਸ਼ ਦੀ ਖੋਜ ਲਈ ਆਏ ਹੋਏ ਹਨ। ਤਦ ਯਰੀਹੋ ਦੇ ਰਾਜੇ ਨੇ ਰਹਾਬ ਨੂੰ ਕਹਾ ਘੱਲਿਆ ਵੀ ਉਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਹਨ, ਕਿਉਂ ਜੋ ਉਹ ਸਾਰੇ ਦੇਸ਼ ਨੂੰ ਖੋਜਣ ਆਏ ਹਨ। ਤਾਂ ਉਸ ਤੀਵੀਂ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਲੈ ਕੇ ਲੁਕਾ ਦਿੱਤਾ ਅਤੇ ਇਉਂ ਆਖਿਆ ਭਈ ਉਹ ਮਨੁੱਖ ਮੇਰੇ ਕੋਲ ਆਏ ਤਾਂ ਸਨ, ਪਰ ਮੈਨੂੰ ਪਤਾ ਨਹੀਂ ਕਿ ਉਹ ਕਿੱਥੋਂ ਦੇ ਸਨ। ਅਤੇ ਇਉਂ ਹੋਇਆ ਕਿ ਜਦ ਫਾਟਕਾਂ ਦੇ ਬੰਦ ਕਰਨ ਦੇ ਵੇਲੇ ਹਨੇਰਾ ਸੀ ਤਾਂ ਉਹ ਮਨੁੱਖ ਕਿਧਰ ਨਿਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਉਹ ਮਨੁੱਖ ਕਿੱਥੇ ਚਲੇ ਗਏ ਹਨ। ਛੇਤੀ ਨਾਲ ਉਹਨਾਂ ਦਾ ਪਿੱਛਾ ਕਰੋ, ਕਿਉਂ ਜੋ ਤੁਸੀਂ ਉਹਨਾਂ ਨੂੰ ਜਾ ਟੱਕਰੋਗੇ।
ਪਰ ਉਹ ਉਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਸਣ ਦੀਆਂ ਗਰਨਿਆਂ ਦੇ ਹੇਠ ਜਿਹੜੇ ਛੱਤ ਉੱਤੇ ਚਿਣਕੇ ਰੱਖੇ ਹੋਏ ਸਨ ਲੁਕਾ ਦਿੱਤਾ। ਮਨੁੱਖ ਉਹਨਾਂ ਦੇ ਪਿੱਛੇ ਯਰਦਨ ਦੇ ਰਾਹ ਪਤਨ ਤੀਕ ਗਏ ਅਤੇ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿਕਲ ਗਏ ਤਾਂ ਉਹਨਾਂ ਨੇ ਫਾਟਕ ਬੰਦ ਕਰ ਲਿਆ। ਉਹਨਾਂ ਦੇ ਲੰਮੇ ਪੈਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਤ ਉੱਤੇ ਚੜ੍ਹ ਗਈ ਅਤੇ ਉਹਨਾਂ ਨੂੰ ਆਖਿਆ, ਭਈ ਮੈਂ ਤਾਂ ਜਾਣਦੀ ਹਾਂ ਕਿ ਯਹੋਵਾ ਨੇ ਇਹ ਦੇਸ਼ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਪੈ ਅਸਾਂ ਲੋਕਾਂ ਉੱਤੇ ਆ ਪਿਆ ਹੈ ਅਤੇ ਇਸ ਦੇਸ਼ ਦੇ ਸਾਰੇ ਵਸਨੀਕ ਤੁਹਾਡੇ ਅੱਗੋਂ ਟਲੇ ਜਾਂਦੇ ਹਨ, ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿਕਲੇ ਤਾਂ ਯਹੋਵਾ ਨੇ ਤੁਹਾਡੇ ਅੱਗੇ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸਾਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸਿਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਕੀਤਾ, ਜਿਨ੍ਹਾਂ ਦਾ ਤੁਸੀਂ ਮੂਲੋਂ ਮੁੱਢੋਂ ਨਾਸ ਕਰ ਸੁੱਟਿਆ। ਅਤੇ ਜਦ ਅਸਾਂ ਸੁਣਿਆ ਤਾਂ ਸਾਡੇ ਮਨ ਪਾਣੀਓ ਪਾਣੀ ਹੋ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹ ਪਰਮੇਸ਼ਰ ਹੈ। ਸੋ ਹੁਣ ਤੁਸੀਂ ਮੇਰੇ ਨਾਲ ਯਹੋਵਾ ਦੀ ਸਹੁੰ ਖਾਓ, ਇਸ ਲਈ ਭਈ ਜਿਹੀ ਤੁਹਾਡੇ ਉੱਤੇ ਮੈਂ ਦਇਆ ਕੀਤੀ ਤਈ ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਇਆ ਕਰੋਗੇ ਅਤੇ ਇੱਕ ਪੱਕਾ ਨਿਸ਼ਾਨ ਮੈਨੂੰ ਦਿਓ ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਹਨਾਂ ਦਾ ਹੈ ਜਿਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਛੁਡਾਓਗੇ। ਤਾਂ ਉਹਨਾਂ ਮਨੁੱਖਾਂ ਨੇ ਉਹਨੂੰ ਆਖਿਆ, ਜੇਕਰ ਤੁਸੀਂ ਸਾਡੀ ਇਹ ਗੱਲ ਨਾ ਦੱਸੋ ਤਾਂ ਤੁਹਾਡੀ ਮੌਤ ਦੇ ਵੱਟੇ ਸਾਡੀ ਜਾਨ ਹੈ ਅਤੇ ਇਉਂ ਹੋਵੇਗਾ ਕਿ ਜਿਸ ਵੇਲੇ ਯਹੋਵਾ ਇਹ ਦੇਸ਼ ਸਾਨੂੰ ਦੇ ਦੇਵੇ ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸੱਚਾਈ ਨਾਲ ਵਰਤਾਂਗੇ। ਉਹਨੇ ਉਹਨਾਂ ਨੂੰ ਰੱਸੇ ਨਾਲ ਬਾਰੀ ਦੇ ਵਿੱਚ ਦੀ ਉਤਾਰ ਦਿੱਤਾ, ਕਿਉਂ ਜੋ ਉਹਦਾ ਘਰ ਧੂੜਕੋਟ ਦੇ ਨਾਲ ਲੱਗਦਾ ਸੀ ਅਤੇ ਉਹ ਉਸੇ ਧੂੜਕੋਟ ਵਿੱਚ ਰਹਿੰਦੀ ਸੀ। ਉਸ ਉਹਨਾਂ ਨੂੰ ਆਖਿਆ, ਪਹਾੜ ਵੱਲ ਚਲੇ ਜਾਓ, ਮਤੇ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ। ਸੋ ਤੁਸੀਂ 3 ਦਿਨ ਤੱਕ ਆਪਣੇ ਆਪ ਨੂੰ ਲੁਕਾ ਛੱਡੋ, ਜਦ ਤੱਕ ਪਿੱਛਾ ਕਰਨ ਵਾਲੇ ਨਾ ਮੁੜਨ। ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਪੈ ਜਾਓ। ਤਾਂ ਉਹਨਾਂ ਮਨੁੱਖਾਂ ਨੇ ਉਹਨੂੰ ਆਖਿਆ, ਇਹ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ। ਵੇਖ, ਜਦ ਅਸੀਂ ਇਸ ਦੇਸ਼ ਵਿੱਚ ਆਵਾਂਗੇ ਤਾਂ ਇਹ ਕਿਰਮਚੀ ਸੂਤ ਦੀ ਡੋਰੀ ਇਸ ਬਾਰੀ ਨਾਲ ਬੰਨੀ ਜਿਹਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ, ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ। ਤਾਂ ਇਉਂ ਹੋਵੇਗਾ, ਜੋ ਕੋਈ ਤੇਰੇ ਘਰ ਦੇ ਬੂਹੇ ਅੱਗੋਂ ਗਲੀ ਵਿੱਚ ਨਿਕਲ ਕੇ ਆ ਜਾਵੇਗਾ ਉਸ ਦਾ ਖੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ੀ ਹੋਵਾਂਗੇ। ਅਤੇ ਜੋ ਕੋਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ। ਜੇਕਰ ਤੂੰ ਸਾਡੀ ਇਹ ਗੱਲ ਦੱਸ ਦੇਵੇਂਗੀ ਤਾਂ ਉਹ ਸਹੁੰ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ। ਉਸ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ। ਸੋ ਉਹਨੇ ਉਹਨਾਂ ਨੂੰ ਤੋੜ ਦਿੱਤਾ ਤਾਂ ਉਹ ਤੁਰ ਗਏ ਅਤੇ ਉਹਨੇ ਕਿਰਮਚੀ ਸੂਤ ਦੀ ਡੋਰੀ ਬਾਰੀ ਨਾਲ ਬੰਨ੍ਹ ਦਿੱਤੀ। ਤਾਂ ਉਹ ਤੁਰ ਕੇ ਪਹਾੜ ਵੱਲ ਗਏ ਅਤੇ ਉੱਥੇ 3 ਦਿਨਾਂ ਤੀਕ ਰਹੇ, ਜਦ ਤੀਕ ਉਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ। ਅਤੇ ਪਿੱਛਾ ਕਰਨ ਵਾਲਿਆਂ ਨੇ ਉਹਨਾਂ ਨੂੰ ਉਸ ਸਾਏ ਰਾਹ ਵਿੱਚ ਪਾਲਿਆ, ਪਰ ਉਹ ਨਾ ਲੱਭੇ। ਤਾਂ ਉਹ ਦੋਵੇਂ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤਰ ਯੋਸ਼ੂਆ ਕੋਲ ਆਏ। ਤਾਂ ਸਾਰੀਆਂ ਗੱਲਾਂ ਜੋ ਉਹਨਾਂ ਨਾਲ ਹੋਈਆਂ ਸਨ ਉਹਨੂੰ ਦੱਸੀਆਂ ਅਤੇ ਉਹਨਾਂ ਨੇ ਯੋਸ਼ੂਆ ਨੂੰ ਆਖਿਆ, ਸੱਚਮੁੱਚ ਯਹੋਵਾ ਨੇ ਇਹ ਸਾਰਾ ਦੇਸ਼ ਸਾਡੇ ਹੱਥ ਵਿੱਚ ਦੇ ਦਿੱਤਾ ਹੈ, ਕਿਉਂ ਜੋ ਇਸ ਦੇਸ਼ ਦੇ ਸਾਰੇ ਵਸਨੀਕ ਸਾਡੇ ਅੱਗੇ ਢਲ ਤੁਰੇ ਹਨ। ਯੋਸ਼ੂਆ ਅਧਿਆਇ 3। ਯੋਸ਼ੂਆ ਤੜਕੇ ਉੱਠਿਆ ਤਾਂ ਉਹ ਸਾਰੇ ਇਸਰਾਏਲੀ ਸ਼ਿਤਮ ਤੋਂ ਕੂਚ ਕਰਕੇ ਯਰਦਨ ਕੋਲ ਆਏ ਅਤੇ ਉਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਟਿਕ ਗਏ। ਤਾਂ ਇਉਂ ਹੋਇਆ ਕਿ 3 ਦਿਨਾਂ ਦੇ ਪਿੱਛੋਂ ਹੁੱਦੇਦਾਰ ਡੇਰੇ ਦੇ ਵਿਚਕਾਰ ਦੀ ਲੰਘੇ। ਉਹਨਾਂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਿਸ ਵੇਲੇ ਤੁਸੀਂ ਲੇਵੀ ਜਾਜਕਾਂ ਨੂੰ ਯਹੋਵਾ ਆਪਣੇ ਪਰਮੇਸ਼ਰ ਦੇ ਨੇਮ ਦਾ ਸੰਦੂਕ ਚੁੱਕੇ ਹੋਇਆ ਵੇਖੋ ਤਾਂ ਤੁਸੀਂ ਆਪਣੇ ਅਸਥਾਨ ਤੋਂ ਕੂਚ ਕਰਕੇ ਉਹਦੇ ਮਗਰ ਮਗਰ ਚੱਲਿਓ। ਪਰ ਤੁਹਾਡੇ ਅਤੇ ਉਹਦੇ ਵਿਚਕਾਰ ਮਿਣਤੀ ਦੇ 2000 ਹੱਥ ਦੀ ਵਿੱਥ ਹੋਵੇ ਅਤੇ ਉਹਦੇ ਨੇੜੇ ਨਾ ਟੁੱਕਿਓ, ਤਾਂ ਜੋ ਤੁਸੀਂ ਉਸ ਰਾਹ ਨੂੰ ਜਿੱਥੋਂ ਦੀ ਤੁਸੀਂ ਤੁਰਨਾ ਹੈ ਜਾਣੋ। ਇਸ ਲਈ ਭਾਈ ਤੁਸੀਂ ਅੱਜ ਤੋਂ ਪਹਿਲਾਂ ਉਹ ਰਾਹ ਥਾਣੀ ਕਦੀ ਨਹੀਂ ਲੰਘੇ। ਯੋਸ਼ੂਆ ਨੇ ਲੋਕਾਂ ਨੂੰ ਆਖਿਆ, ਭਈ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਭਲਕੇ ਯਹੋਵਾ ਤੁਹਾਡੇ ਵਿੱਚ ਅਜੰਭਾ ਵਿਖਾਲੇਗਾ। ਫਿਰ ਯੋਸ਼ੂਆ ਨੇ ਜਾਜਕਾਂ ਨੂੰ ਆਖਿਆ ਕਿ ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ ਅੱਗੇ ਪਾਰ ਲੰਘੋ। ਤਾਂ ਉਹਨਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਅਤੇ ਲੋਕਾਂ ਦੇ ਅੱਗੇ ਅੱਗੇ ਤੁਰੇ। ਤਦ ਯਹੋਵਾ ਨੇ ਯੋਸ਼ੂਆ ਨੂੰ ਆਖਿਆ,
ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦਾ ਆਰੰਭ ਕਰਾਂਗਾ, ਇਸ ਲਈ ਭਈ ਉਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਵੀ ਸੰਗ ਰਹਾਂਗਾ। ਅਤੇ ਤੂੰ ਉਹਨਾਂ ਜਾਜਕਾਂ ਨੂੰ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਦੇ ਭਈ ਜਦ ਤੁਸੀਂ ਯਰਦਨ ਦੇ ਪਾਣੀ ਦੇ ਕੰਢੇ ਉੱਤੇ ਅਪੜੋ ਤਾਂ ਤੁਸਾਂ ਯਰਦਨ ਵਿੱਚ ਖਲੋ ਜਾਣਾ। ਸੋ ਯੋਸ਼ੂਆ ਨੇ ਇਸਰਾਏਲੀਆਂ ਨੂੰ ਆਖਿਆ, ਉਰੇ ਆਓ ਅਤੇ ਯਹੋਵਾ ਆਪਣੇ ਪਰਮੇਸ਼ਰ ਦੀਆਂ ਗੱਲਾਂ ਸੁਣੋ। ਤਾਂ ਯੋਸ਼ੂਆ ਨੇ ਆਖਿਆ ਕਿ ਹੁਣ ਤੁਸੀਂ ਇਸ ਤੋਂ ਜਾਣੋਗੇ ਭਈ ਜਿਉਂਦਾ ਪਰਮੇਸ਼ਰ ਤੁਹਾਡੇ ਵਿਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿਵੀਆਂ, ਫਰਿਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਜ਼ਰੂਰ ਤੱਕ ਦੇਵੇਗਾ। ਵੇਖੋ, ਸਾਰੀ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ। ਹੁਣ ਤੁਸੀਂ 12 ਜਣੇ ਇਸਰਾਏਲ ਦੀਆਂ ਗੋਤਾਂ ਵਿੱਚੋਂ ਇੱਕ ਇੱਕ ਗੋਤ ਪਿੱਛੇ ਇੱਕ ਇੱਕ ਮਨੁੱਖ ਆਪਣੇ ਲਈ ਲਓ। ਅਤੇ ਇਉਂ ਹੋਵੇਗਾ ਕਿ ਜਿਸ ਵੇਲੇ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਜਿਹੜੇ ਯਹੋਵਾ ਸਾਰੀ ਧਰਤੀ ਦੇ ਪ੍ਰਭੂ ਦਾ ਸੰਦੂਕ ਚੁੱਕਦੇ ਹਨ ਯਰਦਨ ਦੇ ਪਾਣੀਆਂ ਵਿੱਚ ਧਰੀਆਂ ਜਾਣ ਤਾਂ ਯਰਦਨ ਦੇ ਪਾਣੀ ਉਹਨਾਂ ਪਾਣੀਆਂ ਤੋਂ ਜਿਹੜੇ ਉੱਤੋਂ ਵਗਦੇ ਹਨ ਵੱਖਰੇ ਵੱਖਰੇ ਹੋ ਜਾਣਗੇ ਅਤੇ ਉਹ ਇੱਕ ਢੇਰ ਹੋ ਕੇ ਖਲੋ ਜਾਣਗੇ। ਤਾਂ ਇਉਂ ਹੋਇਆ ਜਦ ਲੋਕਾਂ ਨੇ ਆਪਣੇ ਤੰਬੂਆਂ ਤੋਂ ਕੂਚ ਕੀਤਾ ਭਈ ਯਰਦਨ ਦੇ ਪਾਰ ਲੰਘਣ, ਤਾਂ ਜਾਜਕਾਂ ਨੇ ਲੋਕਾਂ ਦੇ ਅੱਗੇ ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ। ਅਤੇ ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਅਪੜੇ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ, ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਮੇਂ ਵਿੱਚ ਆਪਣੇ ਸਾਰੇ ਕੰਢਿਆਂ ਉੱਤੇ ਚੜ ਜਾਂਦਾ ਸੀ। ਤਾਂ ਉੱਤੋਂ ਵਗਣ ਵਾਲੇ ਪਾਣੀ ਅਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ। ਅਤੇ ਉਹ ਪਾਣੀ ਜਿਹੜੇ ਆਰਾਬਾ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਉੱਕੇ ਹੀ ਅੱਡ ਹੋ ਗਏ। ਤਾਂ ਲੋਕ ਯਰੀਹੋ ਦੇ ਸਾਹਮਣੇ ਹੀ ਪਾਰ ਲੰਘੇ ਅਤੇ ਉਹ ਜਾਜਕ ਜਿਹੜੇ ਯਹੋਵਾ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਉੱਤੋਂ ਦੀ ਲੰਘ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ। ਯਹੋਸ਼ੂਆ ਅਧਿਆਇ 4। ਤਾਂ ਇਉਂ ਹੋਇਆ ਕਿ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ ਤਾਂ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ ਕਿ ਲੋਕਾਂ ਵਿੱਚੋਂ ਆਪਣੇ ਲਈ 12 ਮਨੁੱਖ ਲੈ ਲਓ, ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ, ਅਤੇ ਉਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀ ਖਲੋਤੇ ਰਹੇ ਸਨ ਆਪਣੇ ਲਈ 12 ਪੱਥਰ ਚੁੱਕ ਲਓ ਅਤੇ ਉਹਨਾਂ ਨੂੰ ਆਪਣੇ ਨਾਲ ਲਿਜਾ ਕੇ ਉਸ ਪੜਾਓ ਵਿੱਚ ਰੱਖੋ ਜਿੱਥੇ ਅੱਜ ਦੀ ਰਾਤ ਵਛੇਰਾ ਕਰਨਾ। ਤਾਂ ਯਹੋਸ਼ੂਆ ਨੇ ਉਹਨਾਂ 12 ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ ਇੱਕ ਮਨੁੱਖ ਹਰ ਇੱਕ ਗੋਤ ਪਿੱਛੇ ਤਿਆਰ ਕੀਤਾ ਸੀ। ਤਾਂ ਯਹੋਸ਼ੂਆ ਨੇ ਉਹਨਾਂ ਨੂੰ ਆਖਿਆ, ਯਹੋਵਾ ਆਪਣੇ ਪਰਮੇਸ਼ਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਇਸਰਾਏਲੀਆਂ ਦੀਆਂ ਗੋਤਾਂ ਦੀ ਗਿਣਤੀ ਅਨੁਸਾਰ ਇੱਕ ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ, ਇਸ ਲਈ ਭਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ। ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਭਈ ਇਹਨਾਂ ਪੱਥਰਾਂ ਦਾ ਕੀ ਮਤਲਬ ਹੈ ਤਾਂ ਤੁਸੀਂ ਉਹਨਾਂ ਨੂੰ ਆਖਣਾ ਕਿ ਯਹੋਵਾ ਦੇ ਨੇਮ ਦੇ ਸੰਦੂਕ ਅੱਗੇ ਯਰਦਨ ਦੇ ਪਾਣੀ ਵੱਖ-ਵੱਖ ਹੋ ਗਏ ਸਨ। ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖ-ਵੱਖ ਹੋ ਗਏ। ਸੋ ਇਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗਿਰੀ ਲਈ ਹੋਣਗੇ। ਉਪਰੰਤ ਜਿਵੇਂ ਯਹੋਸ਼ੂਆ ਨੇ ਹੁਕਮ ਦਿੱਤਾ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾ ਯਹੋਸ਼ੂਆ ਨਾਲ ਬੋਲਿਆ ਸੀ ਉਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ 12 ਪੱਥਰ ਚੁੱਕ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਪੜਾਅ ਵਿੱਚ ਲੈ ਗਏ ਅਤੇ ਉਹਨਾਂ ਨੂੰ ਉੱਥੇ ਰੱਖ ਦਿੱਤਾ। ਤਾਂ ਯਹੋਸ਼ੂਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ 12 ਪੱਥਰ ਖੜੇ ਕੀਤੇ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹਨ, ਕਿਉਂ ਜੋ ਉਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿਚਕਾਰ ਖੜੇ ਰਹੇ ਜਦ ਤੱਕ ਸਭ ਕੁਝ ਪੂਰਾ ਨਾ ਹੋ ਗਿਆ। ਜਿਵੇਂ ਯਹੋਵਾ ਨੇ ਯਹੋਸ਼ੂਆ ਨੂੰ ਲੋਕਾਂ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਹਨਾਂ ਸਾਰੇ ਹੁਕਮ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੂਆ ਨੂੰ ਦਿੱਤੇ ਸਨ ਤਾਂ ਲੋਕਾਂ ਛੇਤੀ ਕੀਤੀ ਅਤੇ ਪਾਰ ਲੰਘ ਗਏ। ਤਾਂ ਇਉਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ। ਫਿਰ ਰੂਬੇਨੀ, ਗਾਦੀ ਅਤੇ ਮਨੁੱਸ਼ਾ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰਧਾਰੀ ਹੋ ਕੇ ਮੂਸਾ ਦੇ ਆਖ ਅਨੁਸਾਰ ਪਾਰ ਲੰਘੇ। ਤਾਂ 40,000 ਯਹੋਵਾ ਦੇ ਸਨਮੁਖ ਯੁੱਧ ਲਈ ਸ਼ਸਤਰਧਾਰੀ ਹੋ ਕੇ ਯਰੀਹੋ ਦੇ ਮੈਦਾਨ ਵਿੱਚ ਲੜਾਈ ਲਈ ਪਾਰ ਲੰਘੇ। ਉਸ ਦਿਨ ਯਹੋਵਾ ਨੇ ਸਾਰੇ ਇਸਰਾਏਲੀਆਂ ਦੀ ਨਿਗਾਹ ਵਿੱਚ ਯਹੋਸ਼ੂਆ ਨੂੰ ਵਡਿਆਈ ਦਿੱਤੀ
ਤਾਂ ਜਿਵੇਂ ਉਹ ਮੂਸਾ ਕੋਲੋਂ ਉਸਦੀ ਸਾਰੀ ਅਵਸਥਾ ਤੀਕ ਡਰਦੇ ਰਹੇ ਸਨ, ਤਿਵੇਂ ਉਸਦੇ ਕੋਲੋਂ ਵੀ ਡਰਦੇ ਸਨ। ਤਾਂ ਯਹੋਵਾ ਨੇ ਯੋਸ਼ੂਆ ਨੂੰ ਆਖਿਆ ਕਿ ਉਹਨਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ, ਹੁਕਮ ਦੇ ਭਈ ਉਹ ਯਰਦਨ ਤੋਂ ਉਤਾਂਹ ਆਉਣ। ਉਪਰੰਤ ਯੋਸ਼ੂਆ ਨੇ ਯਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਉਤਾਂਹ ਆਓ। ਤਾਂ ਇਉਂ ਹੋਇਆ ਕਿ ਜਦ ਉਹ ਜਾਜਕ ਜਿਹੜੇ ਯਹੋਵਾ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ, ਯਰਦਨ ਵਿੱਚੋਂ ਉਤਾਂਹ ਆਏ, ਅਤੇ ਜਦ ਉਹਨਾਂ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ, ਤਾਂ ਯਰਦਨ ਦੇ ਪਾਣੀ ਆਪਣੇ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਗੂ ਆਪਣੇ ਸਾਰਿਆਂ ਕੰਢਿਆਂ ਉੱਤੇ ਚੜ ਗਏ। ਤਾਂ ਲੋਕ ਪਹਿਲੇ ਮਹੀਨੇ ਦੀ 10ਵੀਂ ਤਰੀਕ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ। ਤਾਂ ਯੋਸ਼ੂਆ ਨੇ ਉਹਨਾਂ 12 ਪੱਥਰਾਂ ਨੂੰ, ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ, ਗਿਲਗਾਲ ਵਿੱਚ ਖੜਾ ਕੀਤਾ। ਤਾਂ ਉਸਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣੇ ਪੇਵਾਂ ਕੋਲ ਪੁੱਛਣ ਕਿ ਇਹ ਪੱਥਰ ਕੀ ਹਨ, ਤਾਂ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਇਓ ਕਿ ਇਸਰਾਏਲ ਇਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ, ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਅੱਗੇ ਯਰਦਨ ਦੀਆਂ ਪਾਣੀਆਂ ਨੂੰ ਸੁਕਾ ਦਿੱਤਾ, ਜਦ ਤੱਕ ਤੁਸੀਂ ਪਾਰ ਨਾ ਲੰਘ ਚੁੱਕੇ, ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ, ਜਿਹਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ, ਜਦ ਤੱਕ ਅਸੀਂ ਪਾਰ ਨਾ ਲੰਘੇ। ਇਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ, ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ। ਯੋਸ਼ੂਆ ਅਧਿਆਇ 5। ਤਾਂ ਇਉਂ ਹੋਇਆ ਕਿ ਜਦ ਅਮੋਰੀਆਂ ਨੇ, ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ ਲਹਿੰਦੇ ਪਾਸੇ ਸਨ, ਅਤੇ ਕਨਾਨੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਸਮੁੰਦਰ ਦੇ ਨੇੜੇ ਸਨ, ਸੁਣਿਆ ਕਿ ਯਹੋਵਾ ਨੇ ਇਸਰਾਏਲੀਆਂ ਦੇ ਅੱਗੋਂ ਯਰਦਨ ਦੀਆਂ ਪਾਣੀਆਂ ਨੂੰ ਸੁਕਾ ਦਿੱਤਾ, ਜਦ ਤੱਕ ਉਹ ਪਾਰ ਨਾ ਲੰਘੇ, ਤਾਂ ਉਹਨਾਂ ਦੇ ਮਨ ਪਾਣੀਓ ਪਾਣੀ ਹੋ ਗਏ ਅਤੇ ਉਹਨਾਂ ਵਿੱਚ ਇਸਰਾਏਲੀਆਂ ਦੇ ਡਰ ਦੇ ਕਾਰਨ ਹਿੰਮਤ ਨਾ ਰਹੀ। ਉਸ ਵੇਲੇ ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਤੂੰ ਆਪਣੇ ਲਈ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾ ਅਤੇ ਦੂਜੀ ਵਾਰ ਇਸਰਾਏਲੀਆਂ ਦੀ ਸੁਨਤ ਕਰਾ। ਤਾਂ ਯੋਸ਼ੂਆ ਨੇ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾਈਆਂ ਅਤੇ ਖਲੜੀਆਂ ਦੇ ਟਿੱਬੇ ਕੋਲ ਇਸਰਾਏਲੀਆਂ ਦੀ ਸੁਨਤ ਕਰਾਈ। ਅਤੇ ਯੋਸ਼ੂਆ ਨੇ ਜੋ ਸੁਨਤ ਕਰਾਈ, ਉਸ ਦਾ ਕਾਰਨ ਇਹ ਸੀ ਕਿ ਉਹ ਸਾਰੇ ਲੋਕ ਜਿਹੜੇ ਮਿਸਰ ਤੋਂ ਨਿਕਲੇ ਸਨ, ਅਰਥਾਤ ਉਹ ਨਰ ਜਿਹੜੇ ਸਾਰੇ ਯੋਧੇ ਸਨ, ਉਹ ਸਾਰੇ ਮਿਸਰੋਂ ਨਿਕਲਣ ਦੇ ਰਾਹ ਵਿੱਚ ਉਜਾੜ ਦੇ ਵਿਚਕਾਰ ਮਰ ਗਏ ਸਨ। ਸਾਰੇ ਲੋਕਾਂ ਦੀ ਜਿਹੜੇ ਨਿਕਲੇ ਸਨ ਸੁਨਤ ਹੋ ਚੁੱਕੀ ਸੀ, ਪਰ ਜਿੰਨੇ ਲੋਕ ਮਿਸਰ ਤੋਂ ਨਿਕਲਣ ਤੋਂ ਪਿੱਛੋਂ ਉਜਾੜ ਦੇ ਰਾਹ ਵਿੱਚ ਜੰਮੇ, ਉਹਨਾਂ ਦੀ ਸੁਨਤ ਨਹੀਂ ਹੋਈ ਸੀ, ਕਿਉਂ ਜੋ ਇਸਰਾਏਲੀ 40 ਵਰ੍ਹਿਆਂ ਤੀਕ ਉਜਾੜ ਵਿੱਚ ਫਿਰਦੇ ਰਹੇ, ਜਦ ਤੀਕ ਸਾਰੀ ਕੌਮ ਦੇ ਯੋਧੇ ਜਿਹੜੇ ਮਿਸਰੋਂ ਨਿਕਲੇ ਸਨ ਨਾਸ ਨ ਹੋ ਗਏ। ਇਸ ਲਈ ਭਈ ਉਹਨਾਂ ਨੇ ਯਹੋਵਾ ਦੀ ਆਵਾਜ਼ ਨੂੰ ਨਾ ਸੁਣਿਆ, ਜਿਨ੍ਹਾਂ ਨਾਲ ਯਹੋਵਾ ਨੇ ਸਹੁੰ ਖਾਧੀ ਸੀ ਕਿ ਉਹ ਉਹਨਾਂ ਨੂੰ ਉਹ ਧਰਤੀ ਵਿਖਾਵੇਗਾ ਵੀ ਨਹੀਂ, ਜਿਹਦੀ ਯਹੋਵਾ ਨੇ ਉਹਨਾਂ ਦੇ ਪਿਓ ਦਾਦਿਆਂ ਨਾਲ ਸਾਨੂੰ ਦੇਣ ਦੀ ਸਹੁੰ ਖਾਧੀ ਸੀ, ਅਰਥਾਤ ਇੱਕ ਧਰਤੀ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। ਜਿਹੜੇ ਬਾਲ ਉਹਨਾਂ ਦੇ ਥਾਂ ਉੱਠੇ, ਯੋਸ਼ੂਆ ਨੇ ਉਹਨਾਂ ਦੀ ਸੁਨਤ ਕਰਾਈ, ਕਿਉਂ ਜੋ ਉਹ ਅਸੁਨਤੀ ਸਨ, ਇਸ ਲਈ ਕਿ ਰਾਹ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸੁਨਤ ਨਹੀਂ ਕਰਾਈ ਸੀ। ਅਤੇ ਇਉਂ ਹੋਇਆ ਕਿ ਜਦ ਸਾਰੀ ਕੌਮ ਦੀ ਸੁਨਤ ਕਰ ਚੁੱਕੀ, ਤਾਂ ਜਦ ਤੀਕ ਉਹ ਚੰਗੇ ਨਾ ਹੋਏ, ਉਹ ਆਪੋ ਆਪਣੇ ਥਾਂ ਡੇਰੇ ਵਿੱਚ ਰਹੇ। ਫਿਰ ਯਹੋਵਾ ਨੇ ਯੋਸ਼ੂਆ ਨੂੰ ਆਖਿਆ ਕਿ ਅੱਜ ਦੇ ਦਿਨ ਮੈਂ ਤੁਹਾਡੇ ਉੱਤੋਂ ਮਿਸਰ ਦੀ ਦੂਸ਼ਣਾ ਰੇੜ ਦਿੱਤੀ ਹੈ, ਤਾਂ ਹੀ ਉਹ ਥਾਂ ਅੱਜ ਦੇ ਦਿਨ ਤੱਕ ਗਿਲਗਾਲ ਅਖਵਾਉਂਦਾ ਹੈ। ਫਿਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ ਅਤੇ ਉਹਨਾਂ ਨੇ ਯਰੀਹੋ ਦੇ ਮੈਦਾਨ ਵਿੱਚ ਉਸ ਮਹੀਨੇ ਦੀ 14ਵੀਂ ਤਰੀਕ ਨੂੰ ਸ਼ਾਮਾਂ ਦੇ ਵੇਲੇ ਪਸਾਹ ਦਾ ਪਰਬ ਮਨਾਇਆ। ਅਤੇ ਪਸਾਹ ਦੇ ਇੱਕ ਦਿਨ ਪਿੱਛੋਂ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਣੇ ਅਤੇ ਪਤਲੀ ਰੋਟੀ ਉਸ ਦਿਨ ਖਾਧੀ। ਅਤੇ ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ, ਤਾਂ ਅਗਲੇ ਦਿਨ ਮਨ ਬੰਦ ਹੋ ਗਿਆ। ਫਿਰ ਇਸਰਾਏਲੀਆਂ ਨੂੰ ਮਨ ਕਦੀ ਨਾ ਮਿਲਿਆ, ਪਰ ਉਹਨਾਂ ਉਸ ਵਰੇ ਕਨਾਨ ਦੇਸ਼ ਦੀ ਉਤਪਤ ਤੋਂ ਖਾਧਾ। ਅਤੇ ਇਉਂ ਹੋਇਆ ਕਿ ਜਦ ਯੋਸ਼ੂਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਂਹ ਚੁੱਕ ਕੇ ਡਿੱਠਾ, ਤਾਂ ਵੇਖੋ ਇੱਕ ਮਨੁੱਖ ਹੱਥ ਵਿੱਚ ਖੰਡਾ ਸੂਤੀ ਉਹਦੇ ਸਾਹਮਣੇ ਖੜਾ ਸੀ। ਤਾਂ ਯੋਸ਼ੂਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਤੂੰ ਸਾਡੇ ਵੱਲ ਹੈ ਜਾਂ ਸਾਡੇ ਵੈਰੀਆਂ ਵੱਲ? ਉਸ ਆਖਿਆ, ਨਹੀਂ, ਸਗੋਂ ਮੈਂ ਤਾਂ ਇਸ ਵੇਲੇ ਯਹੋਵਾ ਦਾ ਸੈਨਾਪਤੀ ਬਣ ਕੇ ਆਇਆ ਹਾਂ। ਤਾਂ ਯੋਸ਼ੂਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਔਰ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? ਯਹੋਵਾ ਦੇ ਸੈਨਾਪਤੀ ਨੇ ਯੋਸ਼ੂਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਜੁੱਤੀ ਲਾ, ਕਿਉਂ ਜੋ ਜਿੱਥੇ ਤੂੰ ਖੜਾ ਹੈ ਉਹ ਥਾਂ ਪਵਿੱਤਰ ਹੈ। ਤਾਂ ਯੋਸ਼ੂਆ ਨੇ ਉਵੇਂ ਹੀ ਕੀਤਾ। ਯੋਸ਼ੂਆ ਅਧਿਆਇ 6।
ਯਰੀਹੋ ਇਸਰਾਏਲੀਆਂ ਦੇ ਕਾਰਨ ਵੱਡੀ ਪਕਾਈ ਨਾਲ ਬੰਦ ਕੀਤਾ ਹੋਇਆ ਸੀ। ਨਾ ਤਾਂ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ। ਤਾਂ ਯਹੋਵਾ ਨੇ ਯੋਸ਼ੂਆ ਨੂੰ ਆਖਿਆ ਕਿ ਵੇਖ, ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਦੇ ਦਿੱਤਾ ਹੈ। ਸੋ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵੇਰ ਸ਼ਹਿਰ ਦੇ ਆਲੇ ਦੁਆਲੇ ਫਿਰੋ ਅਤੇ 6 ਦਿਨਾਂ ਤੱਕ ਤੁਸੀਂ ਇਵੇਂ ਕਰਨਾ। ਸਭ ਜਾਜਕ ਸੰਦੂਕ ਦੇ ਅੱਗੇ ਮੈਡੇ ਦੇ ਸਿੰਘਾਂ ਦੀਆਂ 7 ਤੁਰੀਆਂ ਲੈ ਜਾਣ ਅਤੇ ਤੁਸੀਂ 7ਵੇਂ ਦਿਨ 7 ਵਾਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੁਰੀਆਂ ਵਜਾਉਣ। ਤਾਂ ਇਹ ਹੋਵੇਗਾ ਕਿ ਜਦ ਉਹ ਚਿਰ ਤੀਕ ਮੇੜੇ ਦੇ ਸਿੰਘਾਂ ਦੀਆਂ ਤੁਰੀਆਂ ਵਜਾਉਣ ਅਤੇ ਜਦ ਤੁਸੀਂ ਤੁਰ ਦੀ ਆਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰਾ ਗਜਾਉਣ, ਤਾਂ ਸ਼ਹਿਰ ਦਾ ਧੂੜਕੋਟ ਮੁੱਢ ਤੀਕ ਢਹਿ ਪਵੇਗਾ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹ ਜਾਵੇਗਾ। ਤਾਂ ਨੂਨ ਦੇ ਪੁੱਤਰ ਯੋਸ਼ੂਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਆਖਿਆ, ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ 7 ਜਾਜਕ ਮੇੜੇ ਦੀਆਂ ਸਿੰਘਾਂ ਦੀਆਂ 7 ਤੁਰੀਆਂ ਯਹੋਵਾ ਦੇ ਸੰਦੂਕ ਦੇ ਅੱਗੇ ਚੁੱਕ ਲੈਣ। ਫਿਰ ਉਸਨੇ ਉਹਨਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਔਰ ਸ਼ਸਤਰਧਾਰੀ ਯਹੋਵਾ ਦੇ ਸੰਦੂਕ ਦੇ ਅੱਗੇ ਲੰਘਣ। ਅਤੇ ਇਉਂ ਹੋਇਆ ਕਿ ਜਦ ਯੋਸ਼ੂਆ ਨੇ ਲੋਕਾਂ ਨੂੰ ਆਖਿਆ ਤਾਂ 7 ਜਾਜਕ ਮੇੜੇ ਦੀਆਂ ਸਿੰਘਾਂ ਦੀਆਂ 7 ਤੁਰੀਆਂ ਲੈ ਕੇ ਯਹੋਵਾ ਦੇ ਅੱਗੇ ਦੀ ਲੰਘੇ ਅਤੇ ਉਹਨਾਂ ਨੇ ਤੁਰੀਆਂ ਵਜਾਈਆਂ। ਯਹੋਵਾ ਦੇ ਨਾਮ ਦਾ ਸੰਦੂਕ ਉਹਨਾਂ ਦੇ ਮਗਰ ਆਉਂਦਾ ਸੀ ਅਤੇ ਸ਼ਸਤਰਧਾਰੀ ਜਾਜਕਾਂ ਦੇ ਜਿਹੜੇ ਤੁਰੀਆਂ ਵਜਾਉਂਦੇ ਸਨ ਅੱਗੇ ਅੱਗੇ ਤੁਰੇ ਜਾਂਦੇ ਸਨ ਅਤੇ ਪਿਛਲੇ ਸੰਦੂਕ ਦੇ ਮਗਰ ਮਗਰ ਤੁਰੇ ਆਉਂਦੇ ਸਨ। ਜਦੋਂ ਜਾਂਦੇ ਜਾਂਦੇ ਤੁਰੀਆਂ ਵਜਾਉਂਦੇ ਸਨ ਤਾਂ ਯੋਸ਼ੂਆ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜੈਕਾਰਾ ਨਾ ਗਜਾਉਣਾ ਅਤੇ ਨਾ ਹੀ ਤੁਹਾਡੀ ਆਵਾਜ਼ ਸੁਣਾਈ ਦੇਵੇ ਅਤੇ ਤੁਹਾਡੇ ਮੂੰਹੋਂ ਕੋਈ ਗੱਲ ਨਾ ਨਿਕਲੇ ਜਿਸ ਦਿਨ ਤੀਕ ਕਿ ਮੈਂ ਤੁਹਾਨੂੰ ਜੈਕਾਰਾ ਗਜਾਉਣ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ। ਉਪਰੰਤ ਯਹੋਵਾ ਦਾ ਸੰਦੂਕ ਸ਼ਹਿਰ ਦੇ ਦੁਆਲੇ ਇੱਕ ਵੇਰ ਭੌਂ ਆਇਆ ਤਾਂ ਉਹ ਡੇਰੇ ਵਿੱਚ ਮੁੜ ਆਏ ਅਤੇ ਡੇਰੇ ਵਿੱਚ ਰਾਤ ਰਹੇ। ਤਾਂ ਯੋਸ਼ੂਆ ਤੜਕੇ ਉੱਠਿਆ ਅਤੇ ਜਾਜਕਾਂ ਨੇ ਯਹੋਵਾ ਦਾ ਸੰਦੂਕ ਚੁੱਕ ਲਿਆ ਅਤੇ 7 ਜਾਜਕ ਮੇੜੇ ਦੇ ਸਿੰਘਾਂ ਦੀਆਂ 7 ਤੁਰੀਆਂ ਲਈ ਯਹੋਵਾ ਦੇ ਸੰਦੂਕ ਦੇ ਅੱਗੇ ਅੱਗੇ ਤੁਰੇ ਜਾਂਦੇ ਸਨ ਅਤੇ ਤੁਰੀਆਂ ਵਜਾਉਂਦੇ ਸਨ ਅਤੇ ਸ਼ਸਤਰਧਾਰੀ ਉਹਨਾਂ ਦੇ ਅੱਗੇ ਤੁਰੇ ਜਾਂਦੇ ਸਨ ਅਤੇ ਉਹ ਤੁਰੀਆਂ ਵਜਾਉਂਦੇ ਜਾਂਦੇ ਸਨ। ਉਹ ਦੂਜੇ ਦਿਨ ਫਿਰ ਇੱਕ ਵਾਰੀ ਸ਼ਹਿਰ ਦੇ ਦੁਆਲੇ ਫਿਰੇ ਅਤੇ ਡੇਰੇ ਵਿੱਚ ਮੁੜ ਆਏ। ਇਉਂ ਉਹਨਾਂ ਨੇ 6 ਦਿਨ ਤੱਕ ਕੀਤਾ ਅਤੇ ਇਉਂ ਹੋਇਆ ਕਿ 7ਵੇਂ ਦਿਨ ਉਹ ਤੜਕੇ ਹੀ ਦਿਨ ਚੜ੍ਹਨ ਦੇ ਵੇਲੇ ਉੱਠੇ ਅਤੇ ਉਵੇਂ ਹੀ ਸ਼ਹਿਰ ਦੇ ਦੁਆਲੇ 7 ਵੇਰ ਫਿਰੇ। ਨਿਰਾ ਉਸੇ ਦਿਨ ਉਹ ਸ਼ਹਿਰ ਦੇ ਦੁਆਲੇ 7 ਵੇਰ ਫਿਰੇ। ਤਾਂ 7ਵੀਂ ਵਾਰ ਇਉਂ ਹੋਇਆ ਕਿ ਜਦ ਜਾਜਕਾਂ ਨੇ ਤੁਰੀਆਂ ਵਜਾਈਆਂ ਤਾਂ ਯੋਸ਼ੂਆ ਨੇ ਲੋਕਾਂ ਨੂੰ ਆਖਿਆ, ਜੈਕਾਰਾ ਗਜਾਓ, ਕਿਉਂ ਜੋ ਯਹੋਵਾ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ। ਇਹ ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ ਯਹੋਵਾ ਲਈ ਅਰਪਣ ਕੀਤਾ ਜਾਵੇਗਾ, ਪਰ ਨਿਰੀ ਰਾਹਾਬ ਵੇਸਬਾ ਅਤੇ ਜੋ ਕੋਈ ਉਸਦੇ ਘਰ ਵਿੱਚ ਹਨ ਜਿਉਂਦੇ ਰਹਿਣਗੇ, ਕਿਉਂ ਜੋ ਉਸ ਉਹਨਾਂ ਹਲਕਾਰਿਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਘੱਲਿਆ ਸੀ। ਪਰ ਤੁਸੀਂ ਵੱਡੇ ਯਤਨ ਨਾਲ ਆਪਣੇ ਆਪ ਨੂੰ ਮਨਸੀਆਂ ਹੋਇਆ ਚੀਜ਼ਾਂ ਤੋਂ ਬਚਾਈ ਰੱਖਿਓ, ਮਤੇ ਤੁਸੀਂ ਅਰਪਣ ਕੀਤੇ ਵਿੱਚੋਂ ਲੈ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ। ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹ ਦੇ ਸਾਰੇ ਭਾਂਡੇ ਯਹੋਵਾ ਲਈ ਪਵਿੱਤਰ ਹਨ, ਸੋ ਉਹ ਯਹੋਵਾ ਦੇ ਖਜ਼ਾਨੇ ਵਿੱਚ ਪਾਏ ਜਾਣਗੇ। ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰੀਆਂ ਵਜਾਈਆਂ। ਤਾਂ ਇਉਂ ਹੋਇਆ ਕਿ ਜਦ ਲੋਕਾਂ ਨੇ ਤੁਰੀਆਂ ਦੀ ਆਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਧੂੜਕੋਟ ਮੁੱਢ ਤੀਕ ਢਹਿ ਗਿਆ, ਇੱਥੋਂ ਤੀਕ ਕਿ ਲੋਕਾਂ ਵਿੱਚੋਂ ਹਰ ਇੱਕ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ। ਸੋ ਸ਼ਹਿਰ ਨੂੰ ਲੈ ਲਿਆ ਅਤੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ, ਕੀ ਮਨੁੱਖ, ਕੀ ਤੀਵੀਂ, ਕੀ ਜਵਾਨ, ਕੀ ਬੁੱਢਾ, ਕੀ ਬਲਦ, ਕੀ ਭੇਡ, ਕੀ ਖੋਤਾ, ਤੇਗ ਦੀ ਧਾਰ ਨਾਲ ਅਰਪਣ ਕਰ ਲਿਆ। ਪਰ ਯੋਸ਼ੂਆ ਨੇ ਉਹਨਾਂ 2 ਮਨੁੱਖਾਂ ਨੂੰ ਜਿਹੜੇ ਉਸ ਦੇਸ਼ ਦਾ ਖੋਜ ਕੱਢਣ ਗਏ ਸਨ ਆਖਿਆ ਕਿ ਉਸ ਬੇਸਵਾ ਦੇ ਘਰ ਜਾਓ ਅਤੇ ਉਸ ਤੀਵੀਂ ਨੂੰ ਔਰ ਜੋ ਕੁਝ ਉਸਦਾ ਹੈ ਬਾਹਰ ਲਿਆਓ, ਜਿਵੇਂ ਤੁਸਾਂ ਉਸ ਨਾਲ ਸਹੁੰ ਖਾਧੀ ਸੀ। ਤਾਂ ਉਹ ਜਵਾਨ ਖੋਜੀ ਅੰਦਰ ਗਏ ਅਤੇ ਰਾਹਾਬ ਨੂੰ, ਉਸਦੇ ਪਿਤਾ, ਮਾਤਾ ਅਤੇ ਭਰਾਵਾਂ ਨੂੰ ਅਤੇ ਉਸਦੇ ਨਿਕਟ ਸੁੱਕੜ ਨੂੰ ਬਾਹਰ ਲਿਆਏ, ਨਾਲੇ ਉਸਦਾ ਸਾਰਾ ਟੱਬਰ ਵੀ ਬਾਹਰ ਲਿਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ। ਫਿਰ ਉਹਨਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ, ਪਰ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾ ਦੇ ਘਰ ਦੇ ਖਜ਼ਾਨੇ ਵਿੱਚ ਰੱਖ ਦਿੱਤੇ। ਤਾਂ ਯੋਸ਼ੂਆ ਨੇ ਰਾਹਾਬ ਵੇਸਵਾ ਦੀ ਅਤੇ ਉਸਦੇ ਪਿਓ ਦੇ ਟੱਬਰ ਦੀ ਉਹਨਾਂ ਸਭਨਾਂ ਸਣੇ ਜਿਹੜੇ ਉਸਦੇ ਸਨ ਜਾਨ ਬਚਾ ਦਿੱਤੀ ਅਤੇ ਉਸਦੀ ਵਸੋਂ ਅੱਜ ਤੀਕ ਇਸਰਾਏਲ ਦੇ ਵਿੱਚ ਹੈ।
ਇਸ ਲਈ ਕਿ ਜਿਨ੍ਹਾਂ ਹਲਕਾਰਿਆਂ ਨੂੰ ਯੋਸ਼ੂਆ ਨੇ ਯਰੀਹੋ ਦੀ ਖੋਜ ਕੱਢਣ ਲਈ ਘੱਲਿਆ ਸੀ ਉਸਨੇ ਲੁਕਾਇਆ ਸੀ, ਤਾਂ ਯੋਸ਼ੂਆ ਨੇ ਉਸ ਵੇਲੇ ਸਹੁੰ ਖਾਧੀ ਸੀ ਭਈ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫੇਰ ਬਣਾਵੇ ਉਹ ਯਹੋਵਾ ਦੇ ਅੱਗੇ ਸਰਾਪੀ ਹੋਵੇ। ਉਹ ਆਪਣੇ ਪਲੌਠੇ ਉੱਤੇ ਉਹਦੀ ਨੌ ਰੱਖੇਗਾ ਅਤੇ ਆਪਣੇ ਛੋਟੇ ਪੁੱਤਰ ਉੱਤੇ ਉਹਦਾ ਬੂਹਾ ਲਾਵੇਗਾ। ਪਰ ਯਹੋਵਾ ਯੋਸ਼ੂਆ ਦੇ ਅੰਗ ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ਼ ਵਿੱਚ ਪੈ ਗਈ। ਯੋਸ਼ੂਆ ਅਧਿਆਇ 7। ਪਰ ਇਸਰਾਏਲੀਆਂ ਨੇ ਮਨਸੀ ਹੋਈ ਚੀਜ਼ ਵਿਖੇ ਅਪਰਾਧ ਕੀਤਾ, ਕਿਉਂ ਜੋ ਜ਼ਰਾ ਦੇ ਪੜਪੋਤੇ ਜ਼ਬਦੀ ਦੇ ਪੋਤੇ ਅਤੇ ਕਰਮੀ ਦੇ ਪੁੱਤਰ ਅਕਾਨ ਨੇ, ਜਿਹੜਾ ਯਹੂਦਾ ਦੇ ਗੋਤ ਦਾ ਸੀ, ਉਸ ਮਨਸੀ ਹੋਈ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਾਇਆ। ਤਾਂ ਯੋਸ਼ੂਆ ਨੇ ਯਰੀਹੋ ਤੋਂ ਆਈ ਨੂੰ, ਜਿਹੜਾ ਬੈਤਾਵਨ ਦੇ ਕੋਲ ਬੈਤੇਲ ਦੇ ਚੜ੍ਹਦੀ ਵੱਲ ਹੈ, ਮਨੁੱਖ ਕਰ ਲਏ ਅਤੇ ਉਹਨਾਂ ਨੂੰ ਆਖਿਆ ਉਹ ਤਾਂ ਜਾ ਕੇ ਉਸ ਦੇਸ਼ ਦਾ ਖੋਜ ਕੱਢ ਲਿਆਓ। ਤਾਂ ਉਹਨਾਂ ਨੇ ਯੋਸ਼ੂਆ ਕੋਲ ਮੁੜ ਆਣ ਕੇ ਉਹਨੂੰ ਆਖਿਆ, ਸਾਰੇ ਲੋਕ ਉਤਾਹ ਨਾ ਜਾਣ, ਪਰ ਕੇਵਲ 2-3 ਹਜ਼ਾਰ ਮਨੁੱਖ ਉਤਾਹ ਜਾ ਕੇ ਆਈ ਨੂੰ ਮਾਰ ਲੈਣ। ਸਾਰਿਆਂ ਲੋਕਾਂ ਨੂੰ ਕੱਲਣ ਦੀ ਖੇਚਲ ਨਾ ਕਰੋ, ਕਿਉਂ ਜੋ ਉਹ ਥੋੜੇ ਜਿਹੇ ਹਨ। ਸੋ ਲੋਕਾਂ ਵਿੱਚੋਂ 3,000 ਉਧਰ ਉਤਾਹ ਗਏ ਅਤੇ ਆਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ ਅਤੇ ਆਈ ਵਾਲਿਆਂ ਨੇ ਉਹਨਾਂ ਵਿੱਚੋਂ 36 ਕੇ ਮਨੁੱਖ ਮਾਰ ਮੁਕਾਏ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ ਤੀਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ। ਤਾਂ ਲੋਕਾਂ ਦੇ ਮਨ ਟਲ ਗਏ ਅਤੇ ਪਾਣੀਓ ਪਾਣੀ ਹੋ ਗਏ। ਤਾਂ ਯੋਸ਼ੂਆ ਨੇ ਕੱਪੜੇ ਪਾੜੇ ਅਤੇ ਯਹੋਵਾ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੀਕ ਮੂੰਹ ਪਰਨੇ ਧਰਤੀ ਉੱਤੇ ਪਿਆਰਿਆ। ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ, ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ। ਅਤੇ ਯੋਸ਼ੂਆ ਨੇ ਆਖਿਆ, ਹਾਏ ਪ੍ਰਭੂ ਯਹੋਵਾ, ਕੀ ਤੂੰ ਇਹਨਾਂ ਲੋਕਾਂ ਨੂੰ ਇਸ ਕਾਰਨ ਯਰਦਨ ਤੋਂ ਪਾਰ ਲਿਆਇਆ ਹੈ ਕਿ ਅਮੋਰੀਆਂ ਦੇ ਹੱਥ ਵਿੱਚ ਸਾਨੂੰ ਦੇ ਸਾਡਾ ਸਤਿਆਨਾਸ਼ ਕਰਾਏ? ਚੰਗਾ ਹੀ ਹੁੰਦਾ ਜੇ ਅਸੀਂ ਸੰਤੋਖ ਕਰਦੇ ਅਤੇ ਯਰਦਨ ਦੇ ਉਸ ਪਾਸੇ ਹੀ ਵਸਦੇ ਰਹਿੰਦੇ। ਹੇ ਪ੍ਰਭੂ, ਮੈਂ ਹੁਣ ਕੀ ਆਖਾਂ ਜਦ ਇਸਰਾਏਲ ਨੇ ਵੈਰੀਆਂ ਦੇ ਅੱਗੇ ਪਿੱਠ ਪਵਾ ਲਈ ਹੈ। ਕਨਾਨੀ ਅਤੇ ਸਾਰੇ ਇਸ ਦੇਸ਼ ਦੇ ਵਸਨੀਕ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਉਹ ਸਾਡਾ ਨਾਮ ਧਰਤੀ ਉੱਤੇ ਮਿਟਾ ਦੇਣਗੇ। ਤਾਂ ਤੂੰ ਆਪਣੇ ਵੱਡੇ ਨਾਮ ਲਈ ਕੀ ਕਰੇਂਗਾ? ਤਾਂ ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਤੂੰ ਉੱਠ ਖਲੋ, ਕਿਉਂ ਮੂੰਹ ਪਰਨੇ ਪਿਆ ਹੈ? ਇਸਰਾਏਲ ਨੇ ਪਾਪ ਕੀਤਾ ਹੈ। ਹਾਂ, ਉਹਨਾਂ ਨੇ ਮੇਰੇ ਨਾਮ ਦਾ, ਜਿਹਦਾ ਉਹਨਾਂ ਨੂੰ ਹੁਕਮ ਦਿੱਤਾ ਸੀ, ਉਲੰਘਣ ਕੀਤਾ ਹੈ। ਹਾਂ, ਉਹਨਾਂ ਨੇ ਮਨਸੀਆਂ ਹੋਈਆਂ ਚੀਜ਼ਾਂ ਵਿੱਚੋਂ ਕੁਝ ਲੈ ਲਈਆਂ ਹਨ ਅਤੇ ਚੁਰਾ ਲਈਆਂ ਹਨ ਅਤੇ ਧੋਖਾ ਵੀ ਕੀਤਾ ਹੈ ਅਤੇ ਆਪਣੇ ਨਿਕ ਸੁੱਕ ਵਿੱਚ ਰਲਾ ਲਈਆਂ ਹਨ। ਇਸੇ ਲਈ ਇਸਰਾਏਲੀ ਆਪਣੇ ਵੈਰੀਆਂ ਦੇ ਅੱਗੇ ਖਲੋ ਨਾ ਸਕੇ, ਸਗੋਂ ਵੈਰੀਆਂ ਦੇ ਅੱਗੋਂ ਪਿੱਠ ਪੁਆਈ, ਕਿਉਂ ਜੋ ਉਹ ਸਰਾਪੇ ਗਏ ਸਨ। ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੱਕ ਤੁਸੀਂ ਉਸ ਮਨਸੀ ਚੀਜ਼ ਨੂੰ ਆਪਣੇ ਵਿੱਚੋਂ ਨਾਸ਼ ਨਾ ਕਰ ਸੁੱਟੋ। ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਭਲਕੇ ਲਈ ਪਵਿੱਤਰ ਕਰੋ, ਕਿਉਂ ਜੋ ਯਹੋਵਾ ਇਸਰਾਏਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਇਸਰਾਏਲ ਤੁਹਾਡੇ ਵਿੱਚ ਮਨਸੀ ਹੋਈ ਚੀਜ਼ ਹੈ। ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਖਲੋ ਨਾ ਸਕੋਗੇ ਜਦ ਤੱਕ ਤੁਸੀਂ ਉਸ ਮਨਸੀ ਹੋਈ ਚੀਜ਼ ਨੂੰ ਆਪਣੇ ਵਿੱਚੋਂ ਕੱਢ ਨਾ ਦਿਓ। ਸੋ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਦੇ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਇਉਂ ਹੋਵੇਗਾ ਕਿ ਉਹ ਗੋਤ ਜਿਹਨੂੰ ਯਹੋਵਾ ਫੜੇਗਾ ਆਪਣੀਆਂ ਮੂੰਹਾਂ ਅਨੁਸਾਰ ਨੇੜੇ ਆਵੇ, ਅਤੇ ਜਿਸ ਮੂੰਹ ਨੂੰ ਯਹੋਵਾ ਫੜੇਗਾ ਉਹ ਆਪਣੇ ਘਰਾਣੇ ਅਨੁਸਾਰ ਨੇੜੇ ਆਵੇ, ਅਤੇ ਜਿਸ ਘਰਾਣੇ ਨੂੰ ਯਹੋਵਾ ਫੜੇਗਾ ਉਹ ਮਨੁੱਖ ਕਰਕੇ ਨੇੜੇ ਆਵੇ। ਅਤੇ ਇਉਂ ਹੋਵੇਗਾ ਕਿ ਜੋ ਮਨਸੀ ਹੋਈ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਰਬੰਸ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ, ਕਿਉਂ ਜੋ ਉਸਨੇ ਯਹੋਵਾ ਦੇ ਨਿਯਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਹੈ। ਤਾਂ ਯੋਸ਼ੂਆ ਸਵੇਰ ਦੇ ਵੇਲੇ ਉੱਠਿਆ ਤਾਂ ਇਸਰਾਏਲ ਨੂੰ ਗੋਤਾਂ ਅਨੁਸਾਰ ਨੇੜੇ ਲਿਆਇਆ। ਤਾਂ ਯਹੂਦਾ ਦਾ ਗੋਤ ਫੜਿਆ ਗਿਆ ਅਤੇ ਯਹੂਦਾ ਦੀਆਂ ਮੂੰਹਾਂ ਨੂੰ ਨੇੜੇ ਆਂਦਾ ਤਾਂ ਜਰਾਹੀਆਂ ਦੀ ਮੂਹੀ ਫੜੀ ਗਈ। ਜਰਾਹੀ ਦੀ ਮਨੂਹੀ ਦੇ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ। ਤਾਂ ਉਸਦੇ ਘਰਾਣੇ ਦਾ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਯਹੂਦਾ ਦੇ ਗੋਤ ਦਾ ਜਰਾ ਦਾ ਪਰਪੋਤਾ ਜ਼ਬਦੀ ਦਾ ਪੋਤਾ ਅਤੇ ਕਰਮੀ ਦਾ ਪੁੱਤਰ ਅਕਾਨ ਫੜਿਆ ਗਿਆ। ਤਾਂ ਯੋਸ਼ੂਆ ਨੇ ਅਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾ ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ, ਅਤੇ ਤੂੰ ਹੁਣ ਮੈਨੂੰ ਦੱਸ ਭਈ ਤੈਂ ਕੀ ਕੀਤਾ ਹੈ ਅਤੇ ਮੈਥੋਂ ਲੁਕਾ ਨਾ। ਤਾਂ ਅਕਾਨ ਨੇ ਯੋਸ਼ੂਆ ਨੂੰ ਉੱਤਰ ਦਿੱਤਾ ਕਿ ਮੈਂ ਸੱਚਮੁੱਚ ਯਹੋਵਾ ਇਸਰਾਏਲ ਦੇ ਪਰਮੇਸ਼ਰ ਦਾ ਪਾਪ ਕੀਤਾ ਹੈ ਅਤੇ ਮੈਂ ਇਉਂ ਕੀਤਾ ਹੈ। ਮੈਂ ਲੁੱਟ ਵਿੱਚ ਇੱਕ ਸ਼ਿਨਾਰ ਦੇਸ਼ ਦਾ ਸੋਨਾ ਚੋਗਾ ਡਿੱਠਾ ਅਤੇ 200 ਰੁਪਏ ਚਾਂਦੀ ਅਤੇ 50 ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ। ਤਾਂ ਮੈਨੂੰ ਲੋਭ ਆ ਗਿਆ ਅਤੇ ਮੈਂ ਉਹਨੂੰ ਚੁੱਕ ਲਿਆ, ਅਤੇ ਵੇਖੋ ਉਹ ਤੰਬੂ ਦੇ ਵਿਚਕਾਰ ਧਰਤੀ ਵਿੱਚ ਦੱਬੇ ਹੋਏ ਹਨ
ਅਤੇ ਚਾਂਦੀ ਉਸ ਦੇ ਹੇਠ ਹੈ। ਤਾਂ ਯੋਸ਼ੂਆ ਨੇ ਹਲਕਾਰੇ ਕਰ ਲਏ। ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ, ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਹਦੇ ਹੇਠ ਸੀ। ਉਹ ਉਹਨਾਂ ਨੂੰ ਤੰਬੂ ਵਿੱਚੋਂ ਕੱਢ ਕੇ ਯੋਸ਼ੂਆ ਅਤੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਲੈ ਆਏ ਅਤੇ ਉਹਨਾਂ ਨੂੰ ਯਹੋਵਾ ਦੇ ਸਨਮੁਖ ਰੱਖ ਦਿੱਤਾ। ਤਾਂ ਯੋਸ਼ੂਆ ਨੇ ਸਾਰੇ ਇਸਰਾਏਲ ਸਣੇ ਜ਼ਰਾ ਦੇ ਪੁੱਤਰ ਆਕਾਨ ਨੂੰ ਅਤੇ ਚਾਂਦੀ, ਚੋਗਾ ਅਤੇ ਸੋਨੇ ਦੀ ਇੱਟ ਨੂੰ ਅਤੇ ਉਹਦੇ ਪੁੱਤਰਾਂ ਧੀਆਂ, ਉਹਦੇ ਬਲਦ, ਖੋਤੇ, ਉਹਦੀਆਂ ਭੇਡਾਂ, ਉਹਦਾ ਤੰਬੂ ਅਤੇ ਉਹਦਾ ਸਾਰਾ ਮਾਲ ਲੈ ਲਿਆ ਅਤੇ ਅਕੋਰ ਦੀ ਖੱਡ ਵਿੱਚ ਉਤਾਹਾਂ ਲੈ ਆਏ। ਤਾਂ ਯੋਸ਼ੂਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ? ਯਹੋਵਾ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ। ਤਾਂ ਸਾਰੇ ਇਸਰਾਏਲੀਆਂ ਨੇ ਉਹਨੂੰ ਪਥਰਾਓ ਕੀਤਾ ਅਤੇ ਪਥਰਾਓ ਦੇ ਪਿੱਛੋਂ ਉਹਨੂੰ ਅੱਗ ਵਿੱਚ ਸਾੜ ਸੁੱਟਿਆ ਅਤੇ ਉਹਨਾਂ ਨੇ ਉਹਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ, ਜਿਹੜਾ ਅੱਜ ਦੇ ਦਿਨ ਤੀਕ ਹੈ। ਤਾਂ ਯਹੋਵਾ ਨੇ ਆਪਣੇ ਕ੍ਰੋਧ ਦੀ ਗਰਮੀ ਨੂੰ ਉਹਨਾਂ ਉੱਤੋਂ ਫੇਰਿਆ। ਇਸ ਲਈ ਉਸ ਥਾਂ ਦਾ ਨਾਮ ਅੱਜ ਤੀਕ ਅਕੋਰ ਦੀ ਖੱਡ ਹੈ। ਯਹੋਸ਼ੂਆ ਅਧਿਆਇ 8। ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਨਾ ਡਰ ਅਤੇ ਨਾ ਘਾਬਰ। ਸਾਰੇ ਯੋਧਿਆਂ ਨੂੰ ਆਪਣੇ ਨਾਲ ਲੈ ਅਤੇ ਉੱਠ ਕੇ ਅਈ ਉੱਤੇ ਚੜ੍ਹਾਈ ਕਰ। ਵੇਖ, ਮੈਂ ਅਈ ਦੇ ਰਾਜੇ ਨੂੰ, ਉਹਦੇ ਲੋਕਾਂ ਨੂੰ, ਉਹਦੇ ਸ਼ਹਿਰ ਨੂੰ ਅਤੇ ਉਹਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਅਈ ਨਾਲ ਅਤੇ ਉਹਦੇ ਰਾਜੇ ਨਾਲ ਉਹੀ ਕਰੀ ਜੋ ਤੂੰ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ। ਨਿਰੀ ਉਥੋਂ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਿਓ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ। ਤਾਂ ਯੋਸ਼ੂਆ ਅਤੇ ਸਾਰੇ ਯੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਉੱਠੇ। ਯੋਸ਼ੂਆ ਨੇ 30,000 ਸੂਰਬੀਰ ਚੁਣ ਲਏ ਅਤੇ ਰਾਤ ਨੂੰ ਉਹਨਾਂ ਨੂੰ ਕੱਲਿਆ ਅਤੇ ਉਹਨਾਂ ਨੂੰ ਹੁਕਮ ਦਿੱਤਾ, ਵੇਖੋ, ਤੁਸੀਂ ਸ਼ਹਿਰ ਦੀ ਘਾਤ ਵਿੱਚ ਸ਼ਹਿਰ ਦੇ ਪਿੱਛੇ ਬੈਠ ਜਾਣਾ, ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ। ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਇਉਂ ਹੋਵੇਗਾ ਕਿ ਜਦ ਉਹ ਸਾਡਾ ਸਾਹਮਣਾ ਕਰਨ ਨੂੰ ਨਿਕਲਣ ਤਾਂ ਅਸੀਂ ਉਹਨਾਂ ਦੇ ਅੱਗੋਂ ਪਹਿਲਾਂ ਵਾਂਗੂ ਨੱਸਾਂਗੇ। ਤਾਂ ਉਹ ਸਾਡੇ ਪਿੱਛੇ ਆਉਣਗੇ, ਇੱਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਖਿੱਚ ਲਿਜਾਵਾਂਗੇ, ਕਿਉਂ ਜੋ ਉਹ ਆਖਣਗੇ ਕਿ ਸਾਡੇ ਅੱਗੋਂ ਪਹਿਲਾਂ ਵਾਂਗੂ ਨੱਸਦੇ ਹਨ। ਇਉਂ ਅਸੀਂ ਉਹਨਾਂ ਦੇ ਅੱਗੋਂ ਨੱਸਾਂਗੇ। ਤਦ ਤੁਸੀਂ ਘਾਤ ਵਿੱਚੋਂ ਨਿਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਉਹਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ। ਅਤੇ ਇਉਂ ਹੋਵੇਗਾ ਕਿ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾ ਦੀ ਆਗਿਆ ਅਨੁਸਾਰ ਕਰਿਓ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ। ਯੋਸ਼ੂਆ ਨੇ ਉਹਨਾਂ ਨੂੰ ਘੱਲਿਆ ਤਾਂ ਉਹ ਘਾਤ ਵਿੱਚ ਗਏ ਅਤੇ ਬਤੇਲ ਅਤੇ ਆਈ ਦੇ ਵਿਚਕਾਰ ਆਈ ਦੇ ਲਹਿੰਦੇ ਪਾਸੇ ਜਾ ਬੈਠੇ। ਪਰ ਯੋਸ਼ੂਆ ਉਸ ਰਾਤ ਲੋਕਾਂ ਦੇ ਵਿੱਚ ਰਿਹਾ। ਤਾਂ ਯੋਸ਼ੂਆ ਨੇ ਸਵੇਰ ਦੇ ਵੇਲੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਆਈ ਵੱਲ ਚੜ੍ਹਿਆ ਅਤੇ ਸਾਰੇ ਯੋਧੇ ਜਿਹੜੇ ਉਸ ਦੇ ਨਾਲ ਸਨ ਉਤਾਹਾਂ ਗਏ ਅਤੇ ਨੇੜੇ ਆਪੜੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਆਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਆਈ ਦੇ ਵਿੱਚ ਇੱਕ ਖੱਡ ਸੀ। ਤਾਂ ਉਸ ਨੇ 5,000 ਮਨੁੱਖ ਲਏ ਅਤੇ ਉਹਨਾਂ ਨੂੰ ਬੈਤੇਲ ਅਰ ਆਈ ਦੇ ਵਿਚਕਾਰ ਸ਼ਹਿਰੋਂ ਲਹਿੰਦੀ ਵੱਲ ਘਾਤ ਵਿੱਚ ਬਿਠਾਇਆ। ਸੋ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉੱਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਲਹਿੰਦੀ ਵੱਲ ਬਿਠਾਇਆ। ਤਾਂ ਯੋਸ਼ੂਆ ਉਸ ਰਾਤ ਖੱਡ ਵਿੱਚ ਗਿਆ। ਅਤੇ ਇਉਂ ਹੋਇਆ ਕਿ ਜਦ ਆਈ ਦੇ ਰਾਜੇ ਨੇ ਇਹ ਡਿੱਠਾ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਮਿੱਥੇ ਹੋਏ ਸਮੇਂ ਉੱਤੇ ਆਰਾਬਾ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿਕਲੇ। ਪਰ ਉਸਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਹਨ। ਤਾਂ ਯੋਸ਼ੂਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰ ਕੁੱਟੇ ਹੋਏ ਹੁੰਦੇ ਹਨ। ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ। ਸੋ ਉਹਨਾਂ ਨੇ ਯੋਸ਼ੂਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਖਿੱਚੇ ਗਏ। ਉਪਰੰਤ ਆਈ ਤੇ ਬੈਤਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ। ਤਾਂ ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਆਈ ਵੱਲ ਲੰਮਾ ਕਰ, ਕਿਉਂ ਜੋ ਉਸ ਨੂੰ ਮੈਂ ਤੇਰੇ ਹੱਥ ਵਿੱਚ ਦਿਆਂਗਾ। ਤਾਂ ਯੋਸ਼ੂਆ ਨੇ ਬਰਛੇ ਨੂੰ ਜਿਹੜਾ ਉਹਦੇ ਹੱਥ ਵਿੱਚ ਸੀ ਸ਼ਹਿਰ ਵੱਲ ਲੰਮਾ ਕੀਤਾ। ਜਦ ਉਸਨੇ ਆਪਣਾ ਹੱਥ ਲੰਮਾ ਕੀਤਾ ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਡੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹਨੂੰ ਲੈ ਲਿਆ। ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ। ਜਦ ਆਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਡਿੱਠਾ ਤਾਂ ਵੇਖੋ, ਸ਼ਹਿਰ ਦਾ ਧੂੰਆਂ ਆਕਾਸ਼ ਤੱਕ ਉੱਠ ਰਿਹਾ ਸੀ। ਸੋ ਉਹਨਾਂ ਵਿੱਚ ਇਧਰ ਉਧਰ ਭੱਜਣ ਦੀ ਸ਼ਕਤੀ ਨਾ ਰਹੀ। ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਆਉਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ। ਜਦ ਯੋਸ਼ੂਆ ਅਤੇ ਸਾਰੇ ਇਸਰਾਏਲ ਨੇ ਡਿੱਠਾ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਲੈ ਲਿਆ ਹੈ
ਅਤੇ ਸ਼ਹਿਰ ਤੋਂ ਤੂੰ ਉੱਠ ਰਿਹਾ ਹੈ, ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ। ਸੋ ਇਸਰਾਏਲ ਦੇ ਵਿਚਕਾਰ ਹੋ ਗਏ। ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ, ਨਾ ਕਿਸੇ ਨੂੰ ਭੱਜਣ ਦਿੱਤਾ। ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੋਸ਼ੂਆ ਕੋਲ ਲੈ ਆਂਦਾ। ਤਾਂ ਇਉਂ ਹੋਇਆ ਕਿ ਜਦ ਇਸਰਾਏਲ ਰੜਦੀ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ, ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ, ਅਤੇ ਜਦ ਉਹ ਸਾਰੇ ਤੇਗ ਦੀ ਧਾਰ ਨਾਲ ਵੱਢੇ ਗਏ, ਇੱਥੋਂ ਤੱਕ ਕਿ ਉਹ ਮੂਲੋਂ ਹੀ ਮੁੱਕ ਗਏ, ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤੇਗ ਦੀ ਧਾਰ ਨਾਲ ਉਹਨੂੰ ਵੱਢ ਸੁੱਟਿਆ। ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ 12,000 ਸਨ, ਅਰਥਾਤ ਅਈ ਦੇ ਸਾਰੇ ਲੋਕ। ਕਿਉਂ ਜੋ ਯੋਸ਼ੂਆ ਨੇ ਆਪਣਾ ਹੱਥ ਜਿਹਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ, ਜਦ ਤੱਕ ਕਿ ਉਸਨੇ ਅਈ ਦੇ ਸਾਰੇ ਵਸਨੀਕਾਂ ਦਾ ਸਤਿਆਨਾਸ਼ ਨਾ ਕਰ ਲਿਆ। ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ, ਜਿਵੇਂ ਯਹੋਵਾ ਨੇ ਯੋਸ਼ੂਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ। ਸੋ ਯੋਸ਼ੂਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਥੇਹ ਬਣਾ ਦਿੱਤਾ। ਉਹ ਅੱਜ ਦੇ ਦਿਨ ਤੱਕ ਉਜਾੜ ਹੈ। ਫੇਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਅਤੇ ਜਦ ਸੂਰਜ ਡੁੱਬ ਗਿਆ ਤਾਂ ਯੋਸ਼ੂਆ ਨੇ ਹੁਕਮ ਦਿੱਤਾ, ਸੋ ਉਹਨਾਂ ਨੇ ਉਹਦੀ ਲੋਥ ਨੂੰ ਰੁੱਖ ਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ ਅਤੇ ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ, ਜਿਹੜਾ ਅੱਜ ਦੇ ਦਿਨ ਤੱਕ ਹੈ। ਫੇਰ ਯੋਸ਼ੂਆ ਨੇ ਇਸਰਾਏਲ ਦੇ ਪਰਮੇਸ਼ਰ ਯਹੋਵਾ ਲਈ ਇੱਕ ਜਗਵੇਦੀ ਏਬਾਲ ਪਹਾੜ ਵਿੱਚ ਬਣਾਈ, ਜਿਵੇਂ ਮੂਸਾ ਯਹੋਵਾ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਅਤੇ ਜਿਵੇਂ ਮੂਸਾ ਦੀ ਵਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ। ਉਹ ਜਗਵੇਦੀ ਅਣਘੜੇ ਪੱਥਰਾਂ ਦੀ ਬਣਾਈ ਹੋਈ ਸੀ, ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ, ਅਤੇ ਉਸ ਉੱਤੇ ਉਹਨਾਂ ਨੇ ਯਹੋਵਾ ਲਈ ਹੋਮ ਦੀਆਂ ਭੇਟਾਂ ਚੜਾਈਆਂ ਅਤੇ ਸੁਖ ਸਾਂਦ ਦੇ ਬਲਿਦਾਨ ਕੀਤੇ। ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਵਿਵਸਥਾ ਦਾ ਇੱਕ ਉਤਾਰ ਲਿਖਿਆ, ਜਿਹਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ, ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਹੁੱਦੇਦਾਰ ਅਤੇ ਉਹਨਾਂ ਦੇ ਨਿਆਂਕਾਰ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ, ਜਿਹੜੇ ਯਹੋਵਾ ਦੇ ਨਿਯਮ ਦਾ ਸੰਦੂਕ ਚੁੱਕਦੇ ਸਨ, ਖਲੋਤੇ ਸਨ। ਨਾਲੇ ਪਰਦੇਸੀ, ਨਾਲੇ ਕਰਜਮ ਉਹਨਾਂ ਦਾ ਅੱਧ ਗ੍ਰਿਜ਼ੀਮ ਪਹਾੜ ਦੇ ਸਾਹਮਣੇ ਅਤੇ ਅੱਧ ਏਬਾਲ ਪਹਾੜ ਦੇ ਸਾਹਮਣੇ ਸੀ, ਜਿਵੇਂ ਯਹੋਵਾ ਦੇ ਦਾਸ ਮੂਸਾ ਨੇ ਇਸਰਾਏਲ ਦੀ ਪ੍ਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ। ਫੇਰ ਉਸਨੇ ਵਿਵਸਥਾ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ, ਜਿਵੇਂ ਵਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ। ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ, ਉਹਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹਨੂੰ ਯੋਸ਼ੂਆ ਨੇ ਇਸਰਾਏਲੀਆਂ ਦੀ ਸਾਰੀ ਸਭਾ, ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵਸਦੇ ਸਨ, ਨਾ ਸੁਣਾਇਆ ਹੋਵੇ। ਯੋਸ਼ੂਆ ਅਧਿਆਇ 9। ਤਾਂ ਇਉਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿਜੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ, ਅਤੇ ਜਿਹੜੇ ਯਰਦਨ ਤੋਂ ਪਾਰ ਪਹਾੜ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ, ਤਾਂ ਉਹਨਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯੋਸ਼ੂਆ ਅਤੇ ਇਸਰਾਏਲ ਦੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ। ਗਿਬੋਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯੋਸ਼ੂਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ, ਤਾਂ ਉਹਨਾਂ ਨੇ ਵੀ ਇੱਕ ਛਲ ਕੀਤਾ, ਅਤੇ ਉਹ ਆ ਕੇ ਆਪਣੇ ਆਪ ਨੂੰ ਹਲਕਾਰੇ ਬਣਾ ਬੈਠੇ, ਅਤੇ ਉਹਨਾਂ ਨੇ ਹੰਡੀਆਂ ਹੋਈਆਂ ਗੂਣਾ ਆਪਣੇ ਖੋਤਿਆਂ ਲਈ ਲਈਆਂ, ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮੱਧ ਦੀਆਂ ਮਸ਼ਕਾਂ ਲੈ ਲਈਆਂ, ਅਤੇ ਪੁਰਾਣੇ ਪਾਟੇ ਛੀਟੇ ਛਿੱਤਰ ਆਪਣੇ ਪੈਰੀਂ ਪਾ ਲਏ, ਅਤੇ ਹੰਡੇ ਹੋਏ ਲੀੜੇ ਆਪਣੇ ਉੱਤੇ ਲੈ ਲਏ, ਅਤੇ ਉਹਨਾਂ ਦੇ ਰਸ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ। ਉਹ ਯੋਸ਼ੂਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ, ਤਾਂ ਉਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ, ਭਈ ਅਸੀਂ ਦੂਰ ਦੇਸ਼ ਤੋਂ ਆਏ ਹਾਂ, ਹੁਣ ਤੁਸੀਂ ਸਾਡੇ ਨਾਲ ਨੇਮ ਬੰਨੋ। ਤਾਂ ਇਸਰਾਏਲ ਦੇ ਮਨੁੱਖਾਂ ਨੇ ਉਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਦ ਤੁਸੀਂ ਸਾਡੇ ਵਿੱਚ ਹੀ ਵਸਦੇ ਹੋ, ਤਾਂ ਅਸੀਂ ਤੁਹਾਡੇ ਨਾਲ ਨੇਮ ਕਿਵੇਂ ਬੰਨੀਏ? ਫਿਰ ਉਹਨਾਂ ਨੇ ਯੋਸ਼ੂਆ ਨੂੰ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ। ਤਾਂ ਯੋਸ਼ੂਆ ਨੇ ਉਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ? ਉਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ਼ ਤੋਂ ਤੁਹਾਡੇ ਪਰਮੇਸ਼ਰ ਦੇ ਨਾਮ ਦੇ ਕਾਰਨ ਆਏ ਹਨ, ਕਿਉਂ ਜੋ ਅਸਾਂ ਉਹਦੀ ਧੁੰਮ ਸੁਣੀ ਹੈ, ਨਾਲੇ ਜੋ ਕੁਝ ਉਹਨੇ ਮਿਸਰ ਵਿੱਚ ਕੀਤਾ, ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ, ਅਰਥਾਤ ਸਿਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਤ ਵਿੱਚ ਸਨ।
ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਾਹ ਦੀ ਰਸਤ ਲੈ ਕੇ ਉਹਨਾਂ ਦੇ ਮਿਲਣ ਲਈ ਜਾਓ ਅਤੇ ਉਹਨਾਂ ਨੂੰ ਆਖੋ ਕਿ ਅਸੀਂ ਤੁਹਾਡੇ ਦਾਸ ਹਾਂ, ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨੋ। ਇਹ ਸਾਡੀ ਰੋਟੀ ਅਸਾਂ ਆਪਣੀ ਸਿੱਧੇ ਲਈ ਆਪਣੇ ਘਰਾਂ ਤੋਂ ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ। ਅਤੇ ਇਹ ਮੱਧ ਦੀਆਂ ਮਸ਼ਕਾਂ ਜਿਹੜੀਆਂ ਅਸਾਂ ਭਰੀਆਂ ਨਵੀਆਂ ਸਨ, ਪਰ ਹੁਣ ਵੇਖੋ ਉਹ ਪਾਟ ਗਈਆਂ ਹਨ ਅਤੇ ਸਾਡੇ ਲੀੜੇ ਛਿੱਤਰ ਇਸ ਵੱਡੇ ਲੰਮੇ ਪੈਂਡੇ ਨਾਲ ਹੰਡ ਗਏ ਹਨ। ਤਾਂ ਉਹਨਾਂ ਮਨੁੱਖਾਂ ਨੇ ਉਹਨਾਂ ਦੀ ਰਸਤ ਤੋਂ ਲਿਆ, ਪਰ ਉਹਨਾਂ ਨੇ ਯਹੋਵਾ ਦੀ ਸਲਾਹ ਨਾ ਲਈ। ਉਪਰੰਤ ਯੋਸ਼ੂਆ ਨੇ ਉਹਨਾਂ ਨਾਲ ਸੁਲ੍ਹਾ ਕਰ ਲਈ ਅਤੇ ਉਹਨਾਂ ਨਾਲ ਜੀਵਨ ਦਾ ਨੇਮ ਬੰਨਿਆ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਸਹੁੰ ਖਾਧੀ। ਤਾਂ ਇਉਂ ਹੋਇਆ ਕਿ ਉਹਨਾਂ ਦੇ ਨੇਮ ਬੰਨਣ ਦੇ 3 ਦਿਨ ਮਗਰੋਂ ਉਹਨਾਂ ਨੇ ਸੁਣਿਆ ਕਿ ਉਹ ਉਹਨਾਂ ਦੇ ਗੁਆਂਢੀ ਹਨ ਅਤੇ ਉਹਨਾਂ ਦੇ ਵਿੱਚ ਹੀ ਵਸਦੇ ਹਨ। ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਉਹਨਾਂ ਦੇ ਸ਼ਹਿਰ ਵਿੱਚ ਆ ਗਏ ਅਤੇ ਉਹਨਾਂ ਦੇ ਸ਼ਹਿਰ ਗਿਬਿਓਨ, ਕਫੀਰਾ, ਬੇਰੋਥ ਅਤੇ ਕਿਰਿਅਤ ਯਾਰੀਮ ਸਨ। ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਨਾ, ਇਸ ਲਈ ਕਿ ਸਭਾ ਦੇ ਪ੍ਰਧਾਨਾਂ ਨੇ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ਰ ਯਹੋਵਾ ਦੀ ਸਹੁੰ ਖਾਧੀ ਸੀ ਅਤੇ ਸਾਰੀ ਸਭਾ ਪ੍ਰਧਾਨਾਂ ਦੇ ਵਿਰੁੱਧ ਬੁੜਬੁੜਾਉਣ ਲੱਗ ਪਈ। ਪਰ ਸਾਰੇ ਪ੍ਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸੀਂ ਉਹਨਾਂ ਨਾਲ ਇਸਰਾਏਲ ਦੇ ਪਰਮੇਸ਼ਰ ਯਹੋਵਾ ਦੀ ਸਹੁੰ ਖਾਧੀ ਹੈ, ਇਸ ਲਈ ਅਸੀਂ ਉਹਨਾਂ ਨੂੰ ਹੱਥ ਨਹੀਂ ਲਾ ਸਕਦੇ। ਅਸੀਂ ਉਹਨਾਂ ਲਈ ਇਹ ਕਰਾਂਗੇ ਕਿ ਅਸੀਂ ਉਹਨਾਂ ਨੂੰ ਜਿਉਂਦੇ ਰਹਿਣ ਦਈਏ, ਮਤੇ ਸਾਡੇ ਉੱਤੇ ਇਸ ਸਹੁੰ ਦੇ ਕਾਰਨ ਕ੍ਰੋਧ ਆ ਪਵੇ ਜਿਹੜੀ ਅਸਾਂ ਉਹਨਾਂ ਨਾਲ ਖਾਧੀ ਹੈ। ਤਾਂ ਪ੍ਰਧਾਨਾਂ ਨੇ ਉਹਨਾਂ ਨੂੰ ਆਖਿਆ, ਉਹਨਾਂ ਨੂੰ ਜਿਉਂਦੇ ਰਹਿਣ ਦਿਓ ਤਾਂ ਜੋ ਉਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ, ਜਿਵੇਂ ਪ੍ਰਧਾਨਾਂ ਨੇ ਉਹਨਾਂ ਨਾਲ ਗੱਲ ਕੀਤੀ ਸੀ। ਤਾਂ ਯੋਸ਼ੂਆ ਨੇ ਉਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਸਾਨੂੰ ਇਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਤੋਂ ਬਹੁਤ ਦੂਰ ਦੇਸ਼ ਦੇ ਹਾਂ, ਜਦ ਕਿ ਤੁਸੀਂ ਸਾਡੇ ਵਿੱਚ ਹੀ ਵਸਦੇ ਹੋ। ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਨਾ ਰਹੇਗਾ ਜਿਹੜਾ ਗੁਲਾਮ ਅਰਥਾਤ ਮੇਰੇ ਪਰਮੇਸ਼ਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ। ਉਹਨਾਂ ਨੇ ਯੋਸ਼ੂਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ ਵਿੱਚ ਦੱਸਿਆ ਗਿਆ ਸੀ ਕਿ ਯਹੋਵਾ ਤੁਹਾਡੇ ਪਰਮੇਸ਼ਰ ਨੇ ਮੂਸਾ ਆਪਣੇ ਦਾਸ ਨੂੰ ਇਹ ਸਾਰਾ ਦੇਸ਼ ਤੁਹਾਨੂੰ ਦੇਣ ਦਾ ਅਤੇ ਇਸ ਦੇਸ਼ ਦੇ ਸਾਰੇ ਵਾਸੀਆਂ ਨੂੰ ਨਾਸ਼ ਕਰਨ ਦਾ ਹੁਕਮ ਦਿੱਤਾ ਸੀ। ਸੋ ਅਸੀਂ ਤੁਹਾਡੇ ਅੱਗੇ ਆਪਣੀਆਂ ਜਾਨਾਂ ਲਈ ਬਹੁਤ ਡਰੇ, ਤਾਂ ਅਸਾਂ ਇਹ ਕੰਮ ਕੀਤਾ। ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ। ਤਾਂ ਉਸ ਨੇ ਉਹਨਾਂ ਨਾਲ ਉਹ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਉਹਨਾਂ ਨੂੰ ਬਚਾ ਦਿੱਤਾ, ਸੋ ਉਹਨਾਂ ਨੇ ਉਹਨਾਂ ਨੂੰ ਨਾ ਵੱਢਿਆ। ਤਾਂ ਯੋਸ਼ੂਆ ਨੇ ਉਸੇ ਦਿਨ ਉਹਨਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾ ਦੀ ਜਗਵੇਦੀ ਲਈ ਉਸ ਥਾਂ ਤੇ ਜਿਹੜਾ ਉਹ ਚੁਣੇ ਅੱਜ ਤੱਕ ਹੀ ਠਹਿਰਾਇਆ। ਯੋਸ਼ੂਆ ਅਧਿਆਇ 10। ਇਉਂ ਹੋਇਆ ਜਦ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯੋਸ਼ੂਆ ਨੇ ਕਿਵੇਂ ਆਈ ਨੂੰ ਲੈ ਲਿਆ ਅਤੇ ਉਹਦਾ ਸਤਿਆਨਾਸ਼ ਕਰ ਸੁੱਟਿਆ ਹੈ, ਅਤੇ ਜਿਵੇਂ ਉਸਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਉਵੇਂ ਹੀ ਉਸਨੇ ਆਈ ਅਤੇ ਉਹਦੇ ਰਾਜੇ ਨਾਲ ਵੀ ਕੀਤਾ, ਅਤੇ ਕਿਵੇਂ ਗਿਬਿਓਨ ਦੇ ਵਾਸੀਆਂ ਨੇ ਇਸਰਾਏਲ ਨਾਲ ਸੁਲ੍ਹਾ ਕਰ ਲਈ ਅਤੇ ਉਹਨਾਂ ਦੇ ਵਿੱਚ ਰਹਿੰਦੇ ਸਨ। ਤਾਂ ਉਹ ਬਹੁਤ ਡਰੇ, ਕਿਉਂ ਜੋ ਗਿਬਿਓਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸ਼ਹਿਰਾਂ ਵਿੱਚੋਂ ਉਹ ਇੱਕ ਵਰਗਾ ਸੀ, ਸਗੋਂ ਉਹ ਆਈ ਨਾਲੋਂ ਵੱਡਾ ਸੀ ਅਤੇ ਉਹਦੇ ਸਾਰੇ ਮਨੁੱਖ ਸੂਰਮੇ ਸਨ। ਤਾਂ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਰਾਮ ਨੂੰ ਅਤੇ ਯਰਮੂਤ ਦੇ ਰਾਜੇ ਫਿਰਾਮ ਨੂੰ ਅਤੇ ਲਾਕੀਸ਼ ਦੇ ਰਾਜੇ ਯਾਫੀਆ ਨੂੰ ਅਤੇ ਅਗਲੋਨ ਦੇ ਰਾਜੇ ਦਬੀਰ ਨੂੰ ਸੱਦ ਕਰ ਲਿਆ ਕਿ ਮੇਰੇ ਕੋਲ ਚੜ ਆਓ ਅਤੇ ਮੇਰੀ ਸਹਾਇਤਾ ਕਰੋ, ਤਾਂ ਜੋ ਅਸੀਂ ਗਿਬਿਓਨ ਨੂੰ ਮਾਰ ਦਈਏ, ਕਿਉਂ ਜੋ ਉਹਨੇ ਯੋਸ਼ੂਆ ਅਤੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ ਹੈ। ਤਾਂ ਅਮੋਰੀਆਂ ਦੇ 5 ਰਾਜਿਆਂ ਅਰਥਾਤ ਯਰੂਸ਼ਲਮ ਦੇ ਰਾਜੇ, ਹਬਰੋਨ ਦੇ ਰਾਜੇ, ਯਰਮੂਤ ਦੇ ਰਾਜੇ, ਲਾਕੀਸ਼ ਦੇ ਰਾਜੇ ਅਤੇ ਅਗਲੋਨ ਦੇ ਰਾਜੇ ਇਕੱਠੇ ਹੋਏ ਅਤੇ ਉਹ ਅਤੇ ਉਹਨਾਂ ਦੇ ਸਾਰੇ ਦਲ ਚੜੇ ਅਤੇ ਗਿਬੋਨ ਦੇ ਸਾਹਮਣੇ ਡੇਰੇ ਲਾ ਕੇ ਉਹਦੇ ਵਿਰੁੱਧ ਯੁੱਧ ਕੀਤਾ। ਤਾਂ ਗਿਬੋਨ ਦੇ ਮੂਰਖਾਂ ਨੇ ਯੋਸ਼ੂਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਕਹਾ ਕਰ ਲਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਢਿੱਲਾ ਨਾ ਕਰਨਾ, ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ, ਕਿਉਂ ਜੋ ਅਮੋਰੀਆਂ ਦੇ ਰਾਜੇ ਜਿਹੜੇ ਪਹਾੜ ਤੇ ਵਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ। ਤਾਂ ਯੋਸ਼ੂਆ ਨਾਲੇ ਸਾਰੇ ਯੋਧੇ ਅਤੇ ਸਾਰੇ ਸੂਰਬੀਰ ਗਿਲਗਾਲ ਤੋਂ ਚੜੇ। ਤਾਂ ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਤੂੰ ਉਹਨਾਂ ਤੋਂ ਨਾ ਡਰ, ਕਿਉਂ ਜੋ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ, ਉਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖਲੋ ਨਾ ਸਕੇਗਾ। ਤਾਂ ਯੋਸ਼ੂਆ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਉਹਨਾਂ ਉੱਤੇ ਅਚਾਨਕ ਆ ਪਿਆ।
ਯਹੋਵਾ ਨੇ ਇਸਰਾਏਲ ਦੇ ਅੱਗੇ ਉਹਨਾਂ ਨੂੰ ਘਬਰਾ ਦਿੱਤਾ ਅਤੇ ਉਹਨੇ ਉਹਨਾਂ ਨੂੰ ਗਿਬਿਓਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹਨਾਂ ਨੇ ਬੈਤ ਹੋਰੇਨ ਦੀ ਚੜ੍ਹਾਈ ਦੇ ਰਾਹ ਵਿੱਚ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਅਜ਼ੇਕਾ ਅਤੇ ਮਕਦਾ ਤੀਕ ਮਾਰਦਾ ਗਿਆ। ਤਾਂ ਇਉਂ ਹੋਇਆ ਕਿ ਜਦ ਉਹ ਇਸਰਾਏਲ ਦੇ ਅੱਗੋਂ ਨੱਠੇ ਜਾਂਦੇ ਸਨ ਤਾਂ ਬੈਤ ਹੋਰੇਨ ਦੀ ਚੜ੍ਹਾਈ ਕੋਲ ਯਹੋਵਾ ਨੇ ਉਹਨਾਂ ਉੱਤੇ ਆਕਾਸ਼ੋਂ ਵੱਡੇ ਵੱਡੇ ਪੱਥਰ ਅਜ਼ੇਕਾ ਤੀਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਗੜਿਆਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ ਜਿਹੜੇ ਇਸਰਾਏਲ ਦੀ ਤੇਗ ਨਾਲ ਵੱਢੇ ਗਏ। ਤਦ ਯਹੋਸ਼ੂਆ ਨੇ ਯਹੋਵਾ ਨਾਲ ਉਸ ਦਿਨ ਜਦ ਯਹੋਵਾ ਨੇ ਅਮੋਰੀਆਂ ਨੂੰ ਇਸਰਾਏਲੀਆਂ ਨੂੰ ਦੇ ਦਿੱਤਾ ਗੱਲ ਕੀਤੀ ਅਤੇ ਇਸਰਾਏਲੀਆਂ ਦੇ ਵੇਖਦਿਆਂ ਆਖਿਆ, ਹੇ ਸੂਰਜ ਗਿਬੋਨ ਉੱਤੇ ਅਤੇ ਹੇ ਚੰਦਰਮਾ ਅਯਾਲੋਨ ਦੀ ਖੱਡ ਵਿੱਚ ਠਹਿਰਿਆ ਰਹਿ। ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਵਟਾ ਨਾ ਲਿਆ। ਕੀ ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਆਕਾਸ਼ ਦੇ ਵਿਚਕਾਰ ਖੜਾ ਰਿਹਾ ਅਤੇ ਸਾਰੀ ਕੁ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ। ਇਸ ਤੋਂ ਅੱਗੇ ਅਥਵਾ ਪਿੱਛੇ ਅਜਿਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾ ਨੇ ਮਨੁੱਖ ਦੀ ਆਵਾਜ਼ ਸੁਣੀ ਹੋਵੇ, ਕਿਉਂ ਜੋ ਯਹੋਵਾ ਇਸਰਾਏਲ ਲਈ ਲੜਿਆ। ਯਹੋਸ਼ੂਆ ਅਤੇ ਸਾਰਾ ਇਸਰਾਏਲ ਉਹਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ। ਪਰ ਇਹ 5 ਰਾਜੇ ਨੱਸ ਗਏ ਅਤੇ ਮਕੇਦਾ ਦੀ ਗੁਫਾ ਵਿੱਚ ਜਾ ਲੁਕੇ। ਤਾਂ ਯਹੋਸ਼ੂਆ ਨੂੰ ਦੱਸਿਆ ਗਿਆ ਕਿ ਉਹ 5 ਰਾਜੇ ਲੱਭ ਪਏ ਹਨ ਅਤੇ ਮਕੇਦਾ ਦੀ ਗੁਫਾ ਵਿੱਚ ਲੁਕੇ ਹੋਏ ਹਨ। ਤਾਂ ਯਹੋਸ਼ੂਆ ਨੇ ਆਖਿਆ ਕਿ ਗੁਫਾ ਦੇ ਮੂੰਹ ਉੱਤੇ ਵੱਡੇ ਵੱਡੇ ਪੱਥਰ ਰੇੜ ਦਿਓ ਅਤੇ ਉਹਨਾਂ ਦੀ ਰਾਖੀ ਲਈ ਮਨੁੱਖ ਉਹਦੇ ਕੋਲ ਰੱਖ ਦਿਓ, ਪਰ ਤੁਸੀਂ ਨਾ ਖਲੋਇਓ। ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਉਹਨਾਂ ਦੇ ਪਛਾੜੀਦਿਆਂ ਨੂੰ ਮਾਰੋ। ਉਹਨਾਂ ਨੂੰ ਆਪਣੇ ਸ਼ਹਿਰ ਵਿੱਚ ਵੜਨ ਨਾ ਦਿਓ, ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ। ਤਾਂ ਇਉਂ ਹੋਇਆ ਕਿ ਜਦ ਯਹੋਸ਼ੂਆ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਉਹਨਾਂ ਦਾ ਬਕੀਆ ਜਿਹੜਾ ਬਚ ਰਿਹਾ ਉਹਨਾਂ ਗੜ੍ਹਾਂ ਵਾਲੇ ਸ਼ਹਿਰ ਵਿੱਚ ਜਾ ਵੜਿਆ। ਤਾਂ ਸਾਰੇ ਲੋਕ ਯਹੋਸ਼ੂਆ ਕੋਲ ਮਕੇਦਾ ਦੇ ਡੇਰੇ ਨੂੰ ਸੁਲ੍ਹਾ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲਿਆ। ਫਿਰ ਯਹੋਸ਼ੂਆ ਨੇ ਆਖਿਆ, ਗੁਫਾ ਦੇ ਮੂੰਹ ਨੂੰ ਖੋਲੋ ਅਤੇ ਗੁਫਾ ਵਿੱਚੋਂ ਇਹ 5 ਰਾਜੇ ਮੇਰੇ ਕੋਲ ਲੈ ਆਓ। ਤਾਂ ਉਹਨਾਂ ਨੇ ਉਵੇਂ ਕੀਤਾ ਅਤੇ ਗੁਫਾ ਵਿੱਚੋਂ ਇਹ 5 ਰਾਜੇ ਉਹਦੇ ਕੋਲ ਲੈ ਆਏ, ਅਰਥਾਤ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਤ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ। ਫਿਰ ਇਉਂ ਹੋਇਆ ਕਿ ਜਦ ਉਹ ਉਹਨਾਂ ਰਾਜਿਆਂ ਨੂੰ ਯਹੋਸ਼ੂਆ ਦੇ ਕੋਲ ਲੈ ਆਏ ਤਾਂ ਯਹੋਸ਼ੂਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਯੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਧੌਣਾਂ ਉੱਤੇ ਰੱਖੋ। ਸੋ ਉਹਨਾਂ ਨੇੜੇ ਆ ਕੇ ਆਪਣੇ ਪੈਰ ਉਹਨਾਂ ਦੀਆਂ ਧੌਣਾਂ ਉੱਤੇ ਰੱਖੇ। ਤਾਂ ਯਹੋਸ਼ੂਆ ਨੇ ਉਹਨਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਾਬਰੋ, ਤਕੜੇ ਹੋਵੋ ਅਤੇ ਹੌਸਲਾ ਰੱਖੋ, ਕਿਉਂ ਜੋ ਯਹੋਵਾ ਤੁਹਾਡੇ ਸਾਰੇ ਵੈਰੀਆਂ ਨੂੰ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਐਵੇਂ ਹੀ ਕਰੇਗਾ। ਛੇਕੜੇ ਯਹੋਸ਼ੂਆ ਨੇ ਉਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਉਹਨਾਂ ਨੂੰ 5 ਰੁੱਖਾਂ ਉੱਤੇ ਟੰਗ ਦਿੱਤਾ ਅਤੇ ਉਹ ਸ਼ਾਮਾਂ ਤੀਕ ਉਹਨਾਂ ਰੁੱਖਾਂ ਉੱਤੇ ਟੰਗੇ ਰਹੇ। ਤਾਂ ਇਉਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੂਆ ਨੇ ਹੁਕਮ ਦਿੱਤਾ, ਸੋ ਉਹਨਾਂ ਨੇ ਉਹਨਾਂ ਨੂੰ ਰੁੱਖਾਂ ਤੋਂ ਲਾ ਲਿਆ ਅਤੇ ਉਸ ਗੁਫਾ ਵਿੱਚ ਜਿੱਥੇ ਉਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫਾ ਦੇ ਮੂੰਹ ਉੱਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੱਕ ਵੀ ਹਨ। ਯਹੋਸ਼ੂਆ ਨੇ ਉਸੇ ਦਿਨ ਮਕੇਦਾ ਨੂੰ ਲੈ ਲਿਆ ਅਤੇ ਉਹਨੂੰ ਔਰ ਉਹਦੇ ਰਾਜੇ ਨੂੰ ਤੇਗ ਦੀ ਤਾਰ ਨਾਲ ਵੱਢ ਸੁੱਟਿਆ। ਉਸ ਨੇ ਉਹਨਾਂ ਦਾ ਅਤੇ ਉਹਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ਼ ਕਰ ਦਿੱਤਾ। ਉਸ ਨੇ ਕਿਸੇ ਨੂੰ ਬਾਕੀ ਨਾ ਛੱਡਿਆ ਅਤੇ ਉਸ ਨੇ ਮਕੇਦਾ ਦੇ ਰਾਜੇ ਨਾਲ ਤਿਵੇਂ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ। ਫਿਰ ਯਹੋਸ਼ੂਆ ਅਤੇ ਸਾਰਾ ਇਸਰਾਏਲ ਉਹਦੇ ਨਾਲ ਮਕੇਦਾ ਤੋਂ ਲਿਬਨਾਨ ਨੂੰ ਲੰਘੇ ਅਤੇ ਲਿਬਨਾਨ ਨਾਲ ਯੁੱਧ ਕੀਤਾ ਅਤੇ ਯਹੋਵਾ ਨੇ ਉਸ ਨੂੰ ਵੀ ਅਤੇ ਉਸਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹਨੇ ਉਸਦੇ ਸਾਰੇ ਪ੍ਰਾਣੀਆਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ। ਉਹਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸਦੇ ਰਾਜੇ ਨਾਲ ਵੀ ਉਵੇਂ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ। ਤਾਂ ਯਹੋਸ਼ੂਆ ਅਤੇ ਉਹਦੇ ਨਾਲ ਸਾਰਾ ਇਸਰਾਏਲ ਲਿਬਨਾ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸਦੇ ਸਾਹਮਣੇ ਡੇਰੇ ਲਾ ਕੇ ਉਸਦੇ ਨਾਲ ਯੁੱਧ ਕੀਤਾ। ਤਾਂ ਯਹੋਵਾ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹਨੇ ਦੂਜੇ ਦਿਨ ਉਸ ਨੂੰ ਲੈ ਲਿਆ ਅਤੇ ਉਸ ਨੂੰ ਅਤੇ ਉਸਦੇ ਪ੍ਰਾਣੀਆਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹਨੇ ਲਿਬਨਾ ਨਾਲ ਕੀਤਾ ਸੀ। ਤਦ ਗਜ਼ਰ ਦਾ ਰਾਜਾ ਹੁਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੂਆ ਨੇ ਉਹਨੂੰ ਅਤੇ ਉਹਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ। ਤਾਂ ਯਹੋਸ਼ੂਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਲੰਘੇ ਅਤੇ ਉਹਦੇ ਸਾਹਮਣੇ ਡੇਰੇ ਲਾ ਕੇ ਉਹਦੇ ਨਾਲ ਯੁੱਧ ਕੀਤਾ ਅਤੇ ਉਸੇ ਦਿਨ ਉਹਨੂੰ ਲੈ ਲਿਆ ਅਤੇ ਉਹਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਸੇ ਦਿਨ ਉਹਦੇ ਪ੍ਰਾਣੀਆਂ ਦਾ ਸੱਤਿਆਨਾਸ਼ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ।
ਫਿਰ ਯੋਸ਼ੂਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਨੂੰ ਤਹਾਂ ਗਏ ਅਤੇ ਉਹਦੇ ਨਾਲ ਯੁੱਧ ਕੀਤਾ ਅਤੇ ਉਹਨੂੰ ਲੈ ਲਿਆ। ਤਾਂ ਉਹਨੂੰ ਅਤੇ ਉਹਦੇ ਰਾਜੇ ਨੂੰ, ਉਹਦੇ ਸਾਰੇ ਸ਼ਹਿਰਾਂ ਨੂੰ, ਉਹਦੇ ਸਾਰੇ ਪ੍ਰਾਣੀਆਂ ਨੂੰ ਤੇਗ ਦੀ ਤਾਰ ਨਾਲ ਵੱਢ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ, ਜਿਵੇਂ ਉਸ ਅਗਲੋਨ ਨਾਲ ਕੀਤਾ ਸੀ, ਸਗੋਂ ਉਹਦਾ ਅਤੇ ਉਹਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ਼ ਕਰ ਸੁੱਟਿਆ। ਤਾਂ ਯੋਸ਼ੂਆ ਅਤੇ ਸਾਰੇ ਇਸਰਾਏਲ ਨੇ ਉਸ ਦੇ ਨਾਲ ਦਬੀਰ ਨੂੰ ਮੁੜ ਕੇ ਉਸ ਨਾਲ ਯੁੱਧ ਕੀਤਾ। ਉਸ ਨੇ ਉਹਨੂੰ ਅਤੇ ਉਹਦੇ ਰਾਜੇ ਨੂੰ ਅਤੇ ਉਹਦੇ ਸਾਰੇ ਸ਼ਹਿਰਾਂ ਨੂੰ ਲੈ ਲਿਆ ਅਤੇ ਉਹਨਾਂ ਨੂੰ ਤੇਗ ਦੀ ਤਾਰ ਨਾਲ ਵੱਢ ਸੁੱਟਿਆ ਅਤੇ ਉਹਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ਼ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ। ਜਿਵੇਂ ਉਸਨੇ ਹਬਰੋਨ ਅਤੇ ਲਿਬਨਾ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ, ਉਵੇਂ ਉਸਨੇ ਦਬੀਰ ਅਤੇ ਉਹਦੇ ਰਾਜਿਆਂ ਨਾਲ ਕੀਤਾ। ਇਉਂ ਯੋਸ਼ੂਆ ਨੇ ਸਾਰੇ ਦੇਸ਼ ਨੂੰ, ਅਰਥਾਤ ਪਹਾੜੀ ਦੇਸ਼, ਦੱਖਣ, ਬੇਟ, ਢਾਲਾਂ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਲਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ, ਸਗੋਂ ਉਹਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ਼ ਕਰ ਸੁੱਟਿਆ, ਜਿਵੇਂ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਹੁਕਮ ਦਿੱਤਾ ਸੀ। ਯੋਸ਼ੂਆ ਨੇ ਉਹਨਾਂ ਨੂੰ ਕਾਦੇਸ਼ ਬਰਨਿਆ ਤੋਂ ਅਜ਼ਾਤੀਕ ਅਤੇ ਗੋਸ਼ਨ ਦੇ ਸਾਰੇ ਦੇਸ਼ ਨੂੰ ਗਿਬਿਓਨ ਤੱਕ ਮਾਰ ਲਿਆ। ਅਤੇ ਯੋਸ਼ੂਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਸਾਰੇ ਦੇਸ਼ਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਲੈ ਲਿਆ ਕਿ ਯਹੋਵਾ ਇਸਰਾਏਲ ਦਾ ਪਰਮੇਸ਼ਰ ਇਸਰਾਏਲ ਲਈ ਲੜਿਆ। ਫਿਰ ਯੋਸ਼ੂਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ। ਯਹੋਸ਼ੂਆ ਅਧਿਆਇ 11। ਤਾਂ ਇਉਂ ਹੋਇਆ ਕਿ ਜਦ ਹਸੋਰ ਦੇ ਰਾਜੇ ਯਬੀਨ ਨੇ ਇਹ ਸੁਣਿਆ, ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਆਕਸ਼ਾਫ ਦੇ ਰਾਜੇ ਨੂੰ ਸੱਦ ਕਰ ਲਿਆ, ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉੱਤਰ ਵੱਲ ਪਹਾੜੀ ਦੇਸ਼ ਵਿੱਚ ਅਤੇ ਕਿਨਰੋਤ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੌਰ ਦੀ ਉਚਾਈ ਵਿੱਚ ਸਨ, ਨਾਲੇ ਕਨਾਨੀਆਂ ਨੂੰ ਜਿਹੜੇ ਚੜ੍ਹਦੇ ਅਤੇ ਲਹਿੰਦੇ ਵੱਲ ਸਨ, ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫਰਿਜੀਆਂ ਨੂੰ ਅਤੇ ਯੂਬੂਸੀਆਂ ਨੂੰ ਜਿਹੜੇ ਪਹਾੜ ਵਿੱਚ ਸਨ, ਅਤੇ ਹਿਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਫਾ ਦੇਸ਼ ਵਿੱਚ ਸਨ। ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾ ਬਾਹਰ ਨਿਕਲੀਆਂ। ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਸਨ, ਨਾਲੇ ਘੋੜੇ ਅਤੇ ਰੱਥ ਵੀ ਬਹੁਤ ਸਨ। ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੋਰੇਮ ਦੀਆਂ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ। ਉਪਰੰਤ ਯਹੋਵਾ ਨੇ ਯੋਸ਼ੂਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ, ਕਿਉਂ ਜੋ ਭਲਕੇ ਇਸ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਵਢਾ ਕੇ ਇਸਰਾਏਲ ਦੇ ਅੱਗੇ ਲਾ ਦਿਆਂਗਾ। ਤੂੰ ਉਹਨਾਂ ਦੇ ਘੋੜਿਆਂ ਦੀਆਂ ਛੜਾਂ ਵੱਢੇਗਾ ਅਤੇ ਉਹਨਾਂ ਦੇ ਰਥਾਂ ਨੂੰ ਅੱਗ ਨਾਲ ਸਾੜੇਗਾ। ਸੋ ਯੋਸ਼ੂਆ ਅਤੇ ਉਹਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੋਰੇਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ ਅਤੇ ਯਹੋਵਾ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸਿਦੋਨ ਤੀਕ ਅਤੇ ਸਿਮਰ ਫੋਥ ਮਈਮ ਅਤੇ ਮਿਸਵਾ ਦੀ ਦੂਮ ਤੀਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ। ਅਤੇ ਯੋਸ਼ੂਆ ਨੇ ਉਹਨਾਂ ਨਾਲ ਇਉਂ ਕੀਤਾ ਜਿਵੇਂ ਯਹੋਵਾ ਨੇ ਉਹਨੂੰ ਆਖਿਆ ਸੀ। ਉਸ ਨੇ ਉਹਨਾਂ ਦੀਆਂ ਘੋੜਿਆਂ ਦੀਆਂ ਛੜਾਂ ਵੱਢ ਸੁੱਟੀਆਂ ਅਤੇ ਉਹਨਾਂ ਦੇ ਰਥਾਂ ਨੂੰ ਅੱਗ ਨਾਲ ਸਾੜ ਦਿੱਤਾ। ਤਾਂ ਇਸੇ ਸਮੇਂ ਯੋਸ਼ੂਆ ਮੁੜ ਆਇਆ ਅਤੇ ਹਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤੇਗ ਨਾਲ ਵੱਢ ਸੁੱਟਿਆ, ਕਿਉਂ ਜੋ ਹਸੋਰ ਪਹਿਲੇ ਸਮੇਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ। ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤੇਗ ਦੀ ਤਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ਼ ਕਰ ਸੁੱਟਿਆ, ਕੋਈ ਸਾਹ ਲੈਣ ਵਾਲਾ ਬਾਕੀ ਨਾ ਛੱਡਿਆ ਅਤੇ ਉਸ ਨੇ ਹਸੋਰ ਨੂੰ ਅੱਗ ਨਾਲ ਸਾੜ ਦਿੱਤਾ। ਅਤੇ ਯੋਸ਼ੂਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤੇਗ ਦੀ ਤਾਰ ਨਾਲ ਵੱਢ ਕੇ ਸੱਤਿਆਨਾਸ਼ ਕਰ ਸੁੱਟਿਆ, ਜਿਵੇਂ ਯਹੋਵਾ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ। ਇਕੱਲੇ ਹਸੋਰ ਤੋਂ ਛੁੱਟ, ਜਿਹਨੂੰ ਯੋਸ਼ੂਆ ਨੇ ਸਾੜ ਦਿੱਤਾ ਸੀ, ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਿਆਂ ਉੱਤੇ ਵਸੇ ਹੋਏ ਸਨ, ਇਸਰਾਏਲ ਨੇ ਨਾ ਸਾੜਿਆ। ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਲੇ, ਪਰ ਸਾਰੇ ਆਦਮੀਆਂ ਨੂੰ ਤੇਗ ਦੀ ਤਾਰ ਨਾਲ ਵੱਢ ਸੁੱਟਿਆ, ਜਦ ਤੀਕ ਉਹਨਾਂ ਦਾ ਨਾਸ ਨਾ ਕਰ ਲਿਆ, ਕੋਈ ਸਾਹ ਲੈਣ ਵਾਲਾ ਬਾਕੀ ਨਾ ਛੱਡਿਆ। ਜਿਵੇਂ ਯਹੋਵਾ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਵੇਂ ਹੀ ਮੂਸਾ ਨੇ ਯੋਸ਼ੂਆ ਨੂੰ ਹੁਕਮ ਦਿੱਤਾ ਸੀ ਅਤੇ ਉਵੇਂ ਯੋਸ਼ੂਆ ਨੇ ਕੀਤਾ। ਜੋ ਕੁਝ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਉਸ ਨੇ ਕੋਈ ਗੱਲ ਬਾਕੀ ਨਾ ਛੱਡੀ। ਇਉਂ ਯੋਸ਼ੂਆ ਨੇ ਇਹ ਸਾਰਾ ਦੇਸ਼ ਲੈ ਲਿਆ, ਅਰਥਾਤ ਇਹ ਪਹਾੜੀ ਦੇਸ਼, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ਼, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ਼ ਅਤੇ ਇਸ ਦਾ ਬੇਟ, ਹਲਾਕ ਨਾਮੀ ਪਹਾੜ ਤੋਂ ਜਿਹੜਾ ਸੇਰੀ ਵੱਲ ਚੜ੍ਹਦਾ ਹੈ, ਬਾਲ ਗਾਦ ਤੀਕ ਜਿਹੜਾ ਲਬਾਨੋਨ ਦੀ ਦੂਨ ਵਿੱਚ ਹਰਮੋਨ ਪਰਬਤ ਦੇ ਹੇਠ ਹੈ, ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ। ਯੋਸ਼ੂਆ ਢੇਰ ਚਿਰ ਤੀਕ ਇਹਨਾਂ ਸਾਰੇ ਰਾਜਿਆਂ ਨਾਲ ਯੁੱਧ ਕਰਦਾ ਰਿਹਾ
ਹਿਵੀਆਂ ਤੋਂ ਛੁੱਟ ਜਿਹੜੇ ਗਿਬੋਨ ਦੇ ਵਸਨੀਕ ਸਨ, ਕੋਈ ਸ਼ਹਿਰ ਨਹੀਂ ਸੀ ਜਿਹਨੇ ਇਸਰਾਏਲੀਆਂ ਦੇ ਨਾਲ ਸੁਲ੍ਹਾ ਕੀਤੀ ਹੋਵੇ। ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਲੈ ਲਿਆ, ਕਿਉਂ ਜੋ ਇਹ ਯਹੋਵਾ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸਤਿਆਨਾਸ਼ ਕਰੇ ਔਰ ਉਹਨਾਂ ਉੱਤੇ ਕੋਈ ਦਇਆ ਨਾ ਹੋਵੇ। ਪਰ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਉਹ ਉਹਨਾਂ ਦਾ ਨਾਸ਼ ਕਰੇ। ਫਿਰ ਉਸੇ ਸਮੇਂ ਯੋਸ਼ੂਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ਼ ਵਿੱਚੋਂ ਕੱਢ ਸੁੱਟਿਆ, ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾ ਦੇ ਸਾਰੇ ਪਹਾੜੀ ਦੇਸ਼ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਤੋਂ ਯੋਸ਼ੂਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸਤਿਆਨਾਸ਼ ਕਰ ਸੁੱਟਿਆ। ਇਸਰਾਏਲੀਆਂ ਦੇ ਦੇਸ਼ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅਜ਼ਾ, ਗਤ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ। ਸੋ ਯੋਸ਼ੂਆ ਨੇ ਇਹ ਸਾਰਾ ਦੇਸ਼ ਲੈ ਲਿਆ, ਜਿਵੇਂ ਹੀ ਯਹੋਵਾ ਮੂਸਾ ਨਾਲ ਬੋਲਿਆ ਸੀ, ਅਤੇ ਯੋਸ਼ੂਆ ਨੇ ਉਹਨੂੰ ਇਸਰਾਏਲ ਲਈ ਉਹਨਾਂ ਗੋਤਾਂ ਦੇ ਹਿੱਸੇ ਅਨੁਸਾਰ ਬਿਲਕ ਵਿੱਚ ਦੇ ਦਿੱਤਾ। ਸੋ ਉਸ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ। ਯਹੋਸ਼ੂਆ ਅਧਿਆਇ 12। ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ਼ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ, ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ। ਸਿਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ, ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ, ਅਤੇ ਗਿਲਾਦ ਦੇ ਅੱਧ ਯਬੋਕ ਦੀ ਨਦੀ ਤੱਕ ਜਿਹੜੀ ਅਮੋਨੀਆਂ ਦੀ ਹੱਦ ਹੈ, ਅਤੇ ਉਹ ਮੈਦਾਨ ਕਿੰਦਰੋਤ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਆਰਾਬਾ ਦੇ ਸਮੁੰਦਰ ਤੱਕ ਜਿਹੜਾ ਖਰਾ ਸਮੁੰਦਰ ਹੈ ਪੂਰਬ ਵੱਲ ਬੈਤ ਸ਼ਿਮੋਨ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾ ਦੀਆਂ ਢਾਲਾਂ ਹੇਠ, ਅਤੇ ਬਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਤ ਔਰ ਅਰਦਈ ਵਿੱਚ ਵਸਦਾ ਸੀ, ਅਤੇ ਹਰਮੋਨ ਪਰਬਤ ਉੱਤੇ ਅਤੇ ਮਲਕਾ ਵਿੱਚ ਅਤੇ ਸਾਰੇ ਬਸ਼ਾਨ ਵਿੱਚ ਗਸ਼ੂਰੀਆਂ ਅਤੇ ਮਾਕਾਤੀਆਂ ਦੀ ਹੱਦ ਤੱਕ ਰਾਜ ਕਰਦਾ ਸੀ। ਨਾਲੇ ਗਿਲਿਆਦ ਦਾ ਅੱਧ ਜਿਹੜਾ ਹਿਸ਼ਬੋਨ ਦੇ ਰਾਜੇ ਸਿਹੋਨ ਦੀ ਹੱਦ ਹੈ। ਯਹੋਵਾ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ, ਅਤੇ ਯਹੋਵਾ ਦੇ ਦਾਸ ਮੂਸਾ ਨੇ ਉਹਨੂੰ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ਾ ਦੇ ਅੱਧੇ ਗੋਤ ਨੂੰ ਕਬਜ਼ਾ ਕਰ ਲਈ ਦਿੱਤਾ। ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਯੋਸ਼ੂਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬੁਆਲ ਗਾਦ ਤੋਂ ਜਿਹੜਾ ਲਬਨੋਨ ਦੀ ਦੂਣ ਵਿੱਚ ਹੈ, ਹਲਾਕ ਪਰਬਤ ਤੀਕ ਜਿਹੜਾ ਸੇਰ ਵੱਲ ਚੜ੍ਹਦਾ ਹੈ, ਮਾਰਿਆ। ਯੋਸ਼ੂਆ ਨੇ ਉਹਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸੇ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ। ਪਹਾੜ ਵਿੱਚ, ਭੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫਰਿਜੀ, ਹਿੱਵੀ ਅਤੇ ਯਬੂਸੀ। ਯਰੀਹੋ ਦਾ ਇੱਕ ਰਾਜਾ, ਅਈ ਦਾ ਜਿਹੜਾ ਬੇਤੇਲ ਕੋਲ ਹੈ ਰਾਜਾ ਇੱਕ, ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ, ਯਰਮੂਤ ਦਾ ਰਾਜਾ ਇੱਕ, ਲਕੀਸ਼ ਦਾ ਰਾਜਾ ਇੱਕ, ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ, ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ, ਹਰਮਾ ਦਾ ਰਾਜਾ ਇੱਕ, ਅਗਦ ਦਾ ਰਾਜਾ ਇੱਕ, ਲਿਬਨਾ ਦਾ ਰਾਜਾ ਇੱਕ, ਅਦੁਲਾਮ ਦਾ ਰਾਜਾ ਇੱਕ, ਮਕੇਦਾ ਦਾ ਰਾਜਾ ਇੱਕ, ਬਤੇਲ ਦਾ ਰਾਜਾ ਇੱਕ, ਤਪੂਆ ਦਾ ਰਾਜਾ ਇੱਕ, ਹੇਫਰ ਦਾ ਰਾਜਾ ਇੱਕ, ਅਫੇਕ ਦਾ ਰਾਜਾ ਇੱਕ, ਲਸ਼ਾਰੋਨ ਦਾ ਰਾਜਾ ਇੱਕ, ਮਾਦੋਨ ਦਾ ਰਾਜਾ ਇੱਕ, ਹਸੋਰ ਦਾ ਰਾਜਾ ਇੱਕ, ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ ਦਾ ਰਾਜਾ ਇੱਕ, ਤੀਆਨਾਗ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ, ਕਦਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਕਨਾਮ ਦਾ ਰਾਜਾ ਇੱਕ, ਦੂਰ ਦੀ ਉਚਾਈ ਵਿੱਚ ਦੂਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੁਮ ਦਾ ਰਾਜਾ ਇੱਕ, ਤਿਰਸਾ ਦਾ ਰਾਜਾ ਇੱਕ। ਸਾਰੇ ਰਾਜੇ 31 ਹਨ। ਯਹੋਸ਼ੂਆ ਅਧਿਆਇ 13। ਯਹੋਸ਼ੂਆ ਬੁੱਢਾ ਅਤੇ ਵੱਡੀ ਉਮਰ ਦਾ ਸੀ, ਤਾਂ ਯਹੋਵਾ ਨੇ ਉਹਨੂੰ ਆਖਿਆ, ਤੂੰ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹੈ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਅਜੇ ਬਾਕੀ ਹੈ। ਬਾਕੀ ਧਰਤੀ ਇਹ ਹੈ, ਫਰਿਸ਼ਤੀਆਂ ਦੇ ਸਾਰੇ ਹਲਕੇ ਅਤੇ ਗਸ਼ੂਰੀਆਂ ਦੇ ਸਾਰੇ, ਸਿਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ, ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਗਿਣਦਾ ਹੈ, ਫਲਿਸਤੀਆਂ ਦੇ 5 ਸਰਦਾਰ ਅਰਥਾਤ ਅਜ਼ੀਆ, ਅਸ਼ਦੋਦੀਆਂ, ਅਸਕਲੋਨੀਆਂ, ਗਿਤੀਆਂ ਅਤੇ ਅਕਰੋਨੀਆਂ ਦੇ ਨਾਲੇ ਅਵੀਆਂ ਦੇ, ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ਼ ਅਤੇ ਮਾਰਾ ਜਿਹੜਾ ਸਿਦੋਨੀਆਂ ਦਾ ਹੈ, ਅਫਰੀਕਾ ਤੀਕ ਅਮੋਰੀਆਂ ਦੀ ਹੱਦ ਤੀਕ ਅਤੇ ਗਿਬਲੀਆਂ ਦਾ ਦੇਸ਼ ਅਤੇ ਸਾਰਾ ਲਬਨਾਨ ਸੂਰਜ ਦੇ ਚੜ੍ਹਦੀ ਵੱਲ, ਬਾਲ ਗਾਦ ਤੋਂ ਜਿਹੜਾ ਹਬਰੋਨ ਦੇ ਪਰਬਤ ਹੇਠ ਹੈ, ਹਮਾਦ ਦੇ ਰਾਹ ਤੀਕ, ਪਹਾੜ ਦੇ ਸਾਰੇ ਵਸਨੀਕ ਲਬਨਾਨ ਤੋਂ ਮਿਸਰਫੋਥੇਮੀਅਮ ਤੱਕ ਅਰਥਾਤ ਸਾਰੇ ਸਿਦੋਨੀ, ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ। ਕੇਵਲ ਤੂੰ ਉਹਨੂੰ ਇਸਰਾਏਲ ਲਈ ਮਿਲਕ ਵਿੱਚ ਅਲਾਟ ਕਰ ਦੇ,
ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ। ਹੁਣ ਇਸ ਧਰਤੀ ਨੂੰ ਉਹਨਾਂ 9 ਗੋਤਾਂ ਅਤੇ ਮਨੁੱਸ਼ਾ ਦੇ ਅੱਧੇ ਗੋਤ ਲਈ ਮਿਲਕ ਵਿੱਚ ਵੰਡ ਦੇਈ। ਉਹਨਾਂ ਦੇ ਨਾਲ ਰੂਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਕ, ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ, ਲੈ ਲਈ ਹੈ, ਜਿਵੇਂ ਯਹੋਵਾ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ। ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ, ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿਚਕਾਰ ਹੈ, ਅਤੇ ਮੇਦਬਾ ਦਾ ਸਾਰਾ ਮੈਦਾਨ ਦਿਬੋਨ ਤੀਕ, ਅਤੇ ਅਮੋਰੀਆਂ ਦੇ ਰਾਜੇ ਸਿਹੋਨ ਦੇ ਸਾਰੇ ਸ਼ਹਿਰ, ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ, ਅਮੋਨੀਆਂ ਦੀ ਹੱਦ ਤੀਕ, ਅਤੇ ਗਿਲਾਦ ਅਤੇ ਗਸ਼ੂਰੀਆਂ ਅਤੇ ਮਕਾਥੀਆਂ ਦੀ ਹੱਦ, ਅਤੇ ਸਾਰਾ ਹਰਮੋਨ ਪਰਬਤ, ਅਤੇ ਸਾਰਾ ਬਸ਼ਾਨ ਸਲਕਾਤਿਕ। ਬਸ਼ਾਨ ਵਿੱਚ ਓਗ ਦਾ ਸਾਰਾ ਰਾਜ, ਜਿਹੜਾ ਅਸ਼ਤਾਰੋਤ ਅਰ ਅਦਰਈ ਵਿੱਚ ਰਾਜ ਕਰਦਾ ਸੀ, ਉਹ ਰਫਾਈਆਂ ਦੇ ਬਕੀਏ ਤੋਂ ਰਹਿ ਗਿਆ ਸੀ, ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ। ਤਾਂ ਵੀ ਇਸਰਾਏਲ ਨੇ ਗਸ਼ੂਰੀਆਂ ਅਤੇ ਮਾਕਾਥੀਆਂ ਨੂੰ ਨਾ ਕੱਢਿਆ, ਪਰ ਗਸ਼ੂਰੀ ਅਤੇ ਮਾਕਾਥੀ ਅੱਜ ਦੇ ਦਿਨ ਤੀਕ ਇਸਰਾਏਲ ਦੇ ਵਿੱਚ ਰਹਿੰਦੇ ਹਨ। ਕੇਵਲ ਲੇਵੀਆਂ ਦੇ ਗੋਤ ਨੂੰ ਉਸਨੇ ਮਿਲਕ ਨਾ ਦਿੱਤੀ। ਇਸਰਾਏਲ ਦੇ ਪਰਮੇਸ਼ਰ ਯਹੋਵਾ ਦੀਆਂ ਅੱਗ ਦੀਆਂ ਭੇਟਾਂ ਉਹਦੀ ਮਿਲਕ ਹਨ, ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ। ਮੂਸਾ ਨੇ ਰੂਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣੇ ਅਨੁਸਾਰ ਵੰਡ ਦਿੱਤਾ, ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ, ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿਚਕਾਰ ਹੈ, ਅਤੇ ਮੇਦਬਾ ਤੀਕ ਸਾਰਾ ਮੈਦਾਨ, ਹਸ਼ਬੋਨ ਅਤੇ ਉਹਦੇ ਸਾਰੇ ਸ਼ਹਿਰ ਜਿਹੜੇ ਉੱਪਰਲੇ ਮੈਦਾਨ ਵਿੱਚ ਹਨ, ਅਰਥਾਤ ਦਿਬੋਨ ਅਤੇ ਬਾਬੋਤ ਬਾਲ ਅਤੇ ਬੈਤ ਬਾਲ ਮੋਨ ਅਤੇ ਯਹਸਾ ਅਤੇ ਕਦੇਮੋਤ ਅਤੇ ਮੇਫਾਤ ਅਤੇ ਕਿਰਿਯਥੀਮ ਅਤੇ ਸਿਵਮਾ ਅਤੇ ਸਰਬਸ਼ਰ ਜਿਹੜਾ ਪਹਾੜ ਦੀ ਖੱਡ ਵਿੱਚ ਹੈ, ਅਤੇ ਬੈਤਪੋਰ ਅਤੇ ਪਿਸਗਾ ਦੀਆਂ ਢਾਲਾਂ ਅਤੇ ਬੈਤ ਯਸ਼ੀਮੋਤ ਅਤੇ ਉੱਪਰਲੇ ਮੈਦਾਨ ਦੇ ਸਾਰੇ ਸ਼ਹਿਰ, ਅਤੇ ਅਮੋਰੀਆਂ ਦੇ ਰਾਜੇ ਸਿਹੋਨ ਦਾ ਸਾਰਾ ਰਾਜ, ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ, ਅਤੇ ਜਿਹਨੂੰ ਮੂਸਾ ਨੇ ਮਿਦਿਆਨ, ਅਵੀ, ਰਕਮ, ਸੂਰ, ਹੂਰ ਅਤੇ ਰਬਾ ਦੀਆਂ ਪ੍ਰਧਾਨਾਂ ਸਣੇ, ਜਿਹੜੇ ਸਿਹੋਨ ਦੇ ਸ਼ਹਜ਼ਾਦੇ ਸਨ ਅਤੇ ਜਿਹੜੇ ਉਸ ਦੇ ਵਿੱਚ ਵਸਦੇ ਸਨ, ਮਾਰਿਆ ਸੀ। ਉਸ ਫਾਲ ਪਾਉਣ ਵਾਲੇ ਬੋਰ ਦੇ ਪੁੱਤਰ ਬਿਲਾਮ ਨੂੰ ਵੀ ਇਸਰਾਏਲੀਆਂ ਨੇ ਤੇਗ ਨਾਲ ਉਹਨਾਂ ਦੇ ਵੱਡੇ ਹੋਇਆਂ ਦੇ ਵਿੱਚ ਵੱਢਿਆ। ਰੂਬੇਨੀਆਂ ਦੀ ਹੱਦ ਯਰਦਨ ਔਰ ਉਹਦੀ ਹੱਦ ਸੀ। ਰੂਬੇਨੀਆਂ ਦੀ ਮਿਲਕ ਉਹਨਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ। ਮੂਸਾ ਨੇ ਗਾਦ ਦੇ ਗੋਤ ਨੂੰ, ਅਰਥਾਤ ਗਾਦੀਆਂ ਨੂੰ, ਉਹਨਾਂ ਦੇ ਘਰਾਣੇ ਅਨੁਸਾਰ ਮਿਲਕ ਦੇ ਦਿੱਤੀ, ਅਤੇ ਉਹਨਾਂ ਦੀ ਹੱਦ ਯਜੇਰ ਸੀ, ਅਤੇ ਗਿਲਿਆਦ ਦੇ ਸਾਰੇ ਸ਼ਹਿਰ ਅਤੇ ਅਮੋਨੀਆ ਦਾ ਅੱਧਾ ਦੇਸ਼ ਅਰੋਏਰ ਤੀਕ, ਜਿਹੜਾ ਰਬਾ ਦੇ ਅੱਗੇ ਹੈ, ਅਤੇ ਹਸ਼ਬੋਨ ਤੋਂ ਰਾਮਤ ਮਿਸਪਾ ਅਤੇ ਬਟੋਨੀਮ ਤੱਕ, ਅਤੇ ਮਹੀਨੀਮ ਤੋਂ ਦਬੀਰ ਦੀ ਹੱਦ ਤੀਕ, ਅਤੇ ਖੱਡ ਵਿੱਚ ਬੈਤ ਹਰਾਮ ਅਤੇ ਬੈਤ ਨਿਮਰਾ ਅਤੇ ਸੁਕੋਤ ਅਤੇ ਸਫਹੋਨ, ਅਰਥਾਤ ਹਸ਼ਬੋਨ ਦੇ ਰਾਜੇ ਸਿਹੋਨ ਦਾ ਬਾਕੀ ਰਾਜ, ਜਿਹਦੀ ਹੱਦ ਯਰਦਨ ਸੀ, ਕਿੰਨਰਤ ਸਮੁੰਦਰ ਦੇ ਸਿਰੇ ਤੀਕ, ਯਰਦਨ ਪਾਰ ਪੂਰਬ ਵੱਲ। ਇਹ ਗਾਦੀਆਂ ਦੀ ਮਿਲਕ ਉਹਨਾਂ ਦੇ ਘਰਾਣਿਆਂ, ਸਾਰੇ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ। ਮੂਸਾ ਨੇ ਮਨੁੱਸ਼ਾ ਦੇ ਅੱਧੇ ਗੋਤ ਨੂੰ ਵੀ ਮਿਲਕ ਦੇ ਦਿੱਤੀ, ਅਤੇ ਉਹ ਮਨੁੱਸ਼ਾ ਦੇ ਅੱਧੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਅਤੇ ਉਹਨਾਂ ਦੀ ਹੱਦ ਮਹਨੀਮ ਤੋਂ ਸੀ, ਅਰਥਾਤ ਸਾਰਾ ਬਸ਼ਾਨ, ਬਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ, ਅਤੇ ਯਾਇਰ ਦੇ ਸਾਰੇ ਨਗਰ, ਜਿਹੜੇ ਬਸ਼ਾਨ ਵਿੱਚ ਸਨ, 60 ਸ਼ਹਿਰ ਸਨ, ਅਤੇ ਗਿਲਾਦ ਅੱਧ ਅਤੇ ਅਸ਼ਤਾਰੋਤ ਅਤੇ ਅਦਰਈ ਬਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੁੱਸ਼ਾ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਲਈ ਸਨ, ਅਰਥਾਤ ਮਾਕੀਰ ਦੇ ਪੁੱਤਰਾਂ ਦੇ ਅੱਧ ਲਈ ਉਹਨਾਂ ਦੇ ਘਰਾਣੇ ਅਨੁਸਾਰ। ਇਹ ਉਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੁਆਬ ਦੇ ਮੈਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ, ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਮਿਲਕ ਨਾ ਦਿੱਤੀ। ਇਸਰਾਏਲ ਦਾ ਪਰਮੇਸ਼ਰ ਯਹੋਵਾ ਹੀ ਉਹਨਾਂ ਦੀ ਮਿਲਕ ਹੈ, ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ। ਯੋਸ਼ੂਆ ਅਧਿਆਇ 14। ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ਼ ਵਿੱਚ ਹਨ, ਜਿਹੜੀਆਂ ਅਲਾਜ਼ਾਰ ਜਾਜਕ, ਨੂਨ ਦੇ ਪੁੱਤਰ ਯੋਸ਼ੂਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਇਸਰਾਏਲੀਆਂ ਨੂੰ ਮਿਲਕ ਵਿੱਚ ਵੰਡੀਆਂ, ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਕ ਦਿੱਤੀ, ਜਿਵੇਂ ਯਹੋਵਾ ਨੇ ਮੂਸਾ ਦੇ ਰਾਹੀਂ 9.5 ਗੋਤਾਂ ਨੂੰ ਹੁਕਮ ਦਿੱਤਾ ਸੀ, ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ 2.5 ਗੋਤਾਂ ਨੂੰ ਮਿਲਕ ਦਿੱਤੀ, ਪਰ ਉਸਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਕ ਨਾ ਦਿੱਤੀ। ਯੂਸਫ ਦੀ ਅੰਸ਼ ਦੇ 2 ਗੁੱਤ ਸਨ, ਅਰਥਾਤ ਮਨੁੱਸ਼ਾ ਅਤੇ ਅਫਰਾਇਮ, ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ਼ ਵਿੱਚ ਕੋਈ ਹਿੱਸਾ ਨਹੀਂ ਦਿੱਤਾ, ਕੇਵਲ ਵਸਣ ਦੇ ਸ਼ਹਿਰ ਅਤੇ ਉਹਨਾਂ ਦੇ ਪਸ਼ੂਆਂ ਅਤੇ ਮਾਲ ਲਈ ਸ਼ਾਮਲਾਤ ਦਿੱਤੀ, ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਉਵੇਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ਼ ਨੂੰ ਵੰਡ ਲਿਆ। ਤਦ ਯਹੂਦੀ ਗਿਲਗਾਲ ਵਿੱਚ ਯੋਸ਼ੂਆ ਕੋਲ ਆਏ, ਅਤੇ ਯਫੁੰਨਾ ਕਨੀਜੀ ਦੇ ਪੁੱਤਰ ਕਾਲੇਬ ਨੇ ਉਹਨੂੰ ਆਖਿਆ ਕਿ ਤੂੰ ਇਸ ਗੱਲ ਨੂੰ ਜਾਣਦਾ ਹੈ, ਜਿਹੜੀ ਯਹੋਵਾ ਨੇ ਪਰਮੇਸ਼ਰ ਦੇ ਬੰਦੇ ਮੂਸਾ ਨੂੰ ਕਾਦੇਸ਼ ਬਰਨੀਏ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਕੀਤੀ ਸੀ।
ਮੈਂ 40 ਵਰ੍ਹਾਂ ਦਾ ਸਾਂ ਜਦ ਯਹੋਵਾ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ਼ ਬਰਨਿਆ ਤੋਂ ਉਸ ਦੇਸ਼ ਦਾ ਖੋਜ ਕਰਨ ਲਈ ਘੱਲਿਆ, ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖਬਰ ਉਹਨੂੰ ਦਿੱਤੀ। ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਪਾਣੀਓ ਪਾਣੀ ਕਰ ਦਿੱਤਾ, ਪਰ ਮੈਂ ਆਪਣੇ ਪਰਮੇਸ਼ਰ ਯਹੋਵਾ ਦੇ ਪਿੱਛੇ ਲੱਗਾ ਰਿਹਾ। ਤਾਂ ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ, ਭਈ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘੇ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਮਿਲਕ ਹੋਵੇਗੀ ਕਿ ਤੂੰ ਯਹੋਵਾ ਮੇਰੇ ਪਰਮੇਸ਼ਰ ਦੇ ਪਿੱਛੇ ਲੱਗਾ ਰਿਹਾ ਹੈ। ਹੁਣ ਵੇਖ, ਯਹੋਵਾ ਨੇ ਮੈਨੂੰ ਇਹ 45 ਵਰ੍ਹੇ ਜਿਉਂਦਾ ਰੱਖਿਆ ਹੈ ਜਿਵੇਂ ਉਹ ਬੋਲਿਆ ਸੀ, ਅਰਥਾਤ ਉਸ ਵੇਲੇ ਤੋਂ ਜਦ ਯਹੋਵਾ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ, ਮੈਂ 85 ਵਰ੍ਹਾਂ ਦਾ ਹਾਂ। ਮੈਂ ਅਜੇ ਤੱਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸਾਂ ਜਦ ਮੂਸਾ ਨੇ ਮੈਨੂੰ ਘੱਲਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਵੇਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ। ਹੁਣ ਮੈਨੂੰ ਇਹ ਪਹਾੜੀ ਦੇਸ਼ ਜਿਹਦਾ ਯਹੋਵਾ ਨੇ ਉਸ ਦਿਨ ਬਚਨ ਕੀਤਾ ਸੀ, ਕਿਉਂ ਜੋ ਤੈਂ ਉਸ ਦਿਨ ਸੁਣਿਆ ਕਿ ਅਕਾਨੀ ਉੱਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ, ਸ਼ਾਇਦ ਯਹੋਵਾ ਮੇਰੇ ਨਾਲ ਰਹੇ ਅਤੇ ਮੈਂ ਉਹਨਾਂ ਨੂੰ ਕੱਢ ਸਕਾਂ ਜਿਵੇਂ ਯਹੋਵਾ ਨੇ ਬਚਨ ਕੀਤਾ ਸੀ। ਤਾਂ ਯੋਸ਼ੂਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫੂਨਾ ਦੇ ਪੁੱਤਰ ਕਾਲੇਬ ਨੂੰ ਹਬਰੋਨ ਮਿਲਕ ਵਿੱਚ ਦਿੱਤਾ। ਇਸ ਕਾਰਨ ਅੱਜ ਦੇ ਦਿਨ ਹਬਰੋਨ ਯਫੂਨਾ ਕਨਿਜੀ ਦੇ ਪੁੱਤਰ ਕਾਲੇਬ ਦੀ ਮਿਲਕ ਹੈ, ਕਿਉਂ ਜੋ ਉਹ ਇਸਰਾਏਲ ਦੇ ਪਰਮੇਸ਼ਰ ਯਹੋਵਾ ਦੇ ਮਗਰ ਤੁਰਦਾ ਰਿਹਾ। ਅਤੇ ਹਬਰੋਨ ਦਾ ਨਾਮ ਇਸ ਤੋਂ ਅੱਗੇ ਕਿਰੀਅਤ ਅਰਬਾ ਸੀ। ਉਹ ਅਰਬਾ ਅਕਾਨੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ। ਫੇਰ ਦੇਸ਼ ਨੂੰ ਲੜਾਈ ਤੋਂ ਆਰਾਮ ਮਿਲਿਆ। ਯੋਸ਼ੂਆ ਅਧਿਆਇ 15। ਯਹੂਦੀਆਂ ਦੇ ਗੋਤ ਦਾ ਗੁਣਾ ਉਹਨਾਂ ਦੇ ਘਰਾਣੇ ਅਨੁਸਾਰ ਅਦੋਮ ਦੀ ਹੱਦ ਤੀਕ ਸੀ, ਅਰਥਾਤ ਦੱਖਣ ਵੱਲ ਸੀਨ ਦੀ ਉਜਾੜ ਤੱਕ, ਜਿਹੜੀ ਦੱਖਣ ਦੇ ਸਿਰੇ ਉੱਤੇ ਹੀ ਹੈ, ਅਤੇ ਉਹਨਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਸੀ, ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ, ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੀਕ ਅੱਪੜਦੀ ਸੀ ਅਤੇ ਸੀਨ ਵੱਲ ਜਾਂਦੀ ਸੀ, ਅਤੇ ਕਾਦੇਸ਼ ਬਰਨਿਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸ਼ਰੋਨ ਕੋਲੋਂ ਦੀ ਲੰਘ ਕੇ ਅਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ। ਤਾਂ ਅਸਮੋਨ ਤੀਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ। ਇਹ ਤੁਹਾਡੀ ਦੱਖਣ ਹੱਦ ਰਹੇਗੀ। ਅਤੇ ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੀਕ ਸੀ, ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ। ਤਾਂ ਉਹ ਹੱਦ ਬੈਤ ਹਗਲਾ ਤੀਕ ਚੜ੍ਹ ਕੇ ਬੈਤ ਅਰਬਾ ਦੇ ਉੱਤਰ ਦੇ ਪਾਸੇ ਦੀ ਲੰਘੀ, ਅਤੇ ਉਹ ਹੱਦ ਰੂਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੀਕ ਚੜੀ, ਅਤੇ ਫਿਰ ਉਹ ਹੱਦ ਅਕੋਰ ਦੀ ਖੜ ਤੋਂ ਦਬੀਰ ਤੱਕ ਚੜ ਗਈ ਅਤੇ ਉੱਤਰ ਵੱਲ ਗਿਲਗਾਲ ਨੂੰ ਮੁੜੀ, ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ, ਜੋ ਨਦੀ ਦੇ ਦੱਖਣ ਵੱਲ ਹੈ। ਉਹ ਹੱਦ ਏਨ ਅਤੇ ਉਹ ਹੱਦ ਏਨ ਸ਼ਮਸ ਦੇ ਪਾਣੀ ਤੱਕ ਲੰਘੀ, ਅਤੇ ਉਸ ਦਾ ਫੈਲਾਓ ਏਨ ਰੋਗੇਲ ਤੱਕ ਸੀ। ਤਾਂ ਫਿਰ ਉਹ ਹੱਦ ਬਨ ਹਿਨੋਮ ਦੀ ਵਾਦੀ ਥਾਣੀ ਯਬੂਸੀਅਨ ਦੀ ਚੜ੍ਹਾਈ ਤੀਕ ਦੱਖਣ ਵੱਲ ਚੜ ਗਈ, ਅਤੇ ਉਹ ਯਰੂਸ਼ਲਮ ਹੈ। ਤਾਂ ਉਹ ਹੱਦ ਉਸ ਪਹਾੜ ਦੀ ਟੀਸੀ ਤੱਕ ਚੜੀ ਜਿਹੜੀ ਲਹਿੰਦੇ ਵੱਲ ਹਿਨੋਮ ਦੀ ਵਾਦੀ ਦੇ ਸਾਹਮਣੇ ਹੈ, ਅਤੇ ਜੋ ਰਫਾਇਮ ਦੀ ਖੜ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ। ਤਾਂ ਉਹ ਹੱਦ ਪਹਾੜ ਦੀ ਟੀਸੀ ਤੋਂ ਨਫਤੋਆ ਦੇ ਸੋਤੇ ਦੇ ਪਾਣੀਆਂ ਤੀਕ ਜਾ ਆਪੜੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੀਕ ਗਈ। ਫਿਰ ਉਹ ਹੱਦ ਬਾਲਾ ਤੀਕ ਜਿਹੜਾ ਕਿਰੀਅਤ ਯਾਰੀਮ ਹੈ ਆਪੜੀ। ਤਾਂ ਉਹ ਹੱਦ ਬਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੀਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਾਈ ਤੀਕ ਉੱਤਰ ਵੱਲ ਲੰਘੀ, ਜਿਹੜਾ ਕਮਲੋਨ ਹੈ। ਫਿਰ ਬੈਤ ਸ਼ਮਸ਼ ਨੂੰ ਉਤਰ ਕੇ ਤਿਮਨਾ ਦੇ ਕੋਲੋਂ ਦੀ ਲੰਘੀ। ਫਿਰ ਉਹ ਹੱਦ ਅਕਰੋਨ ਦੀ ਉਚਾਈ ਤੀਕ ਉੱਤਰ ਵੱਲ ਗਈ, ਅਤੇ ਉਹ ਹੱਦ ਸ਼ਿਕਰੋਨ ਤੀਕ ਆਪੜੀ। ਤਾਂ ਬਾਲਾ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿਕਲੀ। ਉਸ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ। ਲਹਿੰਦੀ ਹੱਦ ਵੱਡੇ ਸਮੁੰਦਰ ਦੇ ਕੰਢੇ ਤੀਕ ਸੀ। ਇਹ ਯਹੂਦੀਆਂ ਦੇ ਆਲੇ ਦੁਆਲੇ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਹੈ। ਯਫੂਨਾ ਦੇ ਪੁੱਤਰ ਕਾਲੇਬ ਨੂੰ ਉਸਨੇ ਯਹੂਦੀਆਂ ਦੇ ਵਿੱਚ ਯਹੋਵਾ ਦੇ ਹੁਕਮ ਅਨੁਸਾਰ ਜੋ ਉਹਨੇ ਯੋਸ਼ੂ ਨੂੰ ਦਿੱਤਾ ਸੀ ਹਿੱਸਾ ਦਿੱਤਾ, ਅਰਥਾਤ ਕਿਰੀਅਤ ਅਰਬਾ ਜਿਹੜਾ ਹਬਰੋਨ ਹੈ, ਅਤੇ ਅਰਬਾ ਅਨਾਕ ਦਾ ਪਿਤਾ ਸੀ। ਤਾਂ ਕਾਲੇਬ ਨੇ ਉਥੋਂ ਅਨਾਕ ਦੇ 13 ਪੁੱਤਰਾਂ ਨੂੰ ਕੱਢ ਦਿੱਤਾ, ਅਰਥਾਤ ਸੇਸੈ, ਅਹੀਮਾਨ ਅਤੇ ਤਲਮੈ, ਅਨਾਕ ਦੀ ਅੰਸ਼ ਨੂੰ। ਉਥੋਂ ਉਹਨੇ ਦਬੀਰ ਦੇ ਵਸਨੀਕਾਂ ਉੱਤੇ ਚੜ੍ਹਾਈ ਕੀਤੀ, ਅਤੇ ਇਹ ਦਬੀਰ ਦਾ ਨਾਮ ਪਹਿਲਾਂ ਕਿਰੀਅਤ ਸੇਫਰ ਸੀ। ਤਾਂ ਕਾਲੇਬ ਨੇ ਆਖਿਆ, ਜੋ ਕੋਈ ਕਿਰੀਅਤ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸਨੂੰ ਆਪਣੀ ਧੀ ਯਕਸਾ ਵਿਆਹ ਦਿਆਂਗਾ। ਕਾਲੇਬ ਦੇ ਭਰਾ ਕਨਜ਼ ਦੇ ਪੁੱਤਰ ਅਥਨੀਏਲ ਨੇ ਉਸਨੂੰ ਲੈ ਲਿਆ, ਸੋ ਉਹਨੇ ਅਕਸਾ ਆਪਣੀ ਧੀ ਉਸਨੂੰ ਵਿਆਹ ਦਿੱਤੀ। ਫਿਰ ਇਉਂ ਹੋਇਆ ਕਿ ਜਦ ਉਹ ਉੱਥੇ ਆਏ ਤਾਂ ਉਸਨੇ ਉਹਨੂੰ ਚੁੱਕਿਆ ਕਿ ਉਹ ਉਹਦੇ ਪਿਤਾ ਤੋਂ ਇੱਕ ਪੈਲੀ ਮੰਗੇ,
ਜਦੋਂ ਆਪਣੇ ਖੋਤੇ ਤੋਂ ਉਤਰੀ ਤਾਂ ਕਾਲਬ ਨੂੰ ਆਖਿਆ, ਤੂੰ ਕੀ ਮੰਗਦੀ ਹੈ? ਤਾਂ ਉਸ ਆਖਿਆ, ਮੈਨੂੰ ਬਰਕਤ ਦੇ, ਕਿਉਂ ਜੋ ਤੂੰ ਮੈਨੂੰ ਦੱਖਣੀ ਦੇਸ਼ ਦਾਨ ਦਿੱਤਾ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦੇ। ਉਪਰੰਤ ਉਸਨੇ ਉਹਨੂੰ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਦੇ ਦਿੱਤੇ। ਇਹ ਯਹੂਦੀਆਂ ਦੇ ਗੋਤ ਦੀ ਮਿਲਕ ਉਹਨਾਂ ਦੇ ਘਰਾਣੇ ਦੇ ਅਨੁਸਾਰ ਹੈ ਅਤੇ ਯਹੂਦੀਆਂ ਦੇ ਗੋਤ ਦੇ ਸਿਰੇ ਵਾਲੇ ਸ਼ਹਿਰ ਦੇ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ: ਕਬਸਏਲ ਅਤੇ ਏਦਰ ਅਤੇ ਯਾਗੂਰ ਅਤੇ ਕੀਨਾ ਅਤੇ ਦੀਮੋਨਾ ਅਤੇ ਆਦਾਦਾ ਅਤੇ ਕਦਸ਼ ਅਤੇ ਹਾਸੋਰ ਅਤੇ ਯਤਨਾਨ, ਜੀਫ ਅਤੇ ਤਲਮ ਅਤੇ ਬਾਲੋਤ ਅਤੇ ਹਾਸੋਰ ਹਦਤਾਰ ਅਤੇ ਕਰੀਓਤ ਹਸਰੋਨ ਜਿਹੜਾ ਹਾਸੋਰ ਹੈ, ਅਮਾਮ ਅਤੇ ਸ਼ਮਾ ਅਤੇ ਮੋਲਦਾ ਅਤੇ ਹਸਰ ਗਦਾ ਅਤੇ ਹਸ਼ਮੋਨ ਅਤੇ ਬੈਤ ਪਲਟ ਅਤੇ ਹਸਰ ਸੁਆਲ ਅਤੇ ਬੇਰਸ਼ਬਾ ਅਤੇ ਬਿਜਥਇਆ ਅਤੇ ਬਾਲਾ ਅਤੇ ਈਮ ਅਤੇ ਆਸਮ ਅਤੇ ਅਲਤੁਤਦ ਅਤੇ ਕਸੀਲ ਅਤੇ ਹਰਮਾ ਅਤੇ ਸਿਗਲਗ ਅਤੇ ਮਦਮਨਾ ਅਤੇ ਸਨਸਨਾ ਅਤੇ ਲਬਾਓਤ ਅਤੇ ਸ਼ਲਹੀਮ ਅਤੇ ਅਈਨ ਅਤੇ ਰਿਮੋਨ, ਸਾਇਸ਼ਰ 29 ਅਤੇ ਉਹਨਾਂ ਦੇ ਪਿੰਡ ਸਨ। ਮੈਦਾਨ ਵਿੱਚ ਅਸ਼ਤਾਓਲ ਅਤੇ ਸਾਰਾ ਅਤੇ ਅਸਨਾ ਅਤੇ ਜਾਨਵਾ ਅਤੇ ਐਨਗਨੀਮ, ਤਪੂਹਾ ਅਤੇ ਏਨਾਮ, ਯਰਮੂਤ ਅਤੇ ਅਦੁਲਾਮ, ਸੁਕੋ ਅਤੇ ਅਜ਼ੇਕਾ ਅਤੇ ਸ਼ਰੀਮ ਅਤੇ ਅਦੀਥਿਯਮ ਅਤੇ ਗਦੇਰਾ ਅਤੇ ਗਦੇਰੋ ਯਥੀਮ, 14 ਸ਼ਹਿਰ ਅਤੇ ਉਹਨਾਂ ਦੇ ਪਿੰਡ, ਸਨਾਨ ਅਤੇ ਹਾਦਸ਼ਾ ਅਤੇ ਮਿਦਗਲ ਗਾਦ ਅਤੇ ਦਿਲਾਨ ਅਤੇ ਮਿਸਪਾ ਅਤੇ ਯਾਕਥੇਲ, ਲਾਕੀਸ਼ ਅਤੇ ਬਾਸਕਤ ਅਤੇ ਅਗਲੋਨ ਅਤੇ ਕਬੋਨ, ਲਹਿਮਾਸ ਅਤੇ ਕਿਤਲੀਸ਼ ਅਤੇ ਗਦੇਰੋਤ ਅਤੇ ਦਾਗੋਨ ਅਤੇ ਨਮਹ ਅਤੇ ਮਕੇਦਾ, 16 ਸ਼ਹਿਰ ਅਤੇ ਉਹਨਾਂ ਦੇ ਪਿੰਡ, ਲਿਬਨਾ ਅਤੇ ਅਥਰ ਅਤੇ ਆਸ਼ਾਨ ਅਤੇ ਯਿਫਤਾ ਅਤੇ ਅਸ਼ਨਾ ਅਤੇ ਨਸੀਬ ਅਤੇ ਕਹੀਲਾ ਅਤੇ ਅਕਜ਼ੀਬ ਅਤੇ ਮਾਰਸ਼ਾ, 9 ਸ਼ਹਿਰ ਅਤੇ ਉਹਨਾਂ ਦੇ ਪਿੰਡ, ਅਕਰੋਨ ਅਤੇ ਉਹਦੀਆਂ ਬਸਤੀਆਂ ਅਤੇ ਪਿੰਡ, ਅਕਰੋਨ ਤੋਂ ਸਮੁੰਦਰ ਤੱਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ, ਨਾਲੇ ਉਹਨਾਂ ਦੇ ਪਿੰਡ, ਅਸ਼ਦੋਦ ਅਤੇ ਉਹਦੀਆਂ ਬਸਤੀਆਂ ਅਤੇ ਪਿੰਡ, ਅਜ਼ਾ ਅਤੇ ਉਹਦੀਆਂ ਬਸਤੀਆਂ ਅਤੇ ਪਿੰਡ, ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕੰਢੇ ਤੀਕ ਅਤੇ ਪਹਾੜੀ ਦੇਸ਼ ਵਿੱਚ ਸ਼ਾਮੀਰ ਅਤੇ ਯਤੂਰ ਅਤੇ ਸੁਕੋ ਅਤੇ ਦਨਾ ਅਤੇ ਕਿਰੀਅਤ ਸਨਾ ਜਿਹੜਾ ਦਬੀਰ ਹੈ ਅਤੇ ਅਨਾਬ ਅਤੇ ਅਸ਼ਤਮੋ ਅਤੇ ਅਨੀਮ ਅਤੇ ਗੋਸ਼ਨ ਅਤੇ ਹੋਲੋਨ ਅਤੇ ਗਿਲੋ, 11 ਸ਼ਹਿਰ ਅਤੇ ਉਹਨਾਂ ਦੇ ਪਿੰਡ, ਅਰਾਬ ਅਤੇ ਦੁਮਾ ਅਸ਼ਾਨ ਅਤੇ ਯਾਨੀਮ ਅਤੇ ਬੈਤ ਤਪੂ ਅਤੇ ਅਫਿਕਾ ਅਤੇ ਹੁਮਤਾ ਅਤੇ ਕਿਰਤ ਅਰਬਾ ਜਿਹੜਾ ਹਬਰੋਨ ਹੈ ਅਤੇ ਸਿਯੋਰ, 9 ਸ਼ਹਿਰ ਅਤੇ ਉਹਨਾਂ ਦੇ ਪਿੰਡ, ਮਾਉਨ ਕਰਮਲ ਅਤੇ ਜ਼ੀਫ ਅਤੇ ਯੂਟਾ ਅਤੇ ਯਜ਼ਰੇਲ ਅਤੇ ਯਾਕਦਾਮ ਅਤੇ ਜਾਨਵਾ, ਕਈਨ, ਗਿਬਾ ਅਤੇ ਤਿਮਨਾ, 10 ਸ਼ਹਿਰ ਅਤੇ ਉਹਨਾਂ ਦੇ ਪਿੰਡ, ਹਲਹੂਲ, ਬੈਤਸੂਰ ਅਤੇ ਗਦੋਰ ਅਤੇ ਮਾਰਾਥ ਅਤੇ ਬੈਤਨੋਤ ਅਤੇ ਅਲਕਤਕੋਨ, 6 ਸ਼ਹਿਰ ਅਤੇ ਉਹਨਾਂ ਦੇ ਪਿੰਡ, ਕਿਰੀਅਤ ਬਾਲ ਜਿਹੜਾ ਕਿਰੀਅਤ ਯਾਰੀਮ ਹੈ ਅਤੇ ਰਬਾ, 2 ਸ਼ਹਿਰ ਅਤੇ ਉਹਨਾਂ ਦੇ ਪਿੰਡ, ਉਜਾੜ ਵਿੱਚ ਬੈਤ ਅਰਬਾ, ਮਿਦੀਨ ਅਤੇ ਸਾਕਕਾ ਅਤੇ ਨਿਸ਼ਬਾਨ ਅਤੇ ਲੂਣ ਦਾ ਸ਼ਹਿਰ ਅਤੇ ਏਨ ਗਦੀ, 6 ਸ਼ਹਿਰ ਅਤੇ ਉਹਨਾਂ ਦੇ ਪਿੰਡ। ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵਸਦੇ ਸਨ, ਯਹੂਦੀ ਉਹਨਾਂ ਨੂੰ ਨਾ ਕੱਢ ਸਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੱਕ ਵਸਦੇ ਹਨ। ਯਹੋਸ਼ੂਆ ਅਧਿਆਇ 16। ਯੂਸਫ ਦੇ ਅੰਸ਼ ਦਾ ਗੁਣਾ ਇਉਂ ਪਿਆ ਕਿ ਉਹ ਯਰਦਨ ਤੋਂ ਯਰੀਹੋ ਕੋਲ ਅਰਥਾਤ ਯਰੀਹੋ ਦੇ ਪਾਣੀਆਂ ਕੋਲੋਂ ਪੂਰਬ ਵੱਲ ਉਜਾੜ ਦੇ ਵਿੱਚ ਦੀ ਯਰੀਹੋ ਤੋਂ ਬੈਤੇਲ ਦੀ ਪਹਾੜੀ ਤੱਕ ਚੜ੍ਹਦਾ ਹੈ। ਫਿਰ ਬੈਤੇਲ ਤੋਂ ਲੂਜ ਨੂੰ ਗਈ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਰੋਥ ਨੂੰ ਗਈ। ਫਿਰ ਲਹਿੰਦੇ ਵੱਲ ਯਫਲੇਤੀਆਂ ਦੀ ਹੱਦ ਕੋਲੋਂ ਹੇਠਲੇ ਬੈਤ ਹੋਰੇਨ ਦੀ ਹੱਦ ਅਤੇ ਗਜ਼ਰ ਤੱਕ ਉਤਰੀ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। ਉਪਰੰਤ ਯੂਸਫ ਦੀ ਅੰਸ਼ ਨੇ ਅਰਥਾਤ ਮਨੁਸ਼ਾ ਅਤੇ ਅਫਰਾਇਮ ਨੇ ਆਪਣੀ ਇਹ ਮਿਲਕ ਲੈ ਲਈ। ਅਫਰਾਇਮ ਦੀ ਅੰਸ਼ ਦੀ ਹੱਦ ਉਹਨਾਂ ਦੇ ਘਰਾਣੇ ਅਨੁਸਾਰ ਇਹ ਸੀ। ਉਹਨਾਂ ਦੀ ਮਿਲਕ ਦੀ ਹੱਦ ਚੜ੍ਹਦੇ ਪਾਸੇ ਅਟਰੋਥ ਆਧਾਰ ਤੋਂ ਉੱਪਰਲੇ ਬੈਤ ਹੋਰੋਨ ਤੱਕ ਸੀ ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਤ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਰਤ ਸ਼ਿਲੋ ਨੂੰ ਮੁੜੀ ਅਤੇ ਯਨੋਹਾ ਦੇ ਪੂਰਬ ਵੱਲ ਉਹਦੇ ਨਾਲ ਦੀ ਲੰਘੀ ਅਤੇ ਯਨੋਹਾ ਤੋਂ ਅਟਰੋਥ ਅਤੇ ਨਾਰਾਥ ਵੱਲ ਉਤਰੀ ਅਤੇ ਯਰੀਹੋ ਨੂੰ ਅੱਪੜ ਕੇ ਯਰਦਨ ਨੂੰ ਗਈ ਅਤੇ ਉਹ ਹੱਦ ਲਹਿੰਦੀ ਵੱਲ ਤਪੂਆ ਤੋਂ ਕਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ। ਅਫਰਾਇਮ ਦੀ ਅੰਸ਼ ਦੇ ਗੋਦ ਦੀ ਮਿਲਕ ਉਹਨਾਂ ਦੇ ਘਰਾਣੇ ਅਨੁਸਾਰ ਇਹ ਸੀ। ਅਫਰਾਇਮ ਦੀ ਅੰਸ਼ ਲਈ ਮਨੁਸ਼ਾ ਦੀ ਅੰਸ਼ ਦੀ ਮਿਲਕ ਵਿੱਚ ਵੱਖ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ, ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵਸਦੇ ਸਨ ਨਾ ਕੱਢਿਆ,
ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਅਫਰਾਮੀਆਂ ਦੇ ਵਿੱਚ ਵਸਦੇ ਹਨ ਅਤੇ ਉਹ ਵਿਗਾੜ ਲਈ ਟਹਿਲੂ ਹਨ। ਯਹੋਸ਼ੂਆ ਅਧਿਆਇ 17। ਮਨੁੱਸ਼ਾ ਦੇ ਗੋਤ ਦਾ ਗੁਣ ਇਹ ਸੀ, ਇਸ ਲਈ ਜੋ ਉਹ ਯੂਸਫ ਦਾ ਪਲੋਠਾ ਸੀ, ਮਾਕੀਰ ਨੂੰ ਜਿਹੜਾ ਮਨੁੱਸ਼ਾ ਦਾ ਪਲੋਠਾ ਅਤੇ ਗਿਲਿਆਦ ਦਾ ਪੋਤਾ ਸੀ, ਜੁਦਾ ਹੋਣ ਕਰਕੇ ਗਿਲਿਆਦ ਅਤੇ ਬਾਸ਼ਾਨ ਮਿਲੇ। ਅਤੇ ਮਨੁੱਸ਼ਾ ਦਾ ਬਾਕੀ ਅੰਸ਼ ਦਾ ਵੀ ਇੱਕ ਗੁਣਾ ਉਹਨਾਂ ਦੇ ਘਰਾਣੇ ਅਨੁਸਾਰ ਸੀ, ਅਰਥਾਤ ਅਬੀਅਜ਼ਰ ਦੀ ਅੰਸ਼, ਹਿਲਕ ਦੀ ਅੰਸ਼, ਅਸਰੀਏਲ ਦੀ ਅੰਸ਼, ਸ਼ਕਮ ਦੀ ਅੰਸ਼, ਹੇਫਰ ਦੀ ਅੰਸ਼ ਅਤੇ ਸ਼ਮੀਦਾ ਦੀ ਅੰਸ਼ ਲਈ। ਇਹ ਯੂਸਫ ਦੇ ਪੁੱਤਰ ਮਨੁੱਸ਼ਾ ਦੇ ਪੁਰਖ ਉਹਨਾਂ ਦੇ ਘਰਾਣੇ ਅਨੁਸਾਰ ਸਨ। ਪਰ ਸਲਫਹਾਦ ਦੇ, ਜਿਹਦਾ ਪਿਓ ਹੇਫਰ, ਦਾਦਾ ਗਿਆਦ, ਪੜਦਾਦਾ ਬਾਕਾਰ ਅਤੇ ਨਕੜਦਾਦਾ ਮਨੁੱਸ਼ਾ ਸੀ, ਪੁੱਤਰ ਨਹੀਂ ਸਨ ਪਰ ਧੀਆਂ ਹੀ ਸਨ। ਅਤੇ ਉਹਦੀਆਂ ਧੀਆਂ ਦੇ ਨਾਂ ਇਹ ਸਨ, ਮਲਾ, ਨੋਆ, ਹਗਲਾ, ਮਿਲਕਾ ਅਤੇ ਤਿਰਸਾ। ਅਤੇ ਉਹਨਾਂ ਨੇ ਅਲ-ਅਜ਼ਾਰ ਜਾਜਕ ਦੇ ਸਾਹਮਣੇ, ਨੂਨ ਦੇ ਪੁੱਤਰ ਯੋਸ਼ੂਆ ਦੇ ਸਾਹਮਣੇ ਅਤੇ ਪ੍ਰਧਾਨਾਂ ਦੇ ਸਾਹਮਣੇ ਆਣ ਕੇ ਆਖਿਆ ਕਿ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਦੇ ਵਿੱਚ ਮਿਲਕ ਮਿਲੇ। ਸੋ ਉਹਨਾਂ ਨੂੰ ਯਹੋਵਾ ਦੇ ਹੁਕਮ ਅਨੁਸਾਰ ਉਹਨਾਂ ਦੇ ਚਾਚਿਆਂ ਤਾਇਆਂ ਦੇ ਵਿੱਚ ਮਿਲਕ ਦਿੱਤੀ। ਅਤੇ ਮਨੁੱਸ਼ਾ ਨੂੰ 10 ਹਿੱਸੇ ਗਿਲਿਆਦ ਅਤੇ ਬਾਸ਼ਾਨ ਤੋਂ ਛੁੱਟ ਜਿਹੜੇ ਯਰਦਨ ਤੋਂ ਪਾਰ ਸਨ ਮਿਲੇ, ਕਿਉਂ ਜੋ ਮਨੁੱਸ਼ਾ ਦੀਆਂ ਧੀਆਂ ਨੇ ਉਹਦੇ ਪੁੱਤਰਾਂ ਦੇ ਵਿੱਚ ਮਿਲਕ ਲਈ ਅਤੇ ਗਿਲਿਆਦ ਦਾ ਦੇਸ਼ ਮਨੁੱਸ਼ਾ ਦੇ ਬਾਕੀ ਪੁੱਤਰਾਂ ਦਾ ਸੀ। ਮਨੁੱਸ਼ਾ ਦੀ ਹੱਦ ਆਸ਼ੇਰ ਤੋਂ ਮਿਕਮਥਾਤ ਤੱਕ ਸੀ, ਜਿਹੜਾ ਸ਼ਕਮ ਦੇ ਸਾਹਮਣੇ ਸੀ, ਤਾਂ ਉਹ ਹੱਦ ਸੱਜੇ ਪਾਸਿਓਂ ਐਨ ਤਪੂਆ ਦੇ ਵਸਨੀਕਾਂ ਤੀਕ ਲੰਘੀ। ਤਪੂਆ ਦਾ ਦੇਸ਼ ਮਨੁੱਸ਼ਾ ਦਾ ਸੀ, ਪਰ ਤਪੂਆ ਮਨੁੱਸ਼ਾ ਦੀ ਹੱਦ ਕੋਲ ਅਫਰਾਈਮੀਆਂ ਦਾ ਸੀ। ਫਿਰ ਉਹ ਹੱਦ ਕਨਾਨ ਦੀ ਵਾਦੀ ਨੂੰ ਉਤਰੀ ਅਤੇ ਵਾਦੀ ਦੇ ਦੱਖਣ ਵੱਲ ਉਤਰੀ। ਅਫਰਾਇਮ ਦੇ ਇਹ ਸ਼ਹਿਰ ਮਨੁੱਸ਼ਾ ਦੇ ਸ਼ਹਿਰਾਂ ਵਿੱਚ ਸਨ ਅਤੇ ਮਨੁੱਸ਼ਾ ਦੀ ਹੱਦ ਵਾਦੀ ਦੇ ਉੱਤਰ ਵੱਲ ਸੀ ਅਤੇ ਉਸ ਦਾ ਫੈਲਾਓ ਸਮੁੰਦਰ ਤੀਕ ਸੀ। ਤਾਂ ਦੱਖਣ ਇਫਰਾਇਮ ਲਈ ਸੀ ਅਤੇ ਉੱਤਰ ਮਨੁੱਸ਼ਾ ਲਈ ਸੀ ਅਤੇ ਉਸ ਦੀ ਹੱਦ ਸਮੁੰਦਰ ਸੀ ਅਤੇ ਉਹ ਉੱਤਰ ਵੱਲ ਆਸ਼ੇਰ ਨਾਲ ਅਤੇ ਪੂਰਬ ਵੱਲ ਇਸਸਾਕਾਰ ਨਾਲ ਜਾ ਮਿਲੀਆਂ। ਅਤੇ ਮਨੁੱਸ਼ਾ ਲਈ ਇਸਸਾਕਾਰ ਵਿੱਚ ਅਤੇ ਆਸ਼ੇਰ ਵਿੱਚ ਇਹ ਸੀ, ਬੈਤਸ਼ਾਨ ਅਤੇ ਉਸ ਦੀਆਂ ਬਸਤੀਆਂ ਅਤੇ ਯਿਬਲਾਮ ਅਤੇ ਉਸ ਦੀਆਂ ਬਸਤੀਆਂ, ਦੌਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਐਨ ਦੌਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਕ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਮਗਦੀਦੋ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਅਰਥਾਤ ਤਿੰਨੀ ਉਚਾਈਆਂ। ਪਰ ਮਨੁੱਸ਼ੀ ਉਹਨਾਂ ਸ਼ਹਿਰਾਂ ਦੇ ਵਾਸੀ ਨੂੰ ਕੱਢ ਨਾ ਸਕੇ ਅਤੇ ਕਨਾਨੀ ਉਸ ਦੇਸ਼ ਵਿੱਚ ਪੱਕੇ ਪੈਰੀ ਵਸੇ ਰਹੇ। ਇਉਂ ਹੋਇਆ ਜਦ ਇਸਰਾਏਲੀ ਤਕੜੇ ਹੋ ਗਏ ਤਾਂ ਉਹ ਕਨਾਨੀਆਂ ਤੋਂ ਵਗਾਰ ਲੈਣ ਲੱਗ ਪਏ, ਪਰ ਉਹਨਾਂ ਨੂੰ ਮੂਲੋਂ ਨਾ ਕੱਢਿਆ। ਤਾਂ ਯੂਸਫ ਦੇ ਪੁੱਤਰਾਂ ਨੇ ਯਹੋਸ਼ੂਆ ਨਾਲ ਗੱਲ ਕੀਤੀ ਕਿ ਤੁਸੀਂ ਸਾਨੂੰ ਕਿਉਂ ਮਿਲਕ ਵਿੱਚ ਇੱਕੋ ਹੀ ਗੁਣਾ ਅਤੇ ਇੱਕੋ ਹਿੱਸਾ ਦਿੱਤਾ? ਅਸੀਂ ਤਾਂ ਢੇਰ ਸਾਰੇ ਲੋਕ ਹਾਂ, ਕਿਉਂ ਜੋ ਯਹੋਵਾ ਨੇ ਸਾਨੂੰ ਅੱਜ ਤਾਈਂ ਬਰਕਤ ਦਿੱਤੀ ਹੈ। ਤਾਂ ਯਹੋਸ਼ੂਆ ਨੇ ਉਹਨਾਂ ਨੂੰ ਆਖਿਆ, ਜੇ ਤੁਹਾਡੇ ਲੋਕ ਢੇਰ ਸਾਰੇ ਹਨ ਤਾਂ ਤੁਸੀਂ ਲੱਕੜੀਆਂ ਦੇ ਬਣ ਨੂੰ ਚੜ੍ਹ ਜਾਓ ਅਤੇ ਉੱਥੇ ਤੁਸੀਂ ਫਰਿਜੀਆਂ ਅਤੇ ਰਫਾਈਆਂ ਦੀ ਧਰਤੀ ਵਿੱਚ ਬਣ ਨੂੰ ਵੱਢ ਕੇ ਥਾਂ ਬਣਾਓ, ਕਿਉਂ ਜੋ ਤੁਹਾਡੇ ਲਈ ਅਫਰਾਇਮ ਦਾ ਪਹਾੜ ਭੀੜਾ ਹੈ। ਤਾਂ ਯੂਸਫ ਦੇ ਪੁੱਤਰਾਂ ਨੇ ਆਖਿਆ ਕਿ ਇਹ ਪਹਾੜ ਸਾਡੇ ਵਸਣਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਦੂਣ ਦੀ ਧਰਤੀ ਵਿੱਚ ਵਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਤਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ, ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰੇਲ ਦੀ ਦੂਣ ਵਿੱਚ ਹਨ। ਤਾਂ ਯਹੋਸ਼ੂਆ ਨੇ ਯੂਸਫ ਦੇ ਘਰਾਣੇ ਨੂੰ ਅਰਥਾਤ ਅਫਰਾਇਮ ਅਤੇ ਮਨੁੱਸ਼ਾ ਨੂੰ ਆਖਿਆ ਕਿ ਤੁਸੀਂ ਢੇਰ ਸਾਰੇ ਲੋਕ ਹੋ ਅਤੇ ਵੱਡੇ ਬਲਵੰਤ ਹੋ, ਤੁਹਾਡੇ ਲਈ ਇੱਕੋ ਹੀ ਗੁਨਾਹ ਨਹੀਂ ਹੋਵੇਗਾ, ਪਰ ਪਹਾੜ ਤੁਹਾਡਾ ਹੋਵੇਗਾ, ਭਾਵੇਂ ਉਹ ਲੱਕੜੀ ਦਾ ਬਣ ਹੈ ਅਤੇ ਤੁਸੀਂ ਉਹਨੂੰ ਵੱਢੋਗੇ ਅਤੇ ਉਹਦਾ ਫੈਲਾਓ ਤੁਹਾਡਾ ਹੋਵੇਗਾ, ਕਿਉਂ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ, ਭਾਵੇਂ ਉਹਨਾਂ ਦੇ ਰੱਥ ਲੋਹੇ ਦੇ ਹਨ ਅਤੇ ਉਹ ਤਕੜੇ ਵੀ ਹਨ। ਯਹੋਸ਼ੂਆ ਅਧਿਆਇ 18। ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ਿਲੋ ਵਿੱਚ ਇਕੱਠੀ ਹੋਈ। ਉੱਥੇ ਮੰਡਲੀ ਦੇ ਤੰਬੂ ਨੂੰ ਖੜਾ ਕੀਤਾ ਅਤੇ ਉਹ ਦੇਸ਼ ਉਹਨਾਂ ਦੇ ਅੱਗੇ ਅਧੀਨ ਹੋ ਗਿਆ। ਅਤੇ ਇਸਰਾਏਲੀਆਂ ਵਿੱਚੋਂ 7 ਗੋਤਾਂ ਬਾਕੀ ਰਹਿੰਦੀਆਂ ਸਨ, ਜਿਨ੍ਹਾਂ ਨੂੰ ਮਿਲਕ ਨਹੀਂ ਵੰਡੀ ਗਈ। ਸੋ ਯਹੋਸ਼ੂਆ ਨੇ ਇਸਰਾਏਲੀ ਨੂੰ ਆਖਿਆ, ਤੁਸੀਂ ਉਸ ਦੇਸ਼ ਨੂੰ ਜਾ ਕੇ ਕਬਜ਼ਾ ਕਰਨ ਵਿੱਚ ਜਿਹੜਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਯਹੋਵਾ ਨੇ ਤੁਹਾਨੂੰ ਦਿੱਤਾ ਹੈ, ਕਦ ਘੋਲ ਕਰੋਗੇ? ਆਪਣੇ ਲਈ ਹਰ ਗੋਤ ਤੋਂ 3 ਮਨੁੱਖ ਠਹਿਰਾਓ, ਫਿਰ ਮੈਂ ਉਹਨਾਂ ਨੂੰ ਘੱਲਾਂਗਾ ਅਤੇ ਉਹ ਉੱਠ ਕੇ ਉਸ ਦੇਸ਼ ਵਿੱਚ ਫਿਰਨ ਅਤੇ ਆਪਣੀ ਮਿਲਕ ਅਨੁਸਾਰ ਉਹਨੂੰ ਦੱਸਣ। ਫਿਰ ਉਹ ਮੇਰੇ ਕੋਲ ਆਉਣ ਅਤੇ ਉਹ ਉਹਨੂੰ 7 ਹਿੱਸੇ ਵਿੱਚ ਵੰਡਣ। ਯਹੂਦਾ ਆਪਣੀ ਹੱਦ ਕੋਲ ਦੱਖਣ ਵਿੱਚ ਖੜਾ ਰਹੇ ਅਤੇ ਯੂਸਫ ਦਾ ਘਰਾਣਾ ਆਪਣੀ ਹੱਦ ਕੋਲ ਉੱਤਰ ਵੱਲ ਖੜਾ ਰਹੇ। ਤਾਂ ਤੁਸੀਂ ਉਸ ਦੇਸ਼ ਨੂੰ 7 ਹਿੱਸੇ ਵਿੱਚ ਲਿਖ ਕੇ ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾ ਸਾਡੇ ਪਰਮੇਸ਼ਰ ਦੇ ਅੱਗੇ ਇੱਥੇ ਗੁਣਾ ਪਾਵਾਂਗਾ। ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂ ਜੋ ਯਹੋਵਾ ਦੀ ਜਾਜਕੀ ਉਹਨਾਂ ਦੀ ਮਿਲਕ ਹੈ। ਅਤੇ ਗਾਦ ਅਤੇ ਰੂਬੇਨ ਅਤੇ ਮਨੁੱਸ਼ਾ ਦੇ ਅੱਧੇ ਗੋਤ ਨੇ ਆਪਣੀ ਮਿਲਕ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ, ਜਿਹਨੂੰ ਯਹੋਵਾ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।
ਤਾਂ ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯੋਸ਼ੂਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ਼ ਦੇ ਦੱਖਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ਿਲੋ ਵਿੱਚ ਯਹੋਵਾ ਦੇ ਅੱਗੇ ਗੁਣੇ ਪਾਵਾਂਗਾ। ਉਪਰੰਤ ਉਹ ਮਨੁੱਖ ਜਾ ਕੇ ਉਸ ਦੇਸ਼ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ 7 ਹਿੱਸੇ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ। ਤਾਂ ਉਹ ਯੋਸ਼ੂਆ ਕੋਲ ਸ਼ਿਲੋ ਦੇ ਡੇਰੇ ਵਿੱਚ ਮੁੜ ਆਏ। ਤਾਂ ਯੋਸ਼ੂਆ ਨੇ ਉਹਨਾਂ ਲਈ ਸ਼ਿਲੋ ਵਿੱਚ ਯਹੋਵਾ ਦੇ ਅੱਗੇ ਗੁਣਾ ਪਾਇਆ। ਸੋ ਯੋਸ਼ੂਆ ਨੇ ਉੱਥੇ ਉਸ ਦੇਸ਼ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸੇ ਅਨੁਸਾਰ ਵੰਡ ਦਿੱਤਾ। ਤਾਂ ਬਿਨਯਾਮੀਨੀਆਂ ਦੇ ਗੋਤ ਦਾ ਗੁਣਾ ਉਹਨਾਂ ਦੇ ਘਰਾਣੇ ਅਨੁਸਾਰ ਪਿਆ ਅਤੇ ਉਹਨਾਂ ਦੇ ਗੁਣੇ ਦੀ ਹੱਦ ਯਹੂਦੀਆਂ ਅਤੇ ਯੂਸਫ ਦੀ ਅੰਸ਼ ਦੇ ਵਿਚਕਾਰ ਨਿਕਲੀ ਅਤੇ ਉੱਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉੱਤਰ ਵੱਲ ਯਰੀਹੋ ਦੀ ਉਚਾਈ ਨੂੰ ਚੜ੍ਹ ਕੇ ਲਹਿੰਦੇ ਪਾਸੇ ਪਹਾੜੀ ਦੇਸ਼ ਥਾਣੀ ਚੜੀ ਅਤੇ ਉਹਦਾ ਫੈਲਾਓ ਬੇਤ-ਆਵਨ ਦੀ ਉਜਾੜ ਤੀਕ ਸੀ। ਉੱਥੋਂ ਉਹ ਹੱਦ ਲੂਜ਼-ਵੱਲ ਦੀ ਚੜ੍ਹਾਈ ਤੀਕ ਦੱਖਣ ਵੱਲ ਗਈ, ਜਿਹੜਾ ਬੈਤੇਲ ਹੈ। ਫਿਰ ਉਹ ਹੱਦ ਅਤਰੋਤ ਅਧਾਰ ਨੂੰ ਉਸ ਪਹਾੜ ਦੇ ਉੱਤੋਂ ਦੀ ਉਤਰੀ, ਜਿਹੜਾ ਹੇਠਲੇ ਬੈਤ ਹਰੋਨ ਦੀ ਦੱਖਣ ਦੀ ਵੱਲ ਹੈ। ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਹਾੜ ਤੋਂ ਦੱਖਣ ਵੱਲ ਮੁੜੀ, ਜਿਹੜਾ ਬੈਤ ਹੋਰੇਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹਦਾ ਫੈਲਾਓ ਕਿਰਿਅਤ ਬਾਲ ਤੱਕ ਸੀ, ਜਿਹੜਾ ਕਿਰਿਅਤ ਯਾਰੀਮ ਵੀ ਹੈ, ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਲਹਿੰਦਾ ਪਾਸਾ ਸੀ। ਦੱਖਣ ਦਾ ਪਾਸਾ ਕਿਰਿਅਤ ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਲਹਿੰਦੀ ਵੱਲ ਜਾ ਕੇ ਨਫਤਵਾ ਦੇ ਪਾਣੀਆਂ ਦੇ ਸੋਧੇ ਤੀਕ ਆਪਣੀ। ਫਿਰ ਉਹ ਹੱਦ ਉਸ ਪਹਾੜ ਦੇ ਸਿਰ ਤੱਕ, ਜਿਹੜਾ ਬਨ ਹਿਨੋਮ ਦੀ ਵਾਦੀ ਦੇ ਅੱਗੇ ਹੈ, ਜਿਹੜਾ ਉੱਤਰ ਵੱਲ ਰਿਫਾਇਮ ਦੀ ਖੱਡ ਵਿੱਚ ਹੈ, ਉਤਰੀ ਅਤੇ ਉਹ ਹਿਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜ੍ਹਾਈ ਤੀਕ ਦੱਖਣ ਵੱਲ ਉਤਰੀ ਤਾਂ ਏਨ ਰਗੋਲ ਨੂੰ ਉਤਰੀ। ਫਿਰ ਉਹ ਉੱਤਰ ਵੱਲ ਜਾ ਕੇ ਏਨ ਸ਼ਮਸ਼ ਕੋਲ ਨਿਕਲੀ ਅਤੇ ਗਲੀਲੋਸ ਤੀਕ ਨਿਕਲੀ, ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੀਨ ਦੇ ਪੁੱਤਰ ਬੋਹਨ ਦੇ ਪੱਥਰ ਤੀਕ ਉਤਰੀ। ਉਹ ਆਰਾਬਾ ਦੇ ਅੱਗੇ ਚੜ੍ਹਾਈ ਤੱਕ ਉੱਤਰ ਵੱਲ ਲੰਘੀ ਤਾਂ ਆਰਾਬਾ ਨੂੰ ਉਤਰੀ। ਫਿਰ ਉਹ ਹੱਦ ਬੈਤ ਹਗਲਾ ਦੀ ਚੜ੍ਹਾਈ ਤੱਕ ਉੱਤਰ ਵੱਲ ਆਪਣੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉੱਤਰ ਵੱਲ ਦੀ ਖਾੜੀ ਤੀਕ, ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ। ਚੜ੍ਹਦੇ ਪਾਸੇ ਉਹਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਕ ਦੀਆਂ ਆਲੇ ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣੇ ਅਨੁਸਾਰ ਸਨ। ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣੇ ਅਨੁਸਾਰ ਇਹ ਸਨ: ਯਰੀਹੋ ਅਤੇ ਬੈਤ ਹਗਲਾ ਅਤੇ ਏਮਕ ਕਸੀਸ ਅਤੇ ਬੈਤ ਆਰਾਬਾ ਅਤੇ ਸਮਾਰੀਮ ਅਤੇ ਬੈਤੇਲ ਅਤੇ ਅਵੀਮ ਅਤੇ ਪਾਰਾ ਅਤੇ ਅਫਰਾ ਅਤੇ ਕਫਰ ਅਮੋਨੀ ਅਤੇ ਆਫਾਨੀ ਅਤੇ ਗਾਬਾ, 12 ਸ਼ਹਿਰ ਅਤੇ ਉਹਨਾਂ ਦੇ ਪਿੰਡ, ਗਿਬਿਓਨ ਅਤੇ ਰਮਾ ਅਤੇ ਬੌਰੋਤ ਅਤੇ ਮਿਸਪਾ ਅਤੇ ਕਫੀਰਾ ਅਤੇ ਮੋਸਾ ਅਤੇ ਰਕਮ ਅਤੇ ਯਰਪੇਲ ਅਤੇ ਤਰਲਾ ਅਤੇ ਸੇਲਾ, ਅਲਫ ਅਤੇ ਯੂਬੂਸੀ, ਜਿਹੜਾ ਯਰੂਸ਼ਲਮ ਹੈ, ਅਤੇ ਗਿਬਬ ਕਿਰਿਅਤ, 14 ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨ ਦੀ ਬਿਲਕ ਉਹਨਾਂ ਦੇ ਘਰਾਣੇ ਅਨੁਸਾਰ ਸੀ। ਯਹੋਸ਼ੂਆ ਅਧਿਆਇ 19। ਦੂਜਾ ਗੁਣਾ ਸ਼ਿਮੋਨ ਲਈ, ਅਰਥਾਤ ਸ਼ਿਮੋਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣੇ ਅਨੁਸਾਰ ਨਿਕਲਿਆ ਅਤੇ ਉਹਨਾਂ ਦੀ ਮਿਲਕ ਯਹੂਦੀਆਂ ਦੀ ਮਿਲਕ ਦੇ ਵਿੱਚ ਸੀ ਅਤੇ ਉਹਨਾਂ ਦੀ ਮਿਲਕ ਇਹ ਸੀ: ਬੇਰਸ਼ਬਾ ਅਤੇ ਸ਼ਬਾ ਅਤੇ ਮੌਲਦਾ ਅਤੇ ਹਸਰ ਸੁਆਲ ਅਤੇ ਬਾਲਾ ਅਤੇ ਆਸਮ, ਅਤਲੋਤਦ ਅਤੇ ਬਥੂਲ ਅਤੇ ਹਾਰਮਾ, ਸਿਕਲਗ ਅਤੇ ਬੈਤ ਮਰਕਬੋਤ ਅਤੇ ਹਸਰ ਸੋਸਾ, ਬੈਤ ਲਬੋਤ ਅਤੇ ਸਾਰੂਹਨ। ਇਹ 13 ਸ਼ਹਿਰ ਉਹਨਾਂ ਦੇ ਪਿੰਡ, ਐਨਰਿਮੋਨ ਅਤੇ ਅਥਰ ਅਤੇ ਅਸ਼ਾਨ, ਇਹ 40 ਸ਼ਹਿਰ ਅਤੇ ਉਹਨਾਂ ਦੇ ਪਿੰਡ, ਨਾਲੇ ਸਾਰੇ ਪਿੰਡ ਜਿਹੜੇ ਇਹਨਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ, ਬਾਲ ਬੇਰ ਦੱਖਣੀ ਰਾਮਤੀਕ। ਇਹ ਸ਼ਿਮੋਨੀਆ ਗੋਤ ਦੀ ਉਹਨਾਂ ਦੇ ਘਰਾਣੇ ਅਨੁਸਾਰ ਮਿਲਕ ਸੀ। ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮੋਨੀਆਂ ਦੀ ਮਿਲਕ ਸੀ, ਕਿਉਂ ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ। ਇਸੇ ਕਾਰਨ ਸ਼ਿਮੋਨੀਆਂ ਨੇ ਆਪਣੇ ਲਈ ਮਿਲਕ ਉਹਨਾਂ ਦੀ ਮਿਲਕ ਦੇ ਵਿੱਚੋਂ ਲਈ। ਤੀਜਾ ਗੁਣਾ ਜ਼ਬੂਲੂਨੀਆਂ ਦਾ ਉਹਨਾਂ ਦੇ ਘਰਾਣੇ ਅਨੁਸਾਰ ਨਿਕਲਿਆ ਅਤੇ ਉਹਨਾਂ ਦੀ ਮਿਲਕ ਦੀ ਹੱਦ ਸਰੀਦ ਤੱਕ ਸੀ ਅਤੇ ਉਹਨਾਂ ਦੀ ਹੱਦ ਲਹਿੰਦੇ ਵੱਲ ਮਾਰਾਲਾ ਨੂੰ ਚੜੀ ਅਤੇ ਦਬਾਸ਼ਤ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ, ਜਿਹੜੀ ਯਕਨੂ ਆਮ ਦੇ ਸਾਹਮਣੇ ਹੈ, ਅਤੇ ਸਾਰੀ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੇ ਵੱਲ ਕਿਸਰਤ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫਿਆ ਨੂੰ ਚੜੀ ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੈਫੇਰ ਅਤੇ ਇੱਕ ਤਾਂ ਸੀਨ ਵੱਲ ਗਈ। ਰਿਮੋਨ, ਜਿਹੜਾ ਨਿਆਰ ਤੀਕ ਅਪੜਦਾ ਹੈ, ਗਈ ਅਤੇ ਉਹ ਹੱਦ ਉਹਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹਦਾ ਫੈਲਾਓ ਯਫਤਹੇਲ ਦੀ ਵਾਦੀ ਤੀਕ ਸੀ ਅਤੇ ਕਟਾਹਤ ਅਤੇ ਨਹਲਾਲ ਅਤੇ ਸ਼ਿਮਰੋਨ, ਯਿਲਦਾ ਅਤੇ ਬੈਤਲਹਮ, 12 ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਜਬਲੂਨੀਆਂ ਦੀ ਮਿਲਕ ਉਹਨਾਂ ਦੇ ਘਰਾਣੇ ਅਨੁਸਾਰ ਸੀ। ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ। ਚੌਥਾ ਗੁਣਾ ਇਸਕਾਰ ਲਈ ਨਿਕਲਿਆ, ਅਰਥਾਤ ਇਸਕਾਰੀਆਂ ਲਈ ਉਹਨਾਂ ਦੇ ਘਰਾਣੇ ਅਨੁਸਾਰ, ਅਤੇ ਉਹਨਾਂ ਦੀ ਹੱਦ ਇਜ਼ਰਾਈਲ ਅਤੇ ਕਸਲੋਤ ਅਤੇ ਸ਼ੂਨੇਮ ਤੱਕ ਸੀ।
ਹਫਰਾਇਮ ਅਤੇ ਸ਼ਿਓਨ ਅਤੇ ਅਨਾਹਰਾਤ, ਰੰਬੀਤ ਅਤੇ ਕਿਸ਼ਿਓਨ ਅਤੇ ਆਬਸ ਅਤੇ ਰਮਤ ਅਤੇ ਐਨ ਗਨੀਮ ਅਤੇ ਐਨ ਹਦਦ ਅਤੇ ਬੈਤ ਪਸੇਸ ਤਾਈਂ ਸੀ। ਤਾਂ ਉਹ ਹੱਦ ਤਾਬੋਰ ਅਤੇ ਸਾਸੀਮਾ ਅਤੇ ਬੈਤ ਸ਼ਮਸ਼ ਨੂੰ ਜਾ ਟੁੱਕੀ ਅਤੇ ਉਹਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ। 16 ਸ਼ਹਿਰ ਅਤੇ ਉਹਨਾਂ ਦੇ ਪਿੰਡ। ਉਹ ਇਸਕਾਰੀਆਂ ਦੀ ਗੋਤ ਉਹਨਾਂ ਦੇ ਘਰਾਣੇ ਅਨੁਸਾਰ ਮਿਲਕ ਸੀ ਅਤੇ ਉਹਨਾਂ ਦੇ ਸ਼ਹਿਰ ਅਤੇ ਪਿੰਡ ਇਹ ਸਨ। 5ਵਾਂ ਗੁਣਾ ਅਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣੇ ਅਨੁਸਾਰ ਨਿਕਲਿਆ ਅਤੇ ਉਹਨਾਂ ਦੀ ਹੱਦ ਇਹ ਸੀ। ਹਕਲਤ ਅਤੇ ਹਲੀ ਅਤੇ ਬਟਨ ਅਤੇ ਅਕਸਾਫ ਅਤੇ ਅਲ ਮਲੰਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਲਹਿੰਦੀਵਲ ਕਰਮਲ ਨੂੰ ਅਤੇ ਸ਼ੀਹੋ ਲਿਬਨਾਥ ਨੂੰ ਜਾ ਟੁੱਕੀ। ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦੋਗੋਨ ਨੂੰ ਮੁੜ ਕੇ ਜਬਲੂਨ ਨੂੰ ਅਤੇ ਜਿਫਤਾਇਲ ਦੀ ਵਾਦੀ ਨੂੰ ਉੱਤਰ ਵੱਲ ਏਮਕ ਅਤੇ ਨਯੇਲ ਤੱਕ ਜਾ ਟੁੱਕੀ। ਉਹ ਖੱਬੇ ਪਾਸੇ ਕਬੂਲ ਨੂੰ ਨਿਕਲੀ। ਨਾ ਅਬਰੋਨ ਅਤੇ ਰਹੋਬ ਅਤੇ ਹਮੋਨ ਅਤੇ ਕਨਾ ਨੂੰ ਵੱਡੇ ਸਿਦੋਨ ਤੀਕ। ਤਾਂ ਉਹ ਹੱਦ ਰਾਮਾ ਅਤੇ ਮਿਸਬਰ ਸੂਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੁਸਾਰ ਨੂੰ ਮੁੜੀ ਅਤੇ ਉਹਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ। ਨਾਲੇ ਉਮਾ ਅਤੇ ਅਫੇਕ ਅਤੇ ਰਹੋਬ 22 ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਅਸ਼ੇਰੀਆਂ ਦੇ ਗੋਤ ਦੀ ਮਿਲਕ ਉਹਨਾਂ ਦੇ ਘਰਾਣੇ ਅਨੁਸਾਰ ਸੀ। ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ। 6ਵਾਂ ਗੁਣਾ ਨਫਤਾਲੀਆਂ ਦੇ ਲਈ ਨਿਕਲਿਆ, ਅਰਥਾਤ ਨਫਤਾਲੀਆਂ ਦੇ ਲਈ ਉਹਨਾਂ ਦੀਆਂ ਗੋਤਾਂ ਅਨੁਸਾਰ। ਉਹਨਾਂ ਦੀ ਹੱਦ ਹਲਫ ਤੋਂ ਸਾ ਨਨੀਮ ਤੇ ਬਲੂਤ ਤੋਂ ਅਤੇ ਆਦਾਮੀ ਨਕਬ ਅਤੇ ਯਮਨੇਲ ਤੋਂ ਲਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ। ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਤ ਤਾਬੇਰ ਨੂੰ ਮੁੜੀ ਅਤੇ ਉੱਥੋਂ ਹੁਕੋਕ ਨੂੰ ਜਾ ਨਿਕਲੀ ਅਤੇ ਦੱਖਣ ਵੱਲ ਜ਼ਬੂਲੂਨ ਨੂੰ ਜਾ ਟੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯੂਦਾ ਨੂੰ ਜਾ ਟੁੱਕੀ। ਅਤੇ ਗੜ ਵਾਲੇ ਸ਼ਹਿਰ ਇਹ ਸਨ: ਸਦੀਮ, ਸੇਰ ਅਤੇ ਹਮਤ, ਰਕਤ ਅਤੇ ਕਿਨਰਤ ਅਤੇ ਆਦਮਾ ਅਤੇ ਰਹਾਮ ਅਤੇ ਹਸੋਰ ਅਤੇ ਕਦਸ਼ ਅਤੇ ਅਦਰਈ ਅਤੇ ਈਨ ਹਸੋਰ ਅਤੇ ਯਰੋਨ ਅਤੇ ਮਿਗਦਲੇਲ, ਹਰੇਮ ਅਤੇ ਬੈਤ ਅਨਾਤ ਅਤੇ ਬੈਤ ਸ਼ਮਸ਼। 19 ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਨਫਤਾਲੀਆਂ ਦੇ ਗੋਤ ਦੀ ਮਿਲਕ ਉਹਨਾਂ ਦੇ ਘਰਾਣੇ ਅਨੁਸਾਰ ਸੀ, ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ। 7ਵਾਂ ਗੁਣਾ ਦਾਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣੇ ਅਨੁਸਾਰ ਨਿਕਲਿਆ ਅਤੇ ਉਹਨਾਂ ਦੀ ਮਿਲਕ ਦੀ ਹੱਦ ਇਹ ਸੀ: ਸਾਰਾ ਅਤੇ ਅਸ਼ਤਾਓਲ ਅਤੇ ਇਹ ਸ਼ਮਸ਼ ਅਤੇ ਸ਼ਾਲਬੀਨ ਅਤੇ ਅਯਲੋਨ ਅਤੇ ਇਥਲਾ ਅਤੇ ਐਲੋਨ ਅਤੇ ਤਿਮਨਥਾ ਅਤੇ ਅਕਰੋਨ ਅਤੇ ਅਲਤਕੇ ਅਤੇ ਗਿਬਥੋਨ ਅਤੇ ਬਾਲਾਤ ਅਤੇ ਯਹੂਦ ਅਤੇ ਬਨੇ ਬਰਕ ਅਤੇ ਗਾਥ ਰਿਮੋਨ ਅਤੇ ਮੇਯਰਕੋਨ ਅਤੇ ਰਕੋਨ, ਨਾਲੇ ਯਾਫੇ ਦੇ ਸਾਹਮਣੇ ਦੀ ਹੱਦ। ਅਤੇ ਦਾਨੀਆਂ ਦੀ ਹੱਦ ਉਹਨਾਂ ਤੋਂ ਪਾਰ ਇਸ ਲਈ ਨਿਕਲੀ ਕਿ ਦਾਨੀਆਂ ਨੇ ਚੜ੍ਹਾਈ ਕਰਕੇ ਲਸ਼ਮ ਨਾਲ ਯੁੱਧ ਕੀਤਾ ਅਤੇ ਉਹਨੂੰ ਲੈ ਕੇ ਤੇਗ ਦੀ ਧਾਰ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਅਤੇ ਆਪਣੇ ਪਿਤਾ ਦਾਨ ਦੇ ਨਾਂ ਉੱਤੇ ਆਖਿਆ। ਇਹ ਦਾਨੀਆਂ ਦੇ ਗੋਤ ਦੀ ਮਿਲਕ ਉਹਨਾਂ ਦੇ ਘਰਾਣੇ ਅਨੁਸਾਰ ਸੀ, ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ। ਤਾਂ ਉਹ ਉਸ ਦੇਸ਼ ਨੂੰ ਉਹਦੀ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯੋਸ਼ੂਆ ਨੂੰ ਆਪਣੇ ਵਿੱਚ ਮਿਲਕ ਦਿੱਤੀ। ਯਹੋਵਾ ਦੇ ਹੁਕਮ ਅਨੁਸਾਰ ਉਹਨਾਂ ਨੇ ਉਹ ਸ਼ਹਿਰ ਜਿਹਨੂੰ ਉਹ ਮੰਗਦਾ ਸੀ, ਅਰਥਾਤ ਤਿਮਨਥਸਰੈ, ਅਫਰਾਇਮ ਦੇ ਪਹਾੜ ਵਿੱਚ, ਅਤੇ ਉਹਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ। ਇਹ ਉਹ ਮਿਲਕਾਂ ਹਨ ਜਿਹੜੀਆਂ ਅਲਾਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯੋਸ਼ੂਆ ਅਤੇ ਇਸਰਾਏਲ ਦੀਆਂ ਗੋਤਾਂ ਦੇ ਪ੍ਰਧਾਨਾਂ ਨੇ ਸ਼ੀਲੋ ਵਿੱਚ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾ ਦੇ ਅੱਗੇ ਗੁਣੇ ਪਾ ਕੇ ਵੰਡ ਦਿੱਤੀਆਂ। ਸੋ ਉਸ ਦੇਸ਼ ਨੂੰ ਵੰਡ ਚੁੱਕੇ। ਯਹੋਸ਼ੂਆ ਅਧਿਆਇ 20। ਯਹੋਵਾ ਯੋਸ਼ੂਆ ਨੂੰ ਬੋਲਿਆ ਕਿ ਤੂੰ ਇਸਰਾਏਲੀ ਨਾਲ ਗੱਲ ਕਰ, ਭਈ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ, ਜਿਹਦੇ ਲਈ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ, ਜਿੱਥੇ ਉਹ ਖੂਨੀ ਨੱਠ ਜਾਵੇ, ਜਿਸ ਅਣਜਾਣੇ ਅਥਵਾ ਵਿਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ, ਅਤੇ ਉਹ ਤੁਹਾਡੇ ਲਈ ਖੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ। ਅਤੇ ਉਹ ਇਹਨਾਂ ਨਗਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ ਅਤੇ ਨਗਰ ਦੀ ਡਿਓੜੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਉਹ ਉਹਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਹਨੂੰ ਥਾਂ ਦੇਣ ਕਿ ਉਹਨਾਂ ਦੇ ਵਿੱਚ ਵਸ ਜਾਵੇ। ਜੇ ਖੂਨ ਦਾ ਬਦਲਾ ਲੈਣ ਵਾਲਾ ਉਹਦਾ ਪਿੱਛਾ ਕਰੇ ਤਾਂ ਉਹ ਖੂਨੀ ਨੂੰ ਉਸ ਦੇ ਹੱਥਾਂ ਵਿੱਚ ਨਾ ਦੇਣ, ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਵਿਸਰ ਭੋਲੇ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦੇ ਵੈਰੀ ਨਹੀਂ ਸੀ। ਤਾਂ ਉਹ ਉਸ ਨਗਰ ਵਿੱਚ ਵਸਿਆ ਰਹੇ ਜਦ ਤੱਕ ਕਿ ਉਹ ਨਿਆਉਣ ਲਈ ਮੰਡਲੀ ਦੇ ਅੱਗੇ ਨਾ ਖਲੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ। ਤਾਂ ਉਹ ਖੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ, ਅਰਥਾਤ ਉਸ ਸ਼ਹਿਰ ਨੂੰ ਜਿੱਥੋਂ ਨੱਸਿਆ ਸੀ, ਜਾਵੇ। ਅਤੇ ਉਹਨਾਂ ਨੇ ਨਫਤਾਲੀ ਦੇ ਪਹਾੜ ਉੱਤੇ ਗਲੀਲ ਵਿੱਚ ਕਦਸ਼ ਨੂੰ ਅਤੇ ਅਫਰਾਇਮ ਦੇ ਪਹਾੜ ਵਿੱਚ ਸ਼ਕਮ ਨੂੰ ਅਤੇ ਯਹੂਦਾ ਦੇ ਪਹਾੜ ਵਿੱਚ ਕਿਰਤ ਅਰਬਾ ਨੂੰ, ਜਿਹੜਾ ਹਬਰੋਨ ਹੈ, ਵੱਖਰਾ ਕੀਤਾ
ਅਤੇ ਯਰਦਨ ਦੇ ਪਾਰ ਯਹੂਦੀ ਚੜ੍ਹਾਈ ਵੱਲ ਉਹਨਾਂ ਨੇ ਬਸਰ ਨੂੰ, ਜਿਹੜਾ ਰੂਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ, ਠਹਿਰਾਇਆ, ਅਤੇ ਰਾਮੋਥ ਨੂੰ, ਜਿਹੜਾ ਗਿਲਿਆਦ ਵਿੱਚ ਗਾਦ ਦੇ ਗੋਤ ਵਿੱਚ ਸੀ, ਬਸ਼ਾਨ ਵਿੱਚ ਗੋਲਨ ਨੂੰ, ਜਿਹੜਾ ਮਨੁਸ਼ਿਆ ਦੇ ਗੋਤ ਵਿੱਚ ਸੀ। ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ, ਜਿਹੜੇ ਉਹਨਾਂ ਦੇ ਵਿੱਚ ਵਸਦੇ ਸਨ, ਠਹਿਰਾਏ ਗਏ, ਜਿੱਥੇ ਹਰ ਇੱਕ ਨਸ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ, ਤਾਂ ਜੋ ਉਹ ਖੂਨ ਦਾ ਬਦਲਾ ਲੈਣ ਵਾਲੇ ਹੱਥੋਂ ਮਾਰਿਆ ਜਾਵੇ, ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਖੜਾ ਨਾ ਕੀਤਾ ਜਾਵੇ। ਯਹੋਸ਼ੂਆ ਅਧਿਆਇ 21। ਤਾਂ ਲੇਵੀਆਂ ਦੇ ਘਰਾਣੇ ਦੇ ਮੁਖੀਏ ਅਲਾਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਅਤੇ ਇਸਰਾਏਲ ਦੀਆਂ ਗੋਤਾਂ ਦੇ ਸਰਦਾਰਾਂ ਕੋਲ ਆਏ, ਅਤੇ ਉਹਨਾਂ ਨੇ ਉਹਨਾਂ ਨਾਲ ਸ਼ਿਲੋ ਵਿੱਚ ਕਨਾਨ ਦੇ ਦੇਸ਼ ਵਿੱਚ ਇਹ ਗੱਲ ਕੀਤੀ ਕਿ ਯਹੋਵਾ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਤਾਂ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ। ਤਾਂ ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲਕ ਵਿੱਚੋਂ ਯਹੋਵਾ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਤਾਂ ਦਿੱਤੀਆਂ। ਕਹਾਤੀਆਂ ਦੀਆਂ ਘਰਾਣਿਆਂ ਦਾ ਗੁਣਾ ਨਿਕਲਿਆ, ਅਤੇ ਹਾਰੂਨ ਜਾਜਕ ਦੇ ਪੁੱਤਰਾਂ ਲਈ, ਜਿਹੜੇ ਲੇਵੀ ਸਨ, ਯਹੂਦਾ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ 13 ਸ਼ਹਿਰ ਮਿਲੇ। ਬਾਕੀ ਕਹਾਤੀਆਂ ਲਈ ਇਫਰਾਇਮ ਦੇ ਗੋਤ ਦੇ ਘਰਾਣੇ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੁਸ਼ੇ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ 10 ਸ਼ਹਿਰ ਮਿਲੇ। ਗੇਰਸ਼ੋਨੀਆਂ ਲਈ ਇਸਾਕਾਰ ਦੇ ਗੋਤ ਦੇ ਘਰਾਣੇ ਵਿੱਚੋਂ ਅਤੇ ਆਸ਼ੇਰ ਦੇ ਗੋਤ ਵਿੱਚੋਂ ਅਤੇ ਨਫਤਾਲੀ ਦੇ ਗੋਤ ਵਿੱਚੋਂ ਅਤੇ ਮਨੁਸ਼ੇ ਦੇ ਅੱਧੇ ਗੋਤ ਵਿੱਚੋਂ ਬਸ਼ਾਨ ਵਿੱਚ ਗੁਣੇ ਨਾਲ 13 ਸ਼ਹਿਰ ਮਿਲੇ। ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰੂਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਜ਼ਬੂਲੂਨ ਦੇ ਗੋਤ ਵਿੱਚੋਂ 12 ਸ਼ਹਿਰ ਮਿਲੇ। ਸੋ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਤਾਂ ਗੁਣੇ ਨਾਲ ਦਿੱਤੀਆਂ, ਜਿਵੇਂ ਯਹੋਵਾ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ। ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ੁਮੇਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ, ਜਿਨ੍ਹਾਂ ਦੇ ਨਾਮ ਦੱਸੇ ਗਏ, ਅਤੇ ਉਹ ਹਾਰੂਨ ਦੇ ਅੰਸਲੀ ਸਨ, ਜੋ ਕਹਾਤੀਆਂ ਦੀਆਂ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ, ਕਿਉਂ ਜੋ ਪਹਿਲਾ ਗੁਣਾ ਉਹਨਾਂ ਦਾ ਹੋਇਆ। ਉਪਰੰਤ ਉਹਨਾਂ ਨੇ ਉਹਨਾਂ ਨੂੰ ਕਿਰੀਅਤ ਅਰਬਾ, ਜਿਹੜਾ ਅਨੋਕ ਦਾ ਪਿਤਾ ਹੈ, ਅਤੇ ਯਹੂਦਾ ਦੇ ਪਹਾੜ ਵਿੱਚ ਹਬਰੋਨ ਵੀ ਹੈ, ਅਤੇ ਉਹਦੇ ਆਲੇ ਦੁਆਲੇ ਦੀ ਸ਼ਾਮਲਾਤ ਦਿੱਤੀ। ਪਰ ਸ਼ਹਿਰ ਦੀਆਂ ਪੈੜੀਆਂ ਤੇ ਉਸਦੇ ਪਿੰਡ ਉਹਨਾਂ ਨੇ ਯਫੂਨਾ ਦੇ ਪੁੱਤਰ ਕਾਲਿਬ ਨੂੰ ਜਿਗਰ ਵਿੱਚ ਦਿੱਤੇ, ਅਤੇ ਹਾਰੂਨ ਜਾਜਕ ਦੀ ਅੰਸ਼ ਨੂੰ ਉਹਨਾਂ ਨੇ ਹਬਰੋਨ, ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ, ਉਹਦੀ ਸ਼ਾਮਲਾਤ ਸਣੇ ਦਿੱਤਾ। ਨਾਲੇ ਲਿਬਨਾ ਉਹਦੀ ਸ਼ਾਮਲਾਤ ਸਣੇ, ਅਤੇ ਯਤੀਰ ਉਹਦੀ ਸ਼ਾਮਲਾਤ ਸਣੇ, ਅਤੇ ਅਸ਼ਤਮੋਆ ਉਹਦੀ ਸ਼ਾਮਲਾਤ ਸਣੇ, ਅਤੇ ਹੋਲੋਨ ਉਹਦੀ ਸ਼ਾਮਲਾਤ ਸਣੇ, ਅਤੇ ਦਬੀਰ ਉਹਦੀ ਸ਼ਾਮਲਾਤ ਸਣੇ, ਅਤੇ ਆਇਨ ਉਹਦੀ ਸ਼ਾਮਲਾਤ ਸਣੇ, ਅਤੇ ਯੂਤਾ ਉਹਦੀ ਸ਼ਾਮਲਾਤ ਸਣੇ, ਅਤੇ ਬੈਤ ਸ਼ਮਸ਼ ਉਹਦੀ ਸ਼ਾਮਲਾਤ ਸਣੇ, ਅਰਥਾਤ 9 ਸ਼ਹਿਰ ਇਹਨਾਂ ਦੋਹਾਂ ਗੋਤਾਂ ਵਿੱਚੋਂ। ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਿਓਨ ਉਹਦੀ ਸ਼ਾਮਲਾਤ ਸਣੇ, ਅਤੇ ਗਬਾ ਉਹਦੀ ਸ਼ਾਮਲਾਤ ਸਣੇ, ਅਨਾਥੋਤ ਉਹਦੀ ਸ਼ਾਮਲਾਤ ਸਣੇ, ਅਤੇ ਅਲਮੋਨ ਉਹਦੀ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਸੋ ਹਾਰੂਨ ਦੀ ਅੰਸ਼ ਦੇ ਜਿਹੜੇ ਜਾਜਕ ਸਨ, ਸਾਰੇ ਸ਼ਹਿਰ 13 ਸ਼ਹਿਰ ਉਹਨਾਂ ਦੀਆਂ ਸ਼ਾਮਲਾਤਾਂ ਨਾਲ ਸਨ। ਕਹਾਤੀਆਂ ਦੀਆਂ ਘਰਾਣਿਆਂ ਲਈ, ਜਿਹੜੇ ਲੇਵੀ ਸਨ, ਅਰਥਾਤ ਬਾਕੀ ਕਹਾਤੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਅਫਰਾਇਮ ਦੇ ਗੋਤ ਵਿੱਚੋਂ ਸਨ। ਉਹਨਾਂ ਨੇ ਉਹਨਾਂ ਨੂੰ ਸ਼ਕਮ, ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ, ਉਹਦੀ ਸ਼ਾਮਲਾਤ ਸਣੇ ਅਫਰਾਇਮ ਦੇ ਪਹਾੜ ਵਿੱਚ ਦਿੱਤਾ, ਅਤੇ ਗਜ਼ਰ ਉਹਦੀ ਸ਼ਾਮਲਾਤ ਸਣੇ, ਅਤੇ ਕਿਬਸੈਮ ਉਹਦੀ ਸ਼ਾਮਲਾਤ ਸਣੇ, ਅਤੇ ਬੈਤ ਹੋਰੋਨ ਉਹਦੀ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇ ਉਹਦੀ ਸ਼ਾਮਲਾਤ ਸਣੇ, ਗਿਬਥੋਨ ਉਹਦੀ ਸ਼ਾਮਲਾਤ ਸਣੇ, ਅਯਲੋਨ ਉਹਦੀ ਸ਼ਾਮਲਾਤ ਸਣੇ, ਅਤੇ ਗਥ ਰਿਮੋਨ ਉਹਦੀ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਮਨੁਸ਼ੇ ਦੇ ਅੱਧੇ ਗੋਤ ਵਿੱਚੋਂ ਤਾਨਾਕ ਉਹ ਸ਼ਾਮਲਾਤ ਸਣੇ, ਅਤੇ ਗਥ ਰਿਮੋਨ ਉਹਦੀ ਸ਼ਾਮਲਾਤ ਸਣੇ, ਅਰਥਾਤ 2 ਸ਼ਹਿਰ। ਬਾਕੀ ਕਹਾਤੀਆਂ ਦੇ ਘਰਾਣੇ ਲਈ ਸਾਰੇ ਸ਼ਹਿਰ 10 ਉਹਨਾਂ ਦੀਆਂ ਸ਼ਾਮਲਾਤਾਂ ਸਨ। ਗੋਰਸ਼ੋਨੀਆਂ ਲਈ, ਜਿਹੜੇ ਲੇਵੀਆਂ ਦੀਆਂ ਘਰਾਣੇ ਵਿੱਚੋਂ ਸਨ, ਮਨੁਸ਼ੇ ਦੇ ਅੱਧੇ ਗੋਤ ਵਿੱਚੋਂ ਗੋਲਨ ਬਾਸ਼ਾਨ ਵਿੱਚ, ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ, ਉਹਦੀ ਸ਼ਾਮਲਾਤ ਸਣੇ, ਅਤੇ ਬਸ਼ਤਰਾ ਉਹਦੀ ਸ਼ਾਮਲਾਤ ਸਣੇ, ਅਰਥਾਤ 2 ਸ਼ਹਿਰ। ਅਤੇ ਇਸਕਾਰ ਦੇ ਗੋਤ ਵਿੱਚੋਂ ਕਿਸ਼ਿਓਨ ਉਹਦੀ ਸ਼ਾਮਲਾਤ ਸਣੇ, ਦਬਰਤ ਉਹਦੀ ਸ਼ਾਮਲਾਤ ਸਣੇ, ਯਰਮੂਤ ਉਹ ਸ਼ਾਮਲਾਤ ਸਣੇ, ਅਤੇ ਏਨ ਗਰੀਮ ਉਹ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਅਸ਼ੇਰ ਗੋਤ ਵਿੱਚੋਂ ਮਿਸ਼ਾਲ ਉਹ ਸ਼ਾਮਲਾਤ ਸਣੇ, ਅਬਦੋਨ ਉਹਦੀ ਸ਼ਾਮਲਾਤ ਸਣੇ, ਹਲਕਾਤ ਉਹਦੀ ਸ਼ਾਮਲਾਤ ਸਣੇ, ਅਤੇ ਰਹੋਬ ਉਹਦੀ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਨਫਤਾਲੀ ਦੇ ਗੋਤ ਵਿੱਚੋਂ ਕਦਸ਼, ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ, ਗਲੀਲ ਵਿੱਚ ਉਹ ਸ਼ਾਮਲਾਤ ਸਣੇ, ਅਤੇ ਹਮੋਤ ਦੋਰ ਉਹ ਸ਼ਾਮਲਾਤ ਸਣੇ, ਅਤੇ ਕਰਤਾਨ ਉਹ ਸ਼ਾਮਲਾਤ ਸਣੇ, ਅਰਥਾਤ 3 ਸ਼ਹਿਰ। ਗੇਰਸ਼ੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਅਨੁਸਾਰ 13 ਸ਼ਹਿਰ ਉਹਨਾਂ ਦੀਆਂ ਸ਼ਾਮਲਾਤ ਨਾਲ ਸਨ। ਮਰਾਰੀਆਂ ਦੇ ਘਰਾਣਿਆਂ ਲਈ, ਜਿਹੜੇ ਬਾਕੀ ਦੇ ਲੇਵੀ ਸਨ,
ਜ਼ਬੂਲੂਨ ਦੇ ਗੋਤ ਵਿੱਚੋਂ ਯਕਨਾਮ ਉਹਦੀ ਸ਼ਾਮਲਾਤ ਸਣੇ, ਕਰਤਾ ਉਹ ਸ਼ਾਮਲਾਤ ਸਣੇ, ਦਿਮਨਾ ਉਹ ਸ਼ਾਮਲਾਤ ਸਣੇ ਅਤੇ ਨਹਲਾਲ ਉਹ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਰਊਬੇਨ ਗੋਤ ਵਿੱਚੋਂ ਬਸਰ ਉਹ ਸ਼ਾਮਲਾਤ ਸਣੇ ਅਤੇ ਯਾਰਸਾ ਉਹ ਸ਼ਾਮਲਾਤ ਸਣੇ, ਕਦੇਮੋਤ ਉਹ ਸ਼ਾਮਲਾਤ ਸਣੇ ਅਤੇ ਮੇਪਤ ਉਹ ਸ਼ਾਮਲਾਤ ਸਣੇ, ਅਰਥਾਤ 4 ਸ਼ਹਿਰ। ਅਤੇ ਗਾਦ ਦੇ ਗੋਤ ਵਿੱਚੋਂ ਰਾਮੋਤ ਗਿਲਿਆਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਸ਼ਾਮਲਾਤ ਸਣੇ ਅਤੇ ਮਹਨੀਮ ਉਹ ਸ਼ਾਮਲਾਤ ਸਣੇ, ਹਸ਼ਬੋਨ ਉਹ ਸ਼ਾਮਲਾਤ ਸਣੇ ਅਤੇ ਯਾਜ਼ੇਰ ਉਹਦੀ ਸ਼ਾਮਲਾਤ ਸਣੇ, ਅਰਥਾਤ ਸਾਰੇ ਸ਼ਹਿਰ 4 ਸਨ। ਇਹ ਸਾਰੇ ਸ਼ਹਿਰ ਮੁਰਾਰੀਆਂ ਦੇ ਉਹਨਾਂ ਦੇ ਘਰਾਣੇ ਅਨੁਸਾਰ ਸਨ ਅਤੇ ਜਿਹੜੇ ਲੇਵੀਆਂ ਦੇ ਬਾਕੀ ਘਰਾਣੇ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ 12 ਸ਼ਹਿਰ ਸਨ। ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਕ ਵਿੱਚ ਸਨ 48 ਸ਼ਹਿਰ ਉਹਨਾਂ ਦੀਆਂ ਸ਼ਾਮਲਾਤਾਂ ਸਨ। ਇਹਨਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਤ ਆਲੇ ਦੁਆਲੇ ਹੁੰਦੀ ਸੀ। ਇਹ ਇਹਨਾਂ ਸਾਰੇ ਸ਼ਹਿਰਾਂ ਨਾਲ ਵੀ ਸੀ। ਸੋ ਯਹੋਵਾ ਨੇ ਇਸਰਾਏਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਹਦੇ ਦੇਣ ਦੀ ਸਹੁੰ ਉਹਨਾਂ ਦੇ ਪਿਓ ਦਾਦਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ। ਅਤੇ ਯਹੋਵਾ ਨੇ ਉਹਨਾਂ ਨੂੰ ਆਲਿਓ ਦੁਆਲਿਓ ਸੁੱਖ ਦਿੱਤਾ ਜਿਵੇਂ ਉਸ ਉਹਨਾਂ ਦੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜਾ ਰਿਹਾ। ਯਹੋਵਾ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ। ਉਹਨਾਂ ਸਾਰੇ ਚੰਗੇ ਬਚਨਾਂ ਵਿੱਚੋਂ ਜਿਹੜੇ ਯਹੋਵਾ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਵਚਨ ਵੀ ਨਾ ਰਹਿ ਗਿਆ, ਸਾਰੇ ਪੂਰੇ ਹੋਏ। ਯਹੋਸ਼ੂਆ ਅਧਿਆਇ 22। ਤਦ ਯਹੋਸ਼ੂਆ ਨੇ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਨੂੰ ਸੱਦਿਆ ਅਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਣਾ ਕੀਤੀ। ਆਖਿਆ ਕਿ ਜਿਹੜਾ ਹੁਕਮ ਤੁਹਾਨੂੰ ਯਹੋਵਾ ਦੇ ਦਾਸ ਮੂਸਾ ਨੇ ਦਿੱਤਾ ਸੀ ਅਤੇ ਤੁਸੀਂ ਮੇਰੇ ਸਾਰੇ ਬੋਲਾਂ ਨੂੰ ਮੰਨਿਆ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਤੁਸੀਂ ਢੇਰ ਸਾਰੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਪਣੇ ਭਰਾਵਾਂ ਨੂੰ ਨਹੀਂ ਵਿਸਾਰਿਆ ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਜ਼ਿੰਮੇਵਾਰੀ ਦੀ ਪਾਲਣਾ ਕੀਤੀ। ਅਤੇ ਹੁਣ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਭਰਾਵਾਂ ਨੂੰ ਸੁੱਖ ਦਿੱਤਾ ਜਿਵੇਂ ਉਸ ਉਹਨਾਂ ਨਾਲ ਵਚਨ ਕੀਤਾ ਸੀ। ਹੁਣ ਤੁਸੀਂ ਮੁੜ ਜਾਓ ਅਤੇ ਆਪਣੇ ਤੰਬੂਆਂ ਵਿੱਚ ਆਪਣੀ ਮਿਲਕ ਦੇ ਦੇਸ਼ ਨੂੰ ਜਿਹੜੀ ਯਹੋਵਾ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਦਿੱਤੀ ਸੀ ਜਾਓ। ਕੇਵਲ ਤੁਸੀਂ ਉਸ ਹੁਕਮਨਾਮੇ ਦੀ ਅਤੇ ਵਿਵਸਥਾ ਦੀ ਬੜੇ ਉਦਮ ਨਾਲ ਪੂਰਾ ਕਰਨ ਦੀ ਪਾਲਣਾ ਕਰਿਓ ਜਿਨ੍ਹਾਂ ਦਾ ਯਹੋਵਾ ਦੇ ਦਾਸ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ। ਅਤੇ ਯਹੋਵਾ ਆਪਣੇ ਪਰਮੇਸ਼ਰ ਨਾਲ ਪਿਆਰ ਕਰੋ ਅਤੇ ਉਸ ਦੀਆਂ ਸਾਰੀਆਂ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨੂੰ ਚਿੰਬੜੇ ਰਹੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰੋ। ਤਾਂ ਯਹੋਸ਼ੂਆ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਨੂੰ ਵਿਦਿਆ ਕੀਤਾ। ਫਿਰ ਉਹ ਆਪਣੇ ਤੰਬੂ ਨੂੰ ਤੁਰ ਗਏ। ਮਨੱਸ਼ੇ ਦੇ ਅੱਧੇ ਗੋਤ ਨੂੰ ਮੂਸਾ ਨੇ ਬਸ਼ਾਨ ਵਿੱਚ ਮਿਲਕ ਦਿੱਤੀ ਅਤੇ ਉਸ ਦੇ ਦੂਜੇ ਅੱਧੇ ਗੋਤ ਨੂੰ ਯਹੋਸ਼ੂਆ ਨੇ ਉਸ ਦੇ ਭਰਾਵਾਂ ਦੇ ਨਾਲ ਯਰਦਨ ਪਾਰ ਲਹਿੰਦੀ ਵੱਲ ਮਿਲਕ ਦਿੱਤੀ। ਤਾਂ ਫਿਰ ਜਦ ਯਹੋਸ਼ੂਆ ਨੇ ਉਹਨਾਂ ਨੂੰ ਉਹਨਾਂ ਦੇ ਤੰਬੂਆਂ ਨੂੰ ਘੱਲਿਆ ਤਾਂ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨੇ ਉਹਨਾਂ ਨੂੰ ਆਖਿਆ ਕਿ ਵੱਡੇ ਧਨ ਨਾਲ ਅਤੇ ਬਹੁਤ ਵੱਡੇ ਚੋਣੇ ਨਾਲ ਅਤੇ ਚਾਂਦੀ, ਸੋਨੇ, ਪਿੱਤਲ, ਲੋਹੇ ਅਤੇ ਬਸਤਰਾਂ ਦੇ ਵੱਡੇ ਢੇਰ ਨਾਲ ਤੰਬੂ ਨੂੰ ਮੁੜ ਜਾਓ ਅਤੇ ਆਪਣੇ ਵੈਰੀ ਲੁੱਟ ਨੂੰ ਆਪਣੇ ਭਰਾਵਾਂ ਨਾਲ ਵੰਡ ਲਓ। ਰੂਬੇਨੀ, ਗਾਦੀ ਅਤੇ ਮਨੱਸ਼ੇ ਦਾ ਅੱਧਾ ਗੋਤ ਇਸਰਾਏਲੀਆਂ ਦੇ ਵਿੱਚੋਂ ਸ਼ਿਲੋ ਤੋਂ ਮੁੜ ਤੁਰਿਆ ਜਿਹੜਾ ਕਨਾਨ ਦੇਸ਼ ਵਿੱਚ ਹੈ। ਪਈਓ ਗਿਲਿਆਦ ਦੇ ਦੇਸ਼ ਨੂੰ ਆਪਣੀ ਜਗੀਰ ਵਿੱਚ ਜਾਣ ਜਿੱਥੇ ਉਹਨਾਂ ਨੂੰ ਮੂਸਾ ਦੇ ਰਾਹੀਂ ਯਹੋਵਾ ਦੇ ਹੁਕਮ ਅਨੁਸਾਰ ਕਬਜ਼ਾ ਦਿੱਤਾ ਗਿਆ ਸੀ। ਅਤੇ ਜਦੋਂ ਯਰਦਨ ਦੇ ਇਲਾਕੇ ਵਿੱਚ ਆਏ ਜਿਹੜੇ ਕਨਾਨ ਦੇਸ਼ ਵਿੱਚ ਹਨ ਤਾਂ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਨੇ ਉੱਥੇ ਇੱਕ ਜਗਵੇਦੀ ਬਣਾਈ, ਅਰਥਾਤ ਯਰਦਨ ਦੇ ਉੱਤੇ ਇੱਕ ਜਗਵੇਦੀ ਜਿਹੜੀ ਵੇਖਣ ਵਿੱਚ ਵੱਡੀ ਸਾਰੀ ਲੱਗੇ। ਕਨਾਨ ਦੇਸ਼ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਦੀ ਸਾਰੀ ਮੰਡਲੀ। ਤਾਂ ਇਸਰਾਏਲੀ ਨੇ ਸੁਣਿਆ ਕਿ ਵੇਖੋ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਨੇ ਕਨਾਨ ਦੇਸ਼ ਦੇ ਸਾਹਮਣੇ ਯਰਦਨ ਦੇ ਇਲਾਕੇ ਵਿੱਚ ਜਗਵੇਦੀ ਦੇ ਪਾਸੇ ਵੱਲ ਬਣਾ ਲਈ ਹੈ। ਅਤੇ ਅੱਜ ਇਸਰਾਏਲੀਆਂ ਨੇ ਇਹ ਸੁਣਿਆ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ਿਲੋ ਵਿੱਚ ਇਕੱਠੀ ਹੋਈ ਕਿ ਉਹਨਾਂ ਨਾਲ ਯੁੱਧ ਕਰਨ ਲਈ ਚੜ੍ਹਾਈ ਕਰਨ। ਤਾਂ ਇਸਰਾਏਲੀਆਂ ਨੇ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਕੋਲ ਅਲਾਜ਼ਾਰ ਜਾਜਕ ਦੇ ਪੁੱਤਰ ਫਿਨਹਾਸ ਨੂੰ ਗਿਲਿਆਦ ਦੇ ਦੇਸ਼ ਵਿੱਚ ਘੱਲਿਆ ਅਤੇ 10 ਪ੍ਰਧਾਨ ਉਸ ਦੇ ਨਾਲ ਇਸਰਾਏਲ ਦੇ ਪਿਓ ਦਾਦਿਆਂ ਦੇ ਘਰਾਣਿਆਂ ਦੇ ਕੁੱਲ ਗੋਤਾਂ ਦਾ ਇੱਕ ਪ੍ਰਧਾਨ ਅਤੇ ਹਰ ਮਨੁੱਖ ਆਪਣੇ ਪਿਓ ਦਾਦਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਹਜ਼ਾਰਾਂ ਦਾ ਸਰਦਾਰ ਸੀ। ਅਤੇ ਉਹ ਰੂਬੇਨੀਆਂ, ਗਾਦੀਆਂ ਅਤੇ ਮਨੱਸ਼ੇ ਦੇ ਅੱਧੇ ਗੋਤ ਕੋਲ ਗਿਲਿਆਦ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ ਕਿ ਯਹੋਵਾ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਇਹ ਕੀ ਬੇਈਮਾਨੀ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਮੇਸ਼ਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ। ਕੀ ਤੁਸੀਂ ਅੱਜ ਦੇ ਦਿਨ ਯਹੋਵਾ ਤੋਂ ਆਕੀ ਹੋ ਜਾਓ? ਕੀ ਸਾਡੇ ਲਈ ਪੋਰ ਦੀ ਬੁਰਾਈ ਛੋਟੀ ਹੈ ਜਿਸ ਤੋਂ ਅਸਾਂ ਆਪਣੇ ਆਪ ਨੂੰ ਅਜੇ ਪਾਕ ਨਹੀਂ ਕੀਤਾ?
ਭਾਵੇਂ ਯਹੋਵਾ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ। ਕੀ ਤੁਸੀਂ ਅੱਜ ਦੇ ਦਿਨ ਯਹੋਵਾ ਦੇ ਪਿੱਛੇ ਤੁਰਨ ਤੋਂ ਮੁਕਰਦੇ ਹੋ? ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾ ਤੋਂ ਆਕੀ ਹੋਵੋਗੇ ਤਾਂ ਭਲਕੇ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ। ਤਾਂ ਵੀ ਜੇ ਤੁਹਾਡੀ ਆਪਣੀ ਜਗੀਰ ਦੀ ਧਰਤੀ ਅਸ਼ੁੱਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾ ਦੀ ਮਿਲਕਤ ਦੇ ਦੇਸ਼ ਨੂੰ ਲੰਘੋ, ਜਿੱਥੇ ਯਹੋਵਾ ਦਾ ਡੇਰਾ ਟਿਕਿਆ ਹੋਇਆ ਹੈ, ਅਤੇ ਸਾਡੇ ਵਿੱਚ ਮਿਲਕ ਲੈ ਲਓ। ਪਰ ਨਾ ਯਹੋਵਾ ਤੋਂ ਆਕੀ ਹੋਵੋ ਅਤੇ ਨਾ ਸਾਥੋਂ ਆਕੀ ਹੋਵੋ, ਕਿ ਯਹੋਵਾ ਸਾਡੇ ਪਰਮੇਸ਼ਰ ਦੀ ਜਗਵਦੀ ਦੇ ਬਿਨਾਂ ਕੋਈ ਹੋਰ ਆਪਣੀ ਜਗਵਦੀ ਬਣਾ ਲਓ। ਕਿ ਜ਼ਰਾ ਦੇ ਪੁੱਤਰ ਅਕਾਨ ਨੇ ਮਨਸੀਆਂ ਹੋਈਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ? ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ ਅਤੇ ਉਹ ਮਨੁੱਖ ਇਕੱਲਾ ਹੀ ਆਪਣੀ ਬੁਰਾਈ ਵਿੱਚ ਨਾਸ ਨਹੀਂ ਹੋਇਆ ਸੀ? ਤਾਂ ਰੂਬੇਨੀਆਂ, ਗਾਦੀਆਂ ਅਤੇ ਮਨੁਸ਼ਾ ਦੇ ਅੱਧੇ ਗੋਤ ਨੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੂੰ ਉੱਤਰ ਦੇ ਕੇ ਇਹ ਗੱਲ ਕੀਤੀ, ਯਹੋਵਾ ਸਮਰੱਥ ਪਰਮੇਸ਼ਰ, ਹਾਂ ਯਹੋਵਾ ਸਮਰੱਥ ਪਰਮੇਸ਼ਰ ਉਹੀ ਜਾਣਦਾ ਹੈ, ਅਤੇ ਇਸਰਾਏਲ ਵੀ ਜਾਣੇਗਾ ਕਿ ਜੇ ਆਕੀ ਹੋਣ ਵਿੱਚ ਅਥਵਾ ਯਹੋਵਾ ਦੇ ਵਿਰੁੱਧ ਬੇਈਮਾਨੀ ਕਰਨ ਵਿੱਚ ਕੁਝ ਹੋਇਆ ਹੋਵੇ ਤਾਂ ਅੱਜ ਦੇ ਦਿਨ ਸਾਨੂੰ ਨਾ ਛੱਡੋ। ਕਿ ਜੇ ਅਸਾਂ ਆਪਣੇ ਲਈ ਇਹ ਜਗਵੇਦੀ ਬਣਾਈ ਹੋਵੇ ਕਿ ਯਹੋਵਾ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ, ਅਤੇ ਜੇ ਉਹਦੇ ਉੱਤੇ ਹੋਮ ਦੀਆਂ ਬਲੀਆਂ ਅਥਵਾ ਮੈਦੇ ਦੀਆਂ ਭੇਟਾਂ ਚੜਾਈਏ ਅਥਵਾ ਸੁਖ ਸਾਂਦ ਦੀਆਂ ਬਲੀਆਂ ਦੇਈਏ ਤਾਂ ਯਹੋਵਾ ਹੀ ਲੇਖਾ ਲਵੇ। ਅਥਵਾ ਅਸਾਂ ਇਸ ਗੱਲ ਦੇ ਡਰ ਨਾਲ ਇਹ ਨਹੀਂ ਕੀਤਾ ਕਿ ਆਉਣ ਵਾਲਿਆਂ ਸਮੇਂ ਵਿੱਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਆਖਣਗੇ ਕਿ ਤੁਹਾਨੂੰ ਅਤੇ ਇਸਰਾਏਲ ਦੇ ਪਰਮੇਸ਼ਰ ਯਹੋਵਾ ਨੂੰ ਕੀ ਕੰਮ ਹੈ। ਹੇ ਰੂਬੇਨੀਓ ਅਤੇ ਗਾਦੀਓ, ਯਹੋਵਾ ਨੇ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਯਰਦਨ ਹੱਦ ਠਹਿਰਾਈ ਹੈ, ਸੋ ਤੁਸੀਂ ਆਪਣੇ ਲਈ ਯਹੋਵਾ ਵਿੱਚ ਕੋਈ ਹਿੱਸਾ ਨਹੀਂ। ਸ਼ਾਇਦ ਤੁਹਾਡੇ ਪੁੱਤਰਾਂ ਨੂੰ ਯਹੋਵਾ ਦਾ ਡਰ ਮੰਨਣ ਤੋਂ ਮੁਕਰਾ ਦੇਣ। ਇਸ ਲਈ ਅਸਾਂ ਆਖਿਆ ਕਿ ਅਸੀਂ ਆਪਣੇ ਲਈ ਜਗਵੇਦੀ ਬਣਾਈਏ। ਉਹ ਤਾਂ ਨਾ ਹੋਮ ਦੀਆਂ ਭੇਟਾਂ ਅਤੇ ਨਾ ਬਲੀਆਂ ਹਨ, ਸਗੋਂ ਉਹ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਗਵਾਹੀ ਹੋਵੇਗੀ ਕਿ ਅਸੀਂ ਯਹੋਵਾ ਦੀ ਉਪਾਸਨਾ ਉਸ ਦੇ ਅੱਗੇ ਆਪਣੀਆਂ ਹੋਮ ਦੀਆਂ ਭੇਟਾਂ ਨਾਲ ਅਤੇ ਬਲੀਆਂ ਨਾਲ ਅਤੇ ਸੁਖ ਸਾਂਦ ਦੀਆਂ ਭੇਟਾਂ ਨਾਲ ਚੜਾਈਏ, ਤਾਂ ਜੋ ਤੁਹਾਡੇ ਪੁੱਤਰ ਆਉਣ ਵਾਲੇ ਸਮੇਂ ਵਿੱਚ ਸਾਡੇ ਪੁੱਤਰਾਂ ਨੂੰ ਨਾ ਆਖਣ ਕਿ ਤੁਹਾਡੇ ਲਈ ਯਹੋਵਾ ਵਿੱਚ ਕੋਈ ਹਿੱਸਾ ਨਹੀਂ। ਤਾਂ ਅਸਾਂ ਆਖਿਆ ਕਿ ਇਉਂ ਹੋਵੇਗਾ ਕਿ ਜਦ ਉਹ ਸਾਨੂੰ ਜਾਂ ਸਾਡੀਆਂ ਆਉਣ ਵਾਲੀ ਪੀੜ੍ਹੀ ਨੂੰ ਇਹ ਆਖਣਗੇ ਤਾਂ ਅਸੀਂ ਆਖਾਂਗੇ, ਯਹੋਵਾ ਦੀ ਜਗਵਦੀ ਦਾ ਨਮੂਨਾ ਵੇਖੋ, ਜਿਹੜੀ ਸਾਡੇ ਪਿਓ ਦਾਦਿਆਂ ਨੇ ਨਾ ਤਾਂ ਹੋਮ ਦੀ ਭੇਟਾਂ ਲਈ ਬਲੀਆਂ ਲਈ ਬਣਾਈ ਸੀ, ਸਗੋਂ ਉਹ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਸਾਖੀ ਹੈ। ਇਹ ਸਾਥੋਂ ਦੂਰ ਹੋਵੇ ਜੋ ਅਸੀਂ ਯਹੋਵਾ ਦੇ ਵਿਰੁੱਧ ਆਕੀ ਹੋ ਕੇ ਅੱਜ ਦੇ ਦਿਨ ਯਹੋਵਾ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ ਅਤੇ ਇੱਕ ਜਗਵੇਦੀ ਹੋਮ ਦੀਆਂ ਤੇ ਮੈਦੇ ਦੀਆਂ ਭੇਟਾਂ ਲਈ ਅਤੇ ਬਲੀ ਲਈ ਬਣਾ ਲਈਏ। ਯਹੋਵਾ ਸਾਡੇ ਪਰਮੇਸ਼ਰ ਦੀ ਜਗਵਦੀ ਤੋਂ ਬਿਨਾਂ ਜਿਹੜੀ ਉਸਦੇ ਡੇਰੇ ਦੇ ਸਾਹਮਣੇ ਹੈ। ਜਦ ਫਿਨਹਾਸ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਅਤੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਗੱਲਾਂ ਸੁਣੀਆਂ ਜਿਹੜੀਆਂ ਰੂਬੇਨੀਆਂ, ਗਾਦੀਆਂ ਅਤੇ ਮਨੁਸ਼ਾ ਨੇ ਕੀਤੀ ਸਨ, ਤਾਂ ਉਹਨਾਂ ਨੂੰ ਚੰਗਾ ਲੱਗਾ। ਅਤੇ ਅਲਾਜ਼ਾਰ ਜਾਜਕ ਦੇ ਪੁੱਤਰ ਫਿਨਹਾਸ ਨੇ ਰੂਬੇਨੀਆਂ, ਗਾਦੀਆਂ ਅਤੇ ਮਨੁਸ਼ਿਆਂ ਨੂੰ ਆਖਿਆ, ਭਈ ਅਸੀਂ ਜਾਣਦੇ ਹਾਂ ਭਈ ਅੱਜ ਦੇ ਦਿਨ ਯਹੋਵਾ ਸਾਡੇ ਵਿੱਚ ਹੈ, ਕਿਉਂ ਜੋ ਤੁਸਾਂ ਇਹ ਬੇਈਮਾਨੀ ਯਹੋਵਾ ਦੇ ਵਿਰੁੱਧ ਨਹੀਂ ਕੀਤੀ। ਹੁਣ ਤੁਸਾਂ ਇਸਰਾਏਲੀਆਂ ਨੂੰ ਯਹੋਵਾ ਦੇ ਹੱਥੋਂ ਛੁਡਾ ਲਿਆ ਹੈ। ਅਲਾਜ਼ਾਰ ਜਾਜਕ ਦਾ ਪੁੱਤਰ ਫਿਨਹਾਸ ਅਤੇ ਉਹ ਪ੍ਰਧਾਨ ਰੂਬੇਨੀਆਂ ਅਤੇ ਗਾਦੀਆਂ ਤੋਂ ਗਿਲਾਦ ਦੇ ਦੇਸ਼ ਵਿੱਚੋਂ ਕਨਾਨ ਦੇਸ਼ ਨੂੰ ਇਸਰਾਏਲੀਆਂ ਕੋਲ ਮੁੜ ਆਏ ਅਤੇ ਉਹਨਾਂ ਨੂੰ ਖਬਰ ਦਿੱਤੀ। ਤਾਂ ਇਹ ਗੱਲ ਇਸਰਾਏਲੀਆਂ ਨੂੰ ਚੰਗੀ ਲੱਗੀ ਅਤੇ ਇਸਰਾਏਲੀਆਂ ਨੇ ਪਰਮੇਸ਼ਰ ਨੂੰ ਮੁਬਾਰਕ ਆਖਿਆ ਅਤੇ ਫਿਰ ਉਹਨਾਂ ਉੱਤੇ ਯੁੱਧ ਲਈ ਚੜਾਈ ਕਰਨ ਦੀਆਂ ਅਤੇ ਦੇਸ਼ ਨੂੰ ਜਿੱਥੇ ਰੂਬੇਨੀ ਅਤੇ ਗਾਦੀ ਵਸਦੀ ਸਨ ਨਾਸ ਕਰਨ ਦੀਆਂ ਗੱਲਾਂ ਛੱਡ ਦਿੱਤੀਆਂ। ਤਾਂ ਰੂਬੇਨੀਆਂ ਅਤੇ ਗਾਦੀਆਂ ਨੇ ਉਸ ਜਗਵੇਦੀ ਨੂੰ ਸਾਖੀ ਆਖਿਆ, ਕਿਉਂ ਜੋ ਸਾਡੇ ਵਿੱਚ ਇਹ ਸਾਖੀ ਹੈ ਕਿ ਯਹੋਵਾ ਹੀ ਪਰਮੇਸ਼ਰ ਹੈ। ਯੋਸ਼ੂਆ ਅਧਿਆਇ 23। ਇਉਂ ਹੋਇਆ ਜਦ ਯਹੋਵਾ ਨੇ ਢੇਰ ਸਾਰੇ ਦਿਨਾਂ ਦੇ ਪਿੱਛੋਂ ਇਸਰਾਏਲ ਨੂੰ ਉਹਨਾਂ ਦੇ ਆਲੇ ਦੁਆਲੇ ਦੇ ਵੈਰੀਆਂ ਤੋਂ ਸੁੱਖ ਦਿੱਤਾ ਅਤੇ ਯੋਸ਼ੂਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ। ਤਾਂ ਯੋਸ਼ੂਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ, ਸਰਦਾਰਾਂ, ਨਿਉਂਕਾਰਾਂ ਅਤੇ ਹੁੱਦੇਦਾਰ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ। ਜੋ ਕੁਝ ਯਹੋਵਾ ਤੁਹਾਡੇ ਪਰਮੇਸ਼ਰ ਨੇ ਇਹਨਾਂ ਸਾਰੀਆਂ ਕੌਮਾਂ ਨਾਲ ਤੁਹਾਡੇ ਕਾਰਨ ਕੀਤਾ ਤੁਸੀਂ ਵੇਖ ਲਿਆ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਹੀ ਤੁਹਾਡੇ ਲਈ ਲੜਿਆ ਹੈ। ਵੇਖੋ, ਮੈਂ ਤੁਹਾਡੇ ਲਈ ਇਹਨਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੇ ਗੋਤਾਂ ਅਨੁਸਾਰ ਮਿਲਕ ਵਿੱਚ ਵੰਡ ਦਿੱਤਾ ਹੈ, ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੀਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਨ ਜਿਹੜੀਆਂ ਮੈਂ ਵੱਢ ਛੱਡੀਆਂ ਸਨ। ਯਹੋਵਾ ਤੁਹਾਡਾ ਪਰਮੇਸ਼ਰ ਹੀ ਉਹਨਾਂ ਨੂੰ ਤੁਹਾਡੇ ਕੋਲ ਤੱਕ ਦੇਵੇਗਾ ਅਤੇ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ, ਤਾਂ ਤੁਸੀਂ ਉਹਨਾਂ ਦੇ ਦੇਸ਼ ਉੱਤੇ ਕਬਜ਼ਾ ਕਰ ਲਓਗੇ, ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਨਾਲ ਵਚਨ ਕੀਤਾ ਸੀ। ਸੋ ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਵਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰਕੇ ਪਾਲਣਾ ਕਰੋ, ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜ ਸਕੋ, ਇਸ ਲਈ ਕਿ ਤੁਸੀਂ ਇਹਨਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ,
ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਂ ਵੀ ਨਾ ਉਚਰੋ, ਨਾ ਉਹਨਾਂ ਦੀ ਸਹੁੰ ਖਵਾਓ, ਨਾ ਉਹਨਾਂ ਦੀ ਉਪਾਸਨਾ ਕਰੋ ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ। ਸਗੋਂ ਯਹੋਵਾ ਆਪਣੇ ਪਰਮੇਸ਼ਰ ਨਾਲ ਚਿੰਬੜੇ ਰਹੋ, ਜਿਵੇਂ ਅੱਜ ਦੇ ਦਿਨ ਤੱਕ ਤੁਸੀਂ ਕੀਤਾ। ਯਹੋਵਾ ਨੇ ਤੁਹਾਡੇ ਅੱਗੋਂ ਵੱਡੀਆਂ ਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ, ਪਰ ਤੁਹਾਡੇ ਵੇਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਖਲੋ ਨਹੀਂ ਸਕਿਆ। ਤੁਹਾਡੇ ਵਿੱਚੋਂ ਇੱਕ ਮਨੁੱਖ 1000 ਨੂੰ ਉਠਾ ਦੇਵੇਗਾ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਹੀ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਸੀ। ਤੁਸੀਂ ਆਪਣੇ ਜਾਨਾਂ ਲਈ ਬਹੁਤ ਸੁਚੇਤ ਰਹੋ ਅਤੇ ਯਹੋਵਾ ਆਪਣੇ ਪਰਮੇਸ਼ਰ ਨਾਲ ਪਿਆਰ ਕਰੋ। ਜੇ ਤੁਸੀਂ ਕਿਸੇ ਤਰ੍ਹਾਂ ਫਿਰ ਜਾਓ ਅਤੇ ਇਹਨਾਂ ਕੌਮਾਂ ਦੇ ਬਕੀਏ ਨਾਲ ਜਿਹੜੀਆਂ ਤੁਹਾਡੇ ਵਿੱਚ ਰਹਿ ਗਈਆਂ ਹਨ ਚਿੰਬੜੋ ਅਤੇ ਉਹਨਾਂ ਨਾਲ ਵਿਆਹ ਸ਼ਾਦੀ ਕਰੋ ਅਤੇ ਉਹਨਾਂ ਦੇ ਵਿੱਚ ਵੜੋ ਅਤੇ ਉਹ ਤੁਹਾਡੇ ਵਿੱਚ ਵੜਨ, ਤਾਂ ਤੁਸੀਂ ਜ਼ਰੂਰ ਜਾਣ ਰੱਖੋ ਕਿ ਯਹੋਵਾ ਤੁਹਾਡਾ ਪਰਮੇਸ਼ਰ ਇਹਨਾਂ ਕੌਮਾਂ ਨੂੰ ਤੁਹਾਡੇ ਅੱਗੋਂ ਫੇਰ ਨਹੀਂ ਕੱਢੇਗਾ, ਸਗੋਂ ਉਹ ਤੁਹਾਡੇ ਲਈ ਫਾਹੀ ਅਤੇ ਜਾਲ ਅਤੇ ਤੁਹਾਡੀਆਂ ਵੱਖੀਆਂ ਵਿੱਚ ਕੋਰੜੇ ਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਹੋਣਗੇ, ਜਦ ਤੱਕ ਇਸ ਚੰਗੀ ਜ਼ਮੀਨ ਤੋਂ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਤੁਸੀਂ ਨਾਸ ਨਾ ਹੋ ਜਾਓ। ਵੇਖੋ, ਮੈਂ ਅੱਜ ਸਾਰੇ ਸੰਸਾਰ ਦੇ ਰਾਹ ਉੱਤੇ ਜਾਣ ਵਾਲਾ ਹਾਂ ਅਤੇ ਤੁਸੀਂ ਆਪਣੇ ਸਾਰੇ ਮਨਾਂ ਵਿੱਚ, ਆਪਣੀਆਂ ਸਾਰੀ ਜਾਨਾਂ ਵਿੱਚ ਜਾਣਦੇ ਹੋ ਭਈ ਇਹਨਾਂ ਸਾਰੇ ਚੰਗਿਆਂ ਵਚਨਾਂ ਵਿੱਚ ਇੱਕ ਵਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਵੇਖੇ ਬੋਲਿਆ। ਉਹ ਸਾਰੇ ਤੁਹਾਡੇ ਲਈ ਪੂਰੇ ਹੋਏ, ਉਹਨਾਂ ਵਿੱਚੋਂ ਇੱਕ ਵੀ ਵਚਨ ਨਾ ਰਿਹਾ। ਤਾਂ ਇਉਂ ਹੋਵੇਗਾ ਕਿ ਜਿਵੇਂ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਉੱਤੇ ਆਈਆਂ ਹਨ ਜਿਹੜੀਆਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਵੇਖੇ ਬੋਲਿਆ ਸੀ, ਉਵੇਂ ਯਹੋਵਾ ਤੁਹਾਡੇ ਉੱਤੇ ਸਾਰੀਆਂ ਬੁਰੀਆਂ ਗੱਲਾਂ ਵੀ ਲਿਆਵੇਗਾ, ਜਦ ਤੱਕ ਕਿ ਉਹ ਇਸ ਚੰਗੀ ਜ਼ਮੀਨ ਉੱਤੋਂ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ। ਜਦ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ, ਤਾਂ ਯਹੋਵਾ ਦਾ ਕ੍ਰੋਧ ਤੁਹਾਡੇ ਉੱਤੇ ਭੜਕ ਉੱਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉੱਤੋਂ ਜਿਹੜੀ ਉਸਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ। ਯਹੋਸ਼ੂਆ ਅਧਿਆਇ 24। ਤਾਂ ਯਹੋਸ਼ੂਆ ਨੇ ਇਸਰਾਏਲ ਦੀਆਂ ਸਾਰੀਆਂ ਗੋਤਾਂ ਨੂੰ ਸ਼ਕਮ ਵਿੱਚ ਇਕੱਠਾ ਕੀਤਾ ਅਤੇ ਇਸਰਾਏਲ ਦੇ ਬਜ਼ੁਰਗਾਂ, ਸਰਦਾਰਾਂ, ਨਿਹੋਕਾਰਾਂ ਅਤੇ ਅਹੁਦੇਦਾਰਾਂ ਨੂੰ ਸੱਦਿਆ ਅਤੇ ਉਹ ਆਪਣੇ ਆਪ ਪਰਮੇਸ਼ਰ ਦੇ ਅੱਗੇ ਹਾਜ਼ਰ ਹੋ ਗਏ। ਤਾਂ ਯਹੋਸ਼ੂਆ ਨੇ ਸਾਰੀ ਪ੍ਰਜਾ ਨੂੰ ਆਖਿਆ, ਯਹੋਵਾ ਇਸਰਾਏਲ ਦਾ ਪਰਮੇਸ਼ਰ ਇਉਂ ਆਖਦਾ ਹੈ ਕਿ ਅਗਲੇ ਸਮੇਂ ਵਿੱਚ ਤੁਹਾਡੇ ਪਿਓ ਦਾਦੇ ਦਰਿਆ ਦੇ ਪਾਰ ਵਸਦੇ ਸਨ, ਖਾਸ ਕਰਕੇ ਤਰ੍ਹਾਂ ਅਬਰਾਹਮ ਅਤੇ ਨਾਹੋਰ ਦਾ ਪਿਤਾ, ਅਤੇ ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ। ਪਰ ਮੈਂ ਤੁਹਾਡੇ ਪਿਤਾ ਅਬਰਾਹਮ ਨੂੰ ਦਰਿਆ ਦੇ ਪਾਰੋਂ ਕਨਾਨ ਦੇ ਦੇਸ਼ ਵਿੱਚੋਂ ਦੀ ਲਿਆਇਆ ਅਤੇ ਮੈਂ ਉਸਦੀ ਅੰਸ਼ ਨੂੰ ਵਧਾਇਆ ਅਤੇ ਉਸਨੂੰ ਇਸਾਕ ਦਿੱਤਾ, ਅਤੇ ਇਸਾਕ ਨੂੰ ਮੈਂ ਯਾਕੂਬ ਅਤੇ ਈਸਾਓ ਦਿੱਤੇ, ਅਤੇ ਈਸਾਓ ਨੂੰ ਮੈਂ ਸਈਰ ਪਰਬਤ ਕਬਜ਼ਾ ਕਰਨ ਦਿੱਤਾ। ਪਰ ਯਾਕੂਬ ਅਤੇ ਉਹਦੀ ਅੰਸ਼ ਮਿਸਰ ਵਿੱਚ ਉਤਰ ਗਈ। ਫਿਰ ਮੈਂ ਮੂਸਾ ਅਤੇ ਹਾरून ਨੂੰ ਘੱਲਿਆ ਅਤੇ ਮਿਸਰ ਨੂੰ ਮੈਂ ਬਵਾਂ ਨਾਲ ਮਾਰਿਆ, ਜਿਵੇਂ ਮੈਂ ਉਸ ਵਿੱਚ ਕੀਤਾ, ਅਤੇ ਪਿੱਛੋਂ ਮੈਂ ਤੁਹਾਨੂੰ ਕੱਢ ਲਿਆਇਆ। ਅਤੇ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਮਿਸਰ ਤੋਂ ਕੱਢਿਆ ਅਤੇ ਤੁਸੀਂ ਸਮੁੰਦਰ ਤੱਕ ਆਏ, ਤਾਂ ਮਿਸਰੀਆਂ ਨੇ ਯਹੋਵਾ ਤੁਹਾਡੇ ਪਿਓ ਦਾਦਿਆਂ ਦਾ ਰਥਾਂ ਅਤੇ ਘੋੜਸਵਾਰਾਂ ਨਾਲ ਲਾਲ ਸਮੁੰਦਰ ਤੱਕ ਪਿੱਛਾ ਕੀਤਾ। ਜਦ ਉਹਨਾਂ ਨੇ ਯਹੋਵਾ ਦੇ ਅੱਗੇ ਤਰਲਾ ਪਾਇਆ ਤਾਂ ਉਸਨੇ ਤੁਹਾਡੇ ਵਿੱਚ ਅਤੇ ਮਿਸਰੀਆਂ ਵਿੱਚ ਹਨੇਰ ਘੁੱਪ ਕਰ ਦਿੱਤਾ ਅਤੇ ਉਹਨਾਂ ਉੱਤੇ ਸਮੁੰਦਰ ਨੂੰ ਛੱਡ ਦਿੱਤਾ, ਜਿਸ ਉਹਨਾਂ ਨੂੰ ਢੱਕ ਲਿਆ। ਅਤੇ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਤੁਸੀਂ ਆਪਣੀ ਅੱਖੀਂ ਵੇਖਿਆ, ਤਾਂ ਤੁਸੀਂ ਢੇਰ ਸਾਰੇ ਦਿਨਾਂ ਤੱਕ ਉਜਾੜ ਵਿੱਚ ਰਹੇ। ਫਿਰ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਵਿੱਚ ਜਿਹੜੇ ਯਰਦਨ ਪਾਰ ਵਸਦੇ ਸਨ ਲੈ ਆਇਆ, ਅਤੇ ਉਹ ਤੁਹਾਡੇ ਨਾਲ ਲੜੇ, ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ, ਪਰ ਮੈਂ ਉਹਨਾਂ ਦਾ ਤੁਹਾਡੇ ਅੱਗੋਂ ਨਾਸ ਕਰ ਸੁੱਟਿਆ। ਤਾਂ ਫਿਰ ਮੋਆਬ ਦੇ ਰਾਜੇ ਸਿਫੋਰ ਦਾ ਪੁੱਤਰ ਬਲਾਕ ਉੱਠ ਕੇ ਇਸਰਾਏਲ ਨਾਲ ਲੜਿਆ ਅਤੇ ਉਸਨੇ ਬੋਰ ਦੇ ਪੁੱਤਰ ਬਿਲਿਆਮ ਨੂੰ ਤੁਹਾਡੇ ਸ਼ਰਾਪ ਦੇਣ ਲਈ ਸੱਦ ਘੱਲਿਆ। ਪਰ ਮੈਂ ਬਿਲਿਆਮ ਦੀ ਸੁਣਨੀ ਨਾ ਚਾਹੀ, ਤਾਂ ਉਸਨੇ ਤੁਹਾਨੂੰ ਬਰਕਤ ਦਿੱਤੀ, ਸੋ ਮੈਂ ਤੁਹਾਨੂੰ ਉਸਦੇ ਹੱਥੋਂ ਛੁਡਾ ਲਿਆ। ਤਾਂ ਤੁਸੀਂ ਯਰਦਨ ਦੇ ਪਾਰ ਜਾ ਕੇ ਯਰੀਹੋ ਕੋਲ ਆਏ, ਅਤੇ ਯਰੀਹੋ ਦੇ ਵਾਸੀ ਅਰਥਾਤ ਅਮੋਰੀ, ਫਰਿੱਜੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਤੁਹਾਡੇ ਨਾਲ ਲੜੇ, ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ। ਤਾਂ ਮੈਂ ਤੁਹਾਡੇ ਅੱਗੇ ਡੇਮੂ ਕਰ ਲਿਆ ਅਤੇ ਉਸਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ। ਨਾ ਤੁਹਾਡੇ ਤੇਗ ਨਾਲ ਨਾ ਤੁਹਾਡੇ ਤੁਰੰਖ ਨਾਲ ਇਹ ਹੋਇਆ। ਅਤੇ ਮੈਂ ਤੁਹਾਨੂੰ ਇੱਕ ਦੇਸ਼ ਦਿੱਤਾ ਜਿਹਦੇ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ, ਅਤੇ ਸ਼ਹਿਰ ਜਿਹੜੇ ਤੁਸੀਂ ਨਹੀਂ ਉਸਾਰੇ, ਪਰ ਤੁਸੀਂ ਉਹਨਾਂ ਦੇ ਵਿੱਚ ਵਸ ਗਏ। ਅੰਗੂਰੀ ਬਾਗਾਂ ਅਤੇ ਜ਼ੈਤੂਨੀ ਬਾਗਾਂ ਤੋਂ ਤੁਸੀਂ ਖਾਂਦੇ ਰਹੇ ਹੋ ਜਿਹੜੇ ਤੁਸੀਂ ਨਹੀਂ ਲਾਏ। ਹੁਣ ਯਹੋਵਾ ਤੋਂ ਡਰੋ ਅਤੇ ਉਸਦੀ ਉਪਾਸਨਾ ਸਿਧਾਈ ਅਤੇ ਸੱਚਾਈ ਨਾਲ ਕਰੋ, ਅਤੇ ਉਹਨਾਂ ਦੇਵਤਿਆਂ ਨੂੰ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪਿਓ ਦਾਦੇ ਦਰਿਆ ਪਾਰ ਅਤੇ ਮਿਸਰ ਵਿੱਚ ਕਰਦੇ ਸਨ ਕੱਢ ਦਿਓ, ਅਤੇ ਯਹੋਵਾ ਹੀ ਦੀ ਉਪਾਸਨਾ ਕਰੋ।
ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਕਰਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹਦੀ ਉਪਾਸਨਾ ਤੁਸੀਂ ਕਰੋਗੇ, ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦੋਂ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾ ਦੀ ਉਪਾਸਨਾ ਕਰਾਂਗੇ। ਤਾਂ ਪ੍ਰਜਾ ਨੇ ਉੱਤਰ ਦਿੱਤਾ ਕਿ ਸਾਥੋਂ ਦੂਰ ਰਹੇ ਜੋ ਅਸੀਂ ਯਹੋਵਾ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ, ਕਿਉਂ ਜੋ ਯਹੋਵਾ ਸਾਡਾ ਪਰਮੇਸ਼ਰ ਹੀ ਸਾਨੂੰ ਅਤੇ ਸਾਡੇ ਪਿਓ ਦਾਦਿਆਂ ਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰੋਂ ਉਤਾਹ ਲੈ ਆਇਆ ਅਤੇ ਸਾਡੇ ਵੇਖਿਆ ਇਹ ਵੱਡੇ ਨਿਸ਼ਾਨ ਵਿਖਾਏ ਅਤੇ ਉਸ ਸਾਰੇ ਰਾਹ ਵਿੱਚ ਜਿੱਥੋਂ ਦੇ ਅਸੀਂ ਲੰਘੇ ਅਤੇ ਸਾਰੇ ਲੋਕਾਂ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਆਏ ਸਾਨੂੰ ਬਚਾ ਕੇ ਰੱਖਿਆ। ਅਤੇ ਯਹੋਵਾ ਨੇ ਸਾਰੇ ਲੋਕਾਂ ਨੂੰ, ਖਾਸ ਕਰਕੇ ਅਮੋਰੀਆਂ ਨੂੰ ਜਿਹੜੇ ਉਸ ਦੇਸ਼ ਵਿੱਚ ਵਸਦੇ ਸਨ, ਸਾਡੇ ਅੱਗੋਂ ਕੱਢ ਦਿੱਤਾ। ਅਸੀਂ ਤਾਂ ਯਹੋਵਾ ਹੀ ਦੀ ਉਪਾਸਨਾ ਕਰਾਂਗੇ ਕਿਉਂ ਜੋ ਉਹ ਸਾਡਾ ਪਰਮੇਸ਼ਰ ਹੈ। ਤਦ ਯੋਸ਼ੂਆ ਨੇ ਪ੍ਰਜਾ ਨੂੰ ਆਖਿਆ, ਤੁਸੀਂ ਯਹੋਵਾ ਦੀ ਉਪਾਸਨਾ ਨਹੀਂ ਕਰ ਸਕਦੇ ਕਿਉਂ ਜੋ ਉਹ ਪਵਿੱਤਰ ਪਰਮੇਸ਼ਰ ਹੈ ਅਤੇ ਉਹ ਅਣਖੀ ਪਰਮੇਸ਼ਰ ਵੀ ਹੈ। ਉਹ ਤੁਹਾਡੀਆਂ ਉਲੰਘਣਾ ਅਤੇ ਪਾਪਾਂ ਨੂੰ ਨਹੀਂ ਮਾਫ ਕਰੇਗਾ। ਜੇ ਤੁਸੀਂ ਯਹੋਵਾ ਨੂੰ ਤਿਆਗ ਕੇ ਓਪਰੇ ਦੇਵਤੇ ਦੀ ਉਪਾਸਨਾ ਕਰੋਗੇ ਤਾਂ ਉਹ ਮੁੜ ਕੇ ਤੁਹਾਡੇ ਨਾਲ ਬੁਰਾਈ ਕਰੇਗਾ ਅਤੇ ਤੁਹਾਨੂੰ ਮੁਕਾ ਦੇਵੇਗਾ, ਇਸ ਦੇ ਪਿੱਛੋਂ ਕਿ ਉਹਨੇ ਤੁਹਾਡੇ ਨਾਲ ਭਲਾਈ ਕੀਤੀ। ਤਾਂ ਲੋਕਾਂ ਨੇ ਯੋਸ਼ੂਆ ਨੂੰ ਆਖਿਆ, ਨਹੀਂ, ਅਸੀਂ ਯਹੋਵਾ ਦੀ ਉਪਾਸਨਾ ਕਰਾਂਗੇ। ਫਿਰ ਯੋਸ਼ੂਆ ਨੇ ਪ੍ਰਜਾ ਨੂੰ ਆਖਿਆ, ਤੁਸੀਂ ਆਪ ਆਪਣੇ ਲਈ ਗਵਾਹ ਬਣਦੇ ਹੋ ਕਿ ਤੁਸੀਂ ਯਹੋਵਾ ਨੂੰ ਆਪਣੇ ਲਈ ਚੁਣਿਆ ਹੈ, ਉਸ ਦੀ ਉਪਾਸਨਾ ਕਰੋਗੇ। ਤਾਂ ਪ੍ਰਜਾ ਨੇ ਆਖਿਆ, ਅਸੀਂ ਗਵਾਹ ਹੈ। ਹੁਣ ਉਹਨਾਂ ਓਪਰੇ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਕੱਢ ਦਿਓ ਅਤੇ ਇਸਰਾਏਲ ਦੇ ਪਰਮੇਸ਼ਰ ਯਹੋਵਾ ਨਾਲ ਆਪਣਾ ਮਨ ਲਾ ਲਓ। ਪ੍ਰਜਾ ਨੇ ਯੋਸ਼ੂਆ ਨੂੰ ਆਖਿਆ, ਅਸੀਂ ਆਪਣੇ ਪਰਮੇਸ਼ਰ ਯਹੋਵਾ ਦੀ ਉਪਾਸਨਾ ਕਰਾਂਗੇ ਅਤੇ ਉਸ ਦੀ ਆਵਾਜ਼ ਨੂੰ ਸੁਣਾਂਗੇ। ਉਪਰੰਤ ਉਸੇ ਦਿਨ ਯੋਸ਼ੂਆ ਨੇ ਪ੍ਰਜਾ ਨਾਲ ਇੱਕ ਨੇਮ ਬੰਨਿਆ ਅਤੇ ਸ਼ਕਮ ਵਿੱਚ ਇੱਕ ਵਿਧੀ ਅਤੇ ਇੱਕ ਕਾਨੂੰਨ ਠਹਿਰਾਇਆ। ਅਤੇ ਯੋਸ਼ੂਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਵਿੱਚ ਲਿਖ ਲਿਆ ਅਤੇ ਇੱਕ ਵੱਡਾ ਪੱਥਰ ਲੈ ਕੇ ਉੱਥੇ ਬਲੂਤ ਦੇ ਹੇਠ ਜਿਹੜਾ ਯਹੋਵਾ ਦੇ ਪਵਿੱਤਰ ਸਥਾਨ ਦੇ ਵਿੱਚ ਸੀ ਖੜਾ ਕਰ ਦਿੱਤਾ। ਤਾਂ ਯੋਸ਼ੂਆ ਨੇ ਸਾਰੀ ਪ੍ਰਜਾ ਨੂੰ ਆਖਿਆ, ਵੇਖੋ, ਇਹ ਪੱਥਰ ਸਾਡੇ ਵਿੱਚ ਇੱਕ ਗਵਾਹ ਹੈ ਕਿਉਂ ਜੋ ਇਸ ਨੇ ਯਹੋਵਾ ਦੀਆਂ ਸਾਰੀਆਂ ਗੱਲਾਂ ਸੁਣੀਆਂ ਹਨ ਜਿਹੜੀਆਂ ਉਸ ਨੇ ਸਾਡੇ ਨਾਲ ਕੀਤੀਆਂ ਅਤੇ ਤੁਹਾਡੇ ਉੱਤੇ ਗਵਾਹੀ ਲਈ ਹੋਵੇਗਾ, ਮਤੇ ਤੁਸੀਂ ਆਪਣੇ ਪਰਮੇਸ਼ਰ ਤੋਂ ਮੁਕਰ ਜਾਓ। ਫਿਰ ਯੋਸ਼ੂਆ ਨੇ ਸਾਰੀ ਪ੍ਰਜਾ ਨੂੰ ਉਹਨਾਂ ਦੀ ਮਿਲਖ ਨੂੰ ਘੱਲਿਆ। ਤਾਂ ਇਉਂ ਹੋਇਆ ਕਿ ਇਹਨਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯੋਸ਼ੂਆ ਯਹੋਵਾ ਦਾ ਦਾਸ ਚਲਾਣਾ ਕਰ ਗਿਆ। ਉਹ 110 ਵਰ੍ਹਾਂ ਦਾ ਸੀ। ਤਾਂ ਉਹਨਾਂ ਨੇ ਉਸ ਨੂੰ ਉਸ ਦੀ ਮਿਲਕ ਦੀ ਹੱਦ ਉੱਤੇ ਤਿਮਨਤ ਸਰਹ ਵਿੱਚ ਅਫਰਾਇਮ ਦੇ ਪਹਾੜੀ ਦੇਸ਼ ਵਿੱਚ ਗਾਸ਼ ਨਾਮੀ ਪਰਬਤ ਦੇ ਉੱਤਰ ਵੱਲ ਦਫਨਾ ਦਿੱਤਾ। ਇਸਰਾਏਲ ਨੇ ਯੋਸ਼ੂਆ ਦੇ ਸਾਰੇ ਦਿਨਾਂ ਵਿੱਚ ਯਹੋਵਾ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯੋਸ਼ੂਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਹੋਵਾ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਹਨਾਂ ਨੇ ਇਸਰਾਏਲ ਲਈ ਕੀਤਾ। ਯੂਸਫ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਤੋਂ ਲਿਆਏ ਸਨ, ਸ਼ਕਮ ਵਿੱਚ ਉਸ ਪੈਲੀ ਦੇ ਹਿੱਸੇ ਵਿੱਚ ਜਿਹੜਾ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ 100 ਰੁਪਏ ਨੂੰ ਮੁੱਲ ਲਿਆ ਸੀ, ਦਫਨਾ ਦਿੱਤਾ। ਸੋ ਉਹ ਯੂਸਫ ਦੀ ਅੰਸ਼ ਦੀ ਮਿਲਕ ਵਿੱਚ ਆ ਗਈਆਂ। ਹਾਰੂਨ ਦਾ ਪੁੱਤਰ ਅਲਾਜ਼ਾਰ ਵੀ ਚਲਾਣਾ ਕਰ ਗਿਆ ਅਤੇ ਉਸ ਨੂੰ ਉਸ ਦੇ ਪੁੱਤਰ ਫਿਨਾਸ ਦੇ ਟਿੱਬੇ ਉੱਤੇ ਜਿਹੜਾ ਇਫਰਾਇਮ ਦੇ ਪਹਾੜੀ ਦੇਸ਼ ਵਿੱਚ ਉਹਨੂੰ ਦਿੱਤਾ ਗਿਆ ਸੀ, ਦਫਨਾ ਦਿੱਤਾ।